ਹਾਂਜੀ, ਸਤਿ ਸ੍ਰੀ ਅਕਾਲ। ਮੈਂ ਕੁਲਦੀਪ ਸਿੰਘ ਸਿੱਧੂ ਤੇ ਆਪਾਂ ਲੜੀਵਾਰ ਚਰਚਾ ਕਰ ਰਹੇ ਹਾਂ ਸਬ ਇੰਸਪੈਕਟਰ ਦੇ ਕੰਪਿਊਟਰ ਦੇ ਪੁਰਾਣੇ ਕੁਐਸਚਨਾਂ ਤੇ। ਸੋ ਉਸੇ ਲੜੀ ਦੇ ਵਿੱਚੋਂ ਹੀ ਅੱਜ ਦੀ ਵੀਡੀਓ ਹੈ ਜਿਹੜੀ ਇਹ 8ਵਾਂ ਪਾਰਟ ਹੈ। 8 ਇਸ ਤੋਂ ਪਹਿਲਾਂ ਆਪਾਂ 7 ਸ਼ਿਫਟਾਂ ਡਿਸਕਸ ਕਰ ਚੁੱਕੇ ਹਾਂ। 7 ਹਰੇਕ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ 30 ਕੁਐਸਚਨ ਹੁੰਦੇ ਨੇ। 7 30 21 210 ਕੁਐਸਚਨ ਆਪਾਂ ਡਿਸਕਸ ਕਰ ਚੁੱਕੇ ਹਾਂ। ਸੋ ਇਹ ਲਾਸਟ ਪਾਰਟ ਹੈ। ਸੋ ਮੇਰੇ ਕੋਲੇ 8 ਹੀ ਪੇਪਰ ਸੀਗੇ। ਜੇਕਰ ਤੁਹਾਡੇ ਕੋਲੇ ਕੋਈ ਹੋਰ ਪੇਪਰ ਹੈਗਾ ਤਾਂ ਤੁਸੀਂ ਮੈਨੂੰ ਭੇਜ ਸਕਦੇ ਹੋ, ਮੈਂ ਉਹ ਵੀ ਕਰਵਾ ਦੂੰਗਾ। ਵੈਸੇ ਤਾਂ ਮੈਨੂੰ ਲੱਗਦਾ ਵੀ 240 ਕੁਐਸਚਨ ਬਹੁਤ ਹੁੰਦੇ ਨੇ ਜਿਹਦੇ ਵਿੱਚ ਆਪਾਂ ਬਹੁਤ ਕੁਝ ਸਿੱਖਿਆ। ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਸੀ ਉਹਨਾਂ ਦੇ, ਮੈਂ ਨਾਲ ਨਾਲ ਤੁਹਾਨੂੰ ਥਿਊਰੀ ਦੇ ਪੁਆਇੰਟ ਵੀ ਨੋਟ ਕਰਵਾਏ ਹੈ ਨਾ। ਸੋ ਉਹ ਚੀਜ਼ਾਂ ਵਧੀਆ ਨੇ, ਤੁਹਾਨੂੰ ਪੇਪਰ ਦੇ ਵਿੱਚ ਹੈਲਪ ਕਰਨਗੀਆਂ। ਸੋ ਆਪਾਂ ਅੱਜ ਦੇਖਦੇ ਹਾਂ, ਆਪਾਂ ਲਾਸਟ ਪਾਰਟ ਹੈ ਜਿਹੜਾ 8ਵਾਂ ਪਾਰਟ, ਠੀਕ ਹੈ। ਸੋ 7 ਪਾਰਟ ਜੇਕਰ ਤੁਸੀਂ ਉਹਨਾਂ 'ਚੋਂ ਕੋਈ ਵੀਡੀਓ ਨਹੀਂ ਦੇਖੀ ਤਾਂ ਉਹਦਾ ਮੈਂ ਲਿੰਕ ਸਾਰਿਆਂ ਦਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤਾਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ, ਠੀਕ ਹੈ। ਸੋ ਆਪਾਂ ਅੱਜ ਦੇਖਦੇ ਹਾਂ 8ਵਾਂ ਪਾਰਟ। ਸੋ ਇਹ ਮੇਰਾ ਪ੍ਰੋਫਾਈਲ ਹੈ, ਇਹ ਤੁਹਾਨੂੰ ਆਲਰੇਡੀ ਪਤਾ ਹੈ, ਕੁਲਦੀਪ ਸਿੰਘ ਸਿੱਧੂ, ਬੀਟੈਕ ਐਮਟੈਕ PhD, ਗੇਟ UGC ਨੈਟ ਐਂਡ ਆਈ ਹੈਵ 8 ਈਅਰ ਟੀਚਿੰਗ ਐਕਸਪੀਰੀਅੰਸ। ਕਲੀਅਰ। ਸਟਾਰਟ ਕਰਦੇ ਹਾਂ। ਪਹਿਲਾ ਕੁਐਸਚਨ ਹੈਗਾ ਵਟ ਇਜ਼ ਦੀ ਫਿਲ ਫਾਰਮ, ਫਿਲ ਨਹੀਂ ਆਉਣਾ ਸੀਗਾ ਤੇ ਫੁੱਲ ਫਾਰਮ ਆਉਣਾ ਸੀ, ਪਹਿਲੀ ਗਲਤੀ ਕਹੋਗੇ। ਵਟ ਇਜ਼ ਦੀ ਫੁੱਲ ਫਾਰਮ ਆਫ DLP ਇਨ 3D ਪ੍ਰਿੰਟਿੰਗ, ਠੀਕ ਹੈ। 3D ਪ੍ਰਿੰਟਿੰਗ ਦੇ ਵਿੱਚ ਕਹਿੰਦਾ DLP ਦੀ ਫੁੱਲ ਫਾਰਮ ਕੀ ਹੈ। ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ, ਬਾਕੀ ਦੀਆਂ ਸ਼ਿਫਟਾਂ ਦੇ ਵਿੱਚ ਵੀ ਪੁੱਛਿਆ ਗਿਆ। ਮੇਨ ਇਹਦੇ ਵਿੱਚੋਂ ਬਸ ਐਬਰੀਵੇਸ਼ਨ ਹੀ ਪੁੱਛਦਾ, ਜਿਵੇਂ ਇਹ 3D ਪ੍ਰਿੰਟਿੰਗ ਹੈ। 3D ਪ੍ਰਿੰਟਿੰਗ ਦੇ ਵਿੱਚ ਆ ਟੈਕਨੋਲੋਜੀ ਯੂਜ਼ ਹੁੰਦੀਆਂ ਨੇ, ਇਹਨਾਂ ਦੇ ਵਿੱਚੋਂ ਪੁੱਛਿਆ ਗਿਆ ਉਹਨੇ DLP, ਡਿਜੀਟਲ ਲਾਈਟ ਪ੍ਰੋਸੈਸ। ਡਿਜੀਟਲ ਲਾਈਟ ਪ੍ਰੋਸੈਸ, ਫਿਰ ਇਹਦਾ C ਆਨਸਰ ਹੈ। ਡਿਜੀਟਲ ਲਾਈਟ ਪ੍ਰੋਸੈਸਿੰਗ ਜਾਂ ਪ੍ਰੋਸੈਸ ਇੱਕੋ ਹੀ ਗੱਲ ਹੈ। ਪ੍ਰੋਸੈਸਿੰਗ ਤੇ ਪ੍ਰੋਸੈਸ ਦੇ ਵਿੱਚ ਤਾਂ ਕੋਈ ਜ਼ਿਆਦਾ ਫਰਕ ਨਹੀਂ। ਸੋ ਇਹ ਸਾਰੀਆਂ ਤੁਸੀਂ ਯਾਦ ਕਰ ਲੈਣੀਆਂ ਨੇ, ਇਹਨਾਂ ਦੇ ਵਿੱਚੋਂ ਕੁਐਸਚਨ ਪੁੱਛਦਾ ਹੋ, ਠੀਕ ਹੈ ਜੀ। ਅਗਲਾ ਕੁਐਸਚਨ ਹੈ ਵਿਚ ਵਨ ਇਜ਼ ਦੀ ਮੋਸਟ ਕਾਮਨ ਪ੍ਰੈਜੈਂਟੇਸ਼ਨ ਇਕਵਿਪਮੈਂਟ। ਪ੍ਰੈਜੈਂਟੇਸ਼ਨ ਦੇ ਲਈ ਕਿਹੜਾ ਵਧੀਆ ਵਰਤਿਆ ਜਾਂਦਾ? OCR ਹੈ ਇਹ ਪ੍ਰੈਜੈਂਟੇਸ਼ਨ ਦੇ ਲਈ। ਸਕੈਨਰ ਹੈ, ਆਪਟੀਕਲ ਕਰੈਕਟਰ ਰਿਕੋਗਨਾਈਜ਼ਰ। ਪਲੋਟਰ ਹੈ, ਆਊਟਪੁੱਟ ਡਿਵਾਈਸ ਹੈ, ਪ੍ਰਿੰਟਰ ਦਾ ਭਾਪਾ ਬਹੁਤ ਵਾਰੀ ਪੜਿਆ। ਤੇ OMR ਆਪਟੀਕਲ ਮਾਰਕ ਰੀਡਰ, ਜਿਵੇਂ ਹੁਣ ਤੁਹਾਡਾ ਪੇਪਰ ਆਫਲਾਈਨ ਹੋਊਗਾ ਹਨਾ, ਉਹ ਆਫਲਾਈਨ ਪੇਪਰ ਦੇ ਵਿੱਚ OMR ਸ਼ੀਟ ਹੋਊਗੀ, ਉਹਨੂੰ ਰੀਡ ਕਰਨ ਦੇ ਲਈ ਜਿਹੜਾ ਡਿਵਾਈਸ ਹੈ ਇਹ ਵੀ OMR ਆਪਟੀਕਲ ਮਾਰਕ ਰੀਡਰ। ਪਹਿਲਾ ਇਨਪੁਟ ਡਿਵਾਈਸ, ਇਹ ਵੀ ਇਨਪੁਟ ਡਿਵਾਈਸ ਹਨਾ, ਇਹ ਵੀ ਇਨਪੁਟ ਡਿਵਾਈਸ। ਪਲੋਟਰ ਆਊਟਪੁੱਟ ਤੇ ਪ੍ਰੋਜੈਕਟਰ ਵੀ ਆਊਟਪੁੱਟ ਹੈ, ਬਟ ਇਹ ਪ੍ਰੈਜੈਂਟੇਸ਼ਨ ਦੇ ਲਈ ਹੈ। ਤੁਸੀਂ ਦੇਖਿਆ ਹੋਣਾ ਕਲਾਸਿਸ ਵਗੈਰਾ ਪ੍ਰੋਜੈਕਟਰ ਤੇ ਵੀ ਚੱਲਦੀਆਂ ਨੇ, ਠੀਕ ਹੈ। ਸੋ ਫਿਰ ਇਹਦਾ C ਆਨਸਰ ਹੈ। ਅਗਲਾ ਕੁਐਸਚਨ ਹੈ ਵਿਚ ਸ਼ਾਰਟਕਟ ਕੀ ਆਫ MS Excel 2019 ਯੂਜ਼ ਟੂ ਇਨਸਰਟ ਦੀ ਕਰੰਟ ਡੇਟ। ਕਹਿੰਦਾ ਕਿਹੜੀ ਕੀ ਹੈ, ਸ਼ਾਰਟਕਟ ਕੀ ਹੈ, ਉਹ ਕਰੰਟ ਡੇਟ ਨੂੰ ਇਨਸਰਟ ਕਰਨ ਦੇ ਲਈ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਕੰਟਰੋਲ ਪਲੱਸ ਫਾਰਵਰਡ ਸਲੈਸ਼, ਕੰਟਰੋਲ ਪਲੱਸ ਸੈਮੀ ਕੋਲਨ, ਕੰਟਰੋਲ ਪਲੱਸ ਕੋਲਨ, ਕੰਟਰੋਲ ਪਲੱਸ ਬੈਕਵਰਡ ਸਲੈਸ਼। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ, ਇਹ ਪੁੱਛਿਆ ਗਿਆ। ਤੇ ਤੁਸੀਂ ਇਹ ਕੁਐਸਚਨ ਨਾ, ਇਹਦੇ ਨਾਲ ਦਾ ਕੁਐਸਚਨ ਹੀ ਇੱਕ ਮੈਨੂੰ ਲੱਗਦਾ ਸ਼ਾਇਦ ਅੰਗਣਵਾੜੀ ਦੇ ਪੇਪਰ ਦੇ ਵਿੱਚ ਵੀ ਪੁੱਛਿਆ ਗਿਆ। ਆ ਪਿੱਛੇ ਜੇ ਹੋਇਆ ਨਾ 25 ਸਤੰਬਰ ਨੂੰ ਹੋਇਆ ਅੰਗਣਵਾੜੀ ਸੁਪਰਵਾਈਜ਼ਰ ਦਾ ਪੇਪਰ ਹਨਾ, ਉਹਦੇ ਚ ਇੱਕ ਕੁਐਸਚਨ ਇਹ ਵੀ ਪੁੱਛਿਆ ਗਿਆ ਪਾਵਰ ਪੁਆਇੰਟ ਦੇ ਵਿੱਚੋਂ। ਕਹਿੰਦਾ ਪਾਵਰ ਪੁਆਇੰਟ ਦੀ ਸਲਾਈਡ ਹੈ ਜਿਹੜੀ, ਉਹ ਸਟਾਰਟਿੰਗ ਤੋਂ ਸ਼ੁਰੂ ਕਰਨ ਦੇ ਲਈ ਸ਼ਾਰਟਕਟ ਕਿਹੜਾ? ਤਾਂ ਉਹਦੇ ਲਈ F5 ਹੁੰਦਾ ਹੈ ਹਨਾ। ਇਹ ਕੁਐਸਚਨ ਅੰਗਣਵਾੜੀ ਦੇ ਪੇਪਰ 'ਚ ਵੀ ਹੈ ਤੇ ਆਪਣੇ ਪੇਪਰਾਂ ਦੇ ਵਿੱਚ ਵੀ ਹੈ। ਤਾਂ ਮੈਂ ਅੰਗਣਵਾੜੀ ਦੇ ਜਿਹੜੇ ਕੁਐਸਚਨ ਆਏ ਸੀ 10, ਉਹ ਵੀ ਮੈਂ ਡਿਟੇਲ 'ਚ ਕਰਾਏ ਹੋਏ ਨੇ। ਉਹਦੇ ਵਿੱਚ IP ਐਡਰੈਸਿੰਗ ਮੈਂ ਬਹੁਤ ਡਿਟੇਲ 'ਚ ਕਰਾਈ ਹੋਈ ਹੈ, ਤੁਸੀਂ ਉਹ ਵੀਡੀਓ ਵੀ ਜਾ ਕੇ ਦੇਖ ਸਕਦੇ ਹੋ, ਤੁਹਾਨੂੰ ਮਿਲ ਜੂਗੀ ਚੈਨਲ ਦੇ ਉੱਤੇ ਜਾ ਕੇ ਹਨਾ। ਸੋ ਇਹਦੇ ਨਾਲ ਪਤਾ ਕੀ ਹੈ ਵੀ ਕੁਐਸਚਨ, ਇਹ ਆਪਾਂ ਨੂੰ ਇਹ ਤਾਂ ਪਤਾ ਨਹੀਂ ਹੈਗਾ ਵੀ ਕੁਐਸਚਨ ਕਿਵੇਂ ਦਾ ਆਵੇ। ਕੁਐਸਚਨ ਤਾਂ ਕੁਐਸਚਨ ਹੀ ਨਾ ਹੈਗੇ, ਤਾਂ ਉਹ ਵੀ ਕੰਪਿਊਟਰ ਦੇ ਹੈ ਨਾ, ਤਾਂ ਉਹ ਵੀ ਤੁਸੀਂ ਦੇਖੋਗੇ, ਤੁਹਾਨੂੰ ਹੋ ਸਕਦਾ ਇੱਕ ਅੱਧਾ ਨੇੜੇ ਲੱਗਦਾ ਕੁਐਸਚਨ ਆ ਜਾਵੇ। ਵੈਸੇ ਤਾਂ ਮੈਂ ਕਰਵਾ ਚੁੱਕਿਆ ਉਹਦੇ ਚੋਂ, ਬਟ ਤੁਸੀਂ ਇੱਕ ਦੋ ਕੁਐਸਚਨ ਜਿਹੜੇ ਰਹਿ ਗਏ ਮੈਂ ਨਹੀਂ ਕਰਵਾਏ, ਉਹ ਵੀ ਤੁਸੀਂ ਦੇਖ ਸਕਦੇ ਹੋ ਜਾ ਕੇ, ਠੀਕ ਹੈ। ਸੋ ਇਹ ਸ਼ਾਰਟਕਟ ਦੇਖ ਲੈਂਦੇ ਆਪਾਂ। ਕਰੰਟ ਡੇਟ ਦੇ ਲਈ ਕੰਟਰੋਲ ਪਲੱਸ ਸੈਮੀ ਕੋਲਨ, ਇਹਨੂੰ ਸੈਮੀ ਕੋਲਨ ਬੋਲਦੇ ਆ, ਤੇ ਇਹ ਵਾਲਾ ਕੋਲਨ ਹੁੰਦਾ ਹੈ, ਜੇ ਆਪਾਂ ਕੱਲਾ ਪਾ ਦਈਏ ਕੋਲਨ ਹੁੰਦਾ ਹੈ, ਸੈਮੀ ਕੋਲਨ ਹਨਾ। ਕਰੰਟ ਡੇਟ ਦੇ ਲਈ ਕੰਟਰੋਲ ਪਲੱਸ ਸੈਮੀ ਕੋਲਨ। ਕਰੰਟ ਟਾਈਮ ਦੇ ਲਈ ਕੰਟਰੋਲ ਸ਼ਿਫਟ ਪਲੱਸ ਸੈਮੀ ਕੋਲਨ, ਯਾਦ ਰੱਖਣੀ ਹੈ ਗੱਲ, ਠੀਕ ਹੈ। ਤੇ ਫੰਕਸ਼ਨ, ਇਹ ਤਾਂ ਸੀਗੇ ਸ਼ਾਰਟਕਟ, ਇੱਥੇ ਫੰਕਸ਼ਨ ਵੀ ਆਉਣਾ ਸੀ ਨਾ, ਸ਼ਾਰਟਕਟ ਐਂਡ ਫੰਕਸ਼ਨ। ਚਲੋ ਕੋਈ ਨਹੀਂ, ਇਹ ਵੈਸੇ ਛੋਟੀਆਂ ਜਿਹੀਆਂ ਮਿਸਟੇਕ ਨੇ ਹਨਾ। ਫੰਕਸ਼ਨ ਫॉर ਕਰੰਟ ਡੇਟ, ਕਰੰਟ ਡੇਟ ਦੇ ਲਈ ਟੂਡੇ ਫੰਕਸ਼ਨ ਲਾ ਦਾਂਗੇ ਆਪਾਂ ਐਕਸਲ ਦੇ ਵਿੱਚ ਹਨਾ। ਤੇ ਡੇਟ ਐਂਡ ਟਾਈਮ ਦੋਨੋਂ ਡਿਸਪਲੇ ਕਰਾਉਣੇ ਨੇ, ਇਜ਼ ਇਕੁਅਲ ਟੂ ਨਾਓ ਕਰ ਦਾਂਗੇ ਆਪਾਂ। ਸੋ ਫਿਰ ਇਹਦਾ ਆਨਸਰ ਕੀ ਹੈ? A ਆਨਸਰ ਹੈ, ਠੀਕ ਹੈ। ਸੋ ਅੱਜ ਮੈਂ ਥੋੜਾ ਲੇਟ ਹੋ ਗਿਆ ਵੀਡੀਓ ਅਪਲੋਡ ਕਰਨ ਦੇ ਵਿੱਚ, ਕਿਉਂਕਿ ਮੇਰਾ ਮਾਈਕ ਦੀ ਪ੍ਰੋਬਲਮ ਆ ਰਹੀ, ਉਹਦੇ ਵਿੱਚ ਬੜੀ ਨੋਇਸ ਆ ਰਹੀ ਹੈ, ਠੀਕ ਹੈ। ਵੈਸੇ ਤਾਂ ਬੋਇਆ ਕੰਪਨੀ ਦਾ ਵਧੀਆ ਮਾਈਕ ਹੈ, ਪਰ ਪਤਾ ਨਹੀਂ ਹੁਣ ਕੀ ਉਹਦੇ 'ਚ ਦਿੱਕਤ ਆ ਰਹੀ ਹੈ ਨਾ। ਇੱਕ ਮੈਂ ਹੈਗਾ ਪਿੰਡ ਆ, ਇੱਥੇ ਤਾਂ ਹੁਣ ਮਾਈਕ ਦਾ ਕਿੱਥੋਂ ਮਿਲਣਾ ਹੈ। ਪਹਿਲਾਂ ਮੈਂ ਸੈੱਲ ਚੇਂਜ ਕਰਕੇ ਲਿਆ ਕੇ ਦੇਖਿਆ, ਸੋ ਉਹਦੇ ਨਾਲ ਬਣੀ ਨਹੀਂ ਗੱਲ। ਸੋ ਮੈਨੂੰ ਬੜਾ ਲੱਗਿਆ ਵੀ ਯਾਰ ਬੱਚੇ ਵੇਟ ਕਰ ਰਹੇ ਹੋਣਗੇ, ਆਪਾਂ ਕੰਮ ਕਰਾਈਏ ਜਲਦੀ ਜਲਦੀ ਹੈ ਨਾ। ਤੁਸੀਂ ਡਿਮਾਂਡ ਕਰ ਰਹੇ ਹੋ ਵੀ VoIP ਦੀ, ਵੀ ਕਾਫੀ ਬੱਚੇ ਕਹਿ ਰਹੇ ਵੀ VoIP ਕਰਾਓ ਹਨਾ। ਸੋ ਫਿਰ ਮੈਂ ਸੋਚਿਆ ਯਾਰ ਵੀ ਮੈਂ ਕਿੰਨਾ ਟਾਈਮ, 2 ਘੰਟੇ ਮੱਥਾ ਮਾਰੀ ਗਿਆ। ਪਹਿਲਾਂ ਲਾਈਟ ਚਲੀ ਗਈ, ਦਿਨੇ ਲਾਈਟ ਦੀ ਬੜੀ ਵੱਡੀ ਦਿੱਕਤ ਹੈ ਹਨਾ।
ਫਿਰ ਮੈਂ ਹੁਣ ਆਖਿਆ ਯਾਰ ਕੋਈ ਗੱਲ ਨਹੀਂ, ਆਪਾਂ ਸਿੰਪਲੀ ਫੋਨ ਤੇ ਉਦਾਂ ਹੀ ਬਣਾ ਦਿੰਦੇ ਆ ਹਨਾ। ਤਾਂ ਥੋੜੀ ਬਹੁਤ ਨੋਇਸ ਤੁਹਾਨੂੰ ਆਊਗੀ, ਇੰਨਾ ਕਿ ਤੁਸੀਂ ਪਲੀਜ਼ ਕੋਆਪਰੇਟ ਕਰਿਓ ਹਨਾ। ਆਸੇ-ਪਾਸੇ ਦੀਆਂ ਆਵਾਜ਼ਾਂ ਵੀ ਆਉਣਗੀਆਂ, ਘਰ ਦੇ ਵੀ ਹੁਣ ਕਿੱਥੇ ਟਿਕਦੇ ਆ, ਜਮਾਂ ਚੁੱਪ ਤਾਂ ਰਹਿ ਨਹੀਂ ਸਕਦੇ। ਸੋ ਆਸੇ-ਪਾਸੇ ਦੀਆਂ ਥੋੜੀਆਂ ਬਹੁਤ ਖੜਕਾ ਖੁੜਕਾ ਜਿਹਾ ਤੁਹਾਨੂੰ ਸੁਣੂਗਾ, ਕਮਰੇ ਦੀ ਆਵਾਜ਼ ਵੀ ਨਾਲ ਥੋੜੀ ਜਿਹੀ ਬੋਲੂਗੀ ਹਨਾ। ਤੇ ਚਲੋ ਕੋਈ ਨਹੀਂ, ਮੈਂ ਸੋਚਿਆ ਯਾਰ ਕੰਮ ਹੋਣਾ ਚਾਹੀਦਾ, ਆਪਾਂ ਥੋੜੇ ਜਿਹਾ ਔਖੇ ਵੀ ਸਾਰ ਲਾਂਗੇ, ਕੋਈ ਦਿੱਕਤ ਨਹੀਂ। ਪਰ ਇਹ ਆ ਵੀ ਇਹਦੇ ਵਿੱਚੋਂ ਕੋਈ ਨਵੀਂ ਚੀਜ਼ ਆਪਾਂ ਨੂੰ ਸਿੱਖਣ ਨੂੰ ਮਿਲ ਗਈ, ਤੇ ਜੋ ਪੇਪਰ 'ਚ ਆ ਗਈ ਤੇ ਫਿਰ ਆਪਣੀਆਂ ਕੁੱਤੀਆਂ ਦਾ ਕਹਿੰਦੇ ਵੀ ਕੰਧਾਂ ਤੇ ਚੜ੍ਹ ਹੀ ਜਾਣਗੀਆਂ ਹਨਾ। ਸੋ ਆਪਣਾ ਮੇਨ ਕੰਮ ਕੀ ਹੈ, ਕੁੱਤੀਆਂ ਹੀ ਕੰਧਾਂ ਤੇ ਚੜਾਉਣੀਆਂ, ਬਾਕੀ ਹੋਰ ਆਪਾਂ ਬਾਹਲਾ ਕੋਈ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ, ਠੀਕ ਹੈ। ਆਈ ਹੋਪ ਕਿ ਤੁਸੀਂ ਤਿਆਰੀ ਕਰ ਰਹੇ ਹੋ, ਜਮਾਂ ਪੀਕ ਤੇ ਕੰਮ ਪਹੁੰਚਿਆ ਪਿਆ, ਹੁਣ ਘਬਰਾਉਣਾ ਨਹੀਂ ਹੈਗਾ। ਮੈਂ ਵਾਰੀ-ਵਾਰੀ ਇਹੀ ਗੱਲਾਂ ਤੁਹਾਨੂੰ ਦੱਸ ਰਿਹਾ। ਸਟ੍ਰੈਸ ਮੈਨੇਜਮੈਂਟ ਰੱਖਣਾ ਹੈ, ਰਿਲੈਕਸ ਹੋ ਜਾਓ, ਲੰਬੇ ਸਾਹ ਲਵੋ, ਤੜਕੇ ਉੱਠ ਕੇ ਜ਼ਰੂਰ ਤਿੰਨ ਵਾਰੀ 10 ਕੁ ਵਾਰੀ ਸਵੇਰੇ ਉੱਠ ਕੇ ਲੰਬੇ ਸਾਹ ਜ਼ਰੂਰ ਲੈਣੇ ਨੇ। 5 ਮਿੰਟ ਦਾ ਮੈਡੀਟੇਸ਼ਨ ਕਰ ਲਓ, ਰੈਸਟ ਕਰ ਲਓ, ਦੁਪਹਿਰੇ ਕਰ ਲਓ, ਸ਼ਾਮ ਨੂੰ ਕਰ ਲਓ, 3 ਵਾਰੀ ਕਰ ਲਓ ਇਹ, ਠੀਕ ਹੈ। ਇਹ ਆਪਾਂ ਨੂੰ ਲੱਗਦਾ ਵੀ ਇਹਦੇ ਨਾਲ ਕੀ ਹੋਈ ਲੰਬੇ ਸਾਹ ਲੈਣ ਨਾਲ, ਪਰ ਇਹ ਆ ਵੀ ਆਕਸੀਜਨ ਇੱਕਦਮ ਅਸੀਂ ਦਿੰਨੇ ਆ ਸਾਡੇ ਫੇਫੜਿਆਂ ਦੇ ਵਿੱਚ, ਪੂਰੀ ਬਾਡੀ ਦੇ ਵਿੱਚ, ਉਹਦੇ ਨਾਲ ਮਨ ਦੀ ਤਾਜ਼ਗੀ ਆਪਾਂ ਨੂੰ ਮਿਲਦੀ ਹੈ, ਰਿਲੈਕਸ ਹੁੰਦਾ ਮਨ। ਕਿਉਂਕਿ ਆਪਾਂ ਲਗਾਤਾਰ ਤੁਸੀਂ ਕੰਮ ਕਰ ਰਹੇ ਹੋ ਨਾ, ਤਾਂ ਮੈਨੂੰ ਪਤਾ ਇਹਨਾਂ ਚੀਜ਼ਾਂ ਦਾ, ਕਿਉਂਕਿ ਮੈਂ ਵੀ ਸਾਰੀਆਂ ਕੀਤੀਆਂ ਹੀ ਹੋਈਆਂ ਨੇ ਇਹ। ਸਟ੍ਰੈਸ ਦੇ ਵਿੱਚ ਨਹੀਂ ਜਾਣਾ, ਹੋ ਗਿਆ ਠੀਕ ਹੈ, ਨਹੀਂ ਹੋਇਆ ਤਾਂ ਕੋਈ ਗੱਲ ਨਹੀਂ, ਹੋਰ ਬਥੇਰੇ ਪੇਪਰ ਆਉਣ ਵਾਲੇ ਆ ਯਾਰ। ਦੁਬਾਰੇ ਕਹਿੰਦੇ ਆ ਵੀ ਪੋਸਟਾਂ ਨਿਕਲਣਗੀਆਂ, ਹੁਣ 2500 ਬੰਦੇ ਰੱਖਣਗੇ, ਤਿਆਰੀ ਤੁਹਾਡੇ ਕੰਮ ਆਊਗੀ, ਠੀਕ ਹੈ। ਸੋ ਅੱਗੇ ਚੱਲਦੇ ਹਾਂ। ਚੌਥਾ ਕੁਐਸਚਨ ਹੈ, ਹਾਊ ਯੂ ਕੈਨ ਪ੍ਰੋਟੈਕਟ ਯੂਅਰ ਸਿਸਟਮ ਫਰੋਮ ਡੋਸ ਐਂਡ ਡੀਡੋਸ ਅਟੈਕਸ। ਪਹਿਲਾਂ ਆਪਾਂ ਦੇਖਦੇ ਹਾਂ ਵੀ ਡੋਸ ਤੇ ਡੀਡੋਸ ਅਟੈਕ ਕੀ ਹੁੰਦੇ ਨੇ। ਇੱਕ ਤਾਂ ਇਹਨਾਂ ਦੀ ਐਬਰੀਵੇਸ਼ਨ ਪੁੱਛ ਸਕਦਾ ਹਨਾ, ਕਿੱਧਰ ਗਿਆ, ਆ ਸੀਗਾ, ਅੱਗੇ ਚਲੀ ਗਈ ਸਲਾਈਡ। ਡੋਸ ਹੁੰਦਾ ਡਿਨਾਈਲ ਆਫ ਸਰਵਿਸਿਸ, ਡਿਨਾਈਲ ਆਫ ਸਰਵਿਸਿਸ, ਤੇ ਡੀਡੋਸ ਹੁੰਦਾ ਡਿਸਟਰੀਬਿਊਟਡ ਡਿਨਾਈਲ ਆਫ ਸਰਵਿਸਿਸ। ਵੈਸੇ ਤਾਂ ਮੈਂ ਪਹਿਲਾਂ ਵੀ ਦੱਸ ਚੁੱਕਿਆ, ਦੁਬਾਰੇ ਦੱਸ ਦੇਣਾ, ਰਿਵਾਈਜ਼ ਹੋ ਜਾਊਗਾ। ਜਦੋਂ ਆਪਾਂ ਕਿਸੇ ਵੀ ਕੰਪਿਊਟਰ ਤੇ, ਇਹ ਵਿਕਟਮ ਹੈ, ਇਹਦੇ ਤੇ ਆਪਾਂ ਹਮਲਾ ਕਰ ਦਿੰਦੇ ਆ, ਜਿੰਨੀ ਇਹ ਸਰਵਿਸ ਦੇ ਸਕਦਾ ਹੈ, ਮੰਨ ਲਓ ਇਹ 500 ਕੰਪਿਊਟਰ ਨੂੰ ਸਰਵਿਸ ਪ੍ਰੋਵਾਈਡ ਕਰ ਸਕਦਾ, ਤਾਂ ਅਸੀਂ ਚਾਹੁੰਦੇ ਆ ਕਿ ਇਹਦੇ ਰਿਸੋਰਸ ਨੂੰ ਆਪਾਂ ਕੀ ਸਲੋ ਡਾਊਨ ਕਰ ਦਈਏ, ਇਹਦੀਆਂ ਸਰਵਿਸਿਸ ਨੂੰ ਆਪਾਂ ਡਿਨਾਈ ਕਰ ਦਈਏ। ਤਾਂ ਆਪਾਂ 500 ਤੋਂ ਵੱਧ ਆਪਾਂ 1000 ਬੰਦੇ ਦੀ ਰਿਕੁਐਸਟ ਭੇਜ ਦਾਂਗੇ ਇਹਦੇ ਤੇ। 1000 ਬੰਦਿਆਂ ਨੂੰ ਹੈਂਡਲ ਨਹੀਂ ਕਰ ਸਕਦਾ, ਇਹਦੇ ਰਿਸੋਰਸ ਸਾਰੇ ਸ਼ਟ ਡਾਊਨ ਹੋ ਜਾਣਗੇ, ਠੱਪ ਹੋ ਜਾਣਗੇ ਹਨਾ। ਜਿਵੇਂ ਆਪਾਂ ਦੇਖਦੇ ਨਹੀਂ ਆਪਣੇ ਵਿਆਹਾਂ ਦੇ ਵਿੱਚ ਟੈਂਟ ਦੇ ਵਿੱਚ ਕੀ ਹਾਲ ਹੁੰਦਾ, ਜਿਹਨੂੰ ਪਿੰਡ ਵਾਲਿਆਂ ਨੂੰ ਵਾੜ ਦਿੰਦੇ ਆ, ਤੇ ਸਾਰੇ ਫਿਰ ਉੱਥੇ ਇਕੱਲੇ ਪਕੌੜੇ ਹੀ ਰਹਿ ਜਾਂਦੇ ਆ, ਪਕੌੜੇ ਵੀ ਨਹੀਂ ਰਹਿ ਜਾਂਦੇ ਹਨਾ। ਸੋ ਕੀ ਹੋ ਜਾਂਦਾ, ਸਰਵਿਸਿਸ ਨੇ ਜਿਹੜੀਆਂ ਸਾਰੀਆਂ ਡਿਨਾਈ ਹੋ ਜਾਂਦੀਆਂ ਨੇ। ਸੋ ਉਵੇਂ ਇਹ ਹੈ, ਕੰਪਿਊਟਰ ਦੇ ਵਿੱਚ ਜਿਹੜੇ ਅਟੈਕਰ ਹੁੰਦੇ ਨੇ ਉਹ ਜ਼ੋਂਬੀਜ਼ ਦੁਆਰਾ, ਮੈਂ ਲਾਸਟ ਵੀਡੀਓ ਦੇ ਵਿੱਚ ਭੁੱਲ ਗਿਆ ਸੀ ਉਹਨੂੰ ਕੀ ਕਹਿੰਦੇ ਸੀ, ਬੌਟ ਜਾਂ ਉਹਨੂੰ ਜ਼ੋਂਬੀਜ਼ ਕਹਿੰਦੇ, ਮੈਨੂੰ ਦੇਖ ਕੇ ਯਾਦ ਆ ਗਿਆ ਨਾ, ਬੌਟ ਵੀ ਬੋਲਦੇ ਆ ਇਹਨੂੰ, ਜ਼ੋਂਬੀਜ਼। ਉਹ ਵਾਲਾ ਕੰਪਿਊਟਰ ਜਿਹੜਾ ਕੰਪਰੋਮਾਈਜ਼ਡ ਹੋ ਚੁੱਕਿਆ, ਜਿਹੜਾ ਕਹਿ ਲਓ ਵੀ ਉਹਨੂੰ ਕੋਈ ਹੋਰ ਕੰਟਰੋਲ ਕਰ ਰਿਹਾ। ਮੰਨ ਲਓ ਮੇਰਾ ਕੰਪਿਊਟਰ ਆ, ਲੈਪਟਾਪ, ਮੈਂ ਤੁਹਾਨੂੰ ਪੜ੍ਹਾ ਰਿਹਾ, ਹੋ ਸਕਦਾ ਇਹ ਕਿਸੇ ਦੇ ਹੋਰ ਅੰਡਰ ਕੰਟਰੋਲ ਹੋਵੇ, ਤਾਂ ਉੱਥੇ ਫਿਰ ਇਹ ਜ਼ੋਂਬੀ ਹੋ ਜਾਊਗਾ। ਤਾਂ ਅਟੈਕਰ ਹੁੰਦਾ ਜਿਹੜਾ, ਉਹ ਬਾਕੀ ਕੰਪਿਊਟਰਾਂ ਨੂੰ ਆਪਦੇ ਕੰਟਰੋਲ 'ਚ ਲੈ ਕੇ ਵਿਕਟਮ ਤੇ ਅਟੈਕ ਕਰ ਦਿੰਦਾ, ਇਹਨੂੰ ਬੋਲਦੇ ਨੇ ਡਿਨਾਈਲ ਆਫ ਸਰਵਿਸਿਸ। ਇਹਦੀਆਂ ਸਰਵਿਸਿਸ ਉਹਨੇ ਡਿਨਾਈ ਕਰਤੀਆਂ। ਤੇ ਜੇ ਇਹੀ ਅਟੈਕ ਵੱਖੋ ਵੱਖਰੀ ਲੋਕੇਸ਼ਨ ਤੋਂ ਹੋ ਰਿਹਾ ਹੋਵੇ ਤਾਂ ਉਹਨੂੰ ਬੋਲਦੇ ਆ ਡਿਸਟਰੀਬਿਊਟਡ ਡਿਨਾਈਲ ਆਫ ਸਰਵਿਸਿਸ। ਕਲੀਅਰ ਹੋਈ ਗੱਲ। ਤਾਂ ਇਹਦੇ ਵਿੱਚੋਂ ਪੁੱਛ ਰਿਹਾ, ਕਹਿੰਦਾ ਇਹਨੂੰ ਪ੍ਰੀਵੈਂਟ ਕਰਨ ਦੇ ਕਿਹੜੇ ਤਰੀਕੇ ਹੋ ਸਕਦੇ ਨੇ। ਪਹਿਲਾ ਹੈਗਾ ਇੰਪਲੀਮੈਂਟ ਰਾਊਟਰ ਫਿਲਟਰਸ, ਦਿਸ ਵਿਲ ਲੈਸਨ ਯੂਅਰ ਐਕਸਪੋਜ਼ਰ ਟੂ ਸਰਟਨ ਡੋਸ ਅਟੈਕਸ। ਤਾਂ ਇਹ ਗੱਲ ਠੀਕ ਹੈ ਵੀ ਅਨੇਬਲ ਕੋਟਾ ਸਿਸਟਮ ਔਨ ਯੂਅਰ ਆਪਰੇਟਿੰਗ ਸਿਸਟਮ ਇਫ ਦੇ ਆਰ ਅਵੇਲੇਬਲ। ਕੋਟਾ ਸਿਸਟਮ, ਇਹ ਮੈਂ ਦੋਨੇ ਚੀਜ਼ਾਂ ਦੱਸਦਾ ਤੁਹਾਨੂੰ ਕੀ ਹੁੰਦੀਆਂ ਨੇ। ਤੇ ਇਹਨਾਂ ਚੋਂ ਪੁੱਛਿਆ ਕਿਹੜਾ, ਹਾਊ ਕੈਨ ਯੂ ਪ੍ਰੋਟੈਕਟ, ਕਿਹੜੇ ਤਰੀਕੇ ਨਾਲ ਤੁਸੀਂ ਪ੍ਰੋਟੈਕਟ ਕਰ ਸਕਦੇ ਹੋ, ਮਤਲਬ ਟਰੂ ਦੱਸਣਾ ਦੋਨਾਂ ਦੇ ਵਿੱਚੋਂ, ਠੀਕ ਹੈ। ਤਾਂ ਆਪਾਂ ਦੇਖਦੇ ਹਾਂ ਵੀ ਪ੍ਰੀਵੈਂਸ਼ਨ ਆਫ ਡੋਸ ਐਂਡ ਡੀ ਡੋਸ ਅਟੈਕ ਆਪਾਂ ਕਿਵੇਂ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਕ੍ਰੀਏਟ ਏ ਡੋਸ ਰਿਸਪੌਂਸ ਪਲਾਨ। ਡੋਸ ਜਾਂ ਡੀ ਡੋਸ ਦੋਨਾਂ ਦੇ ਲਈ ਸੇਮ ਹੈ ਇਹ। ਕਹਿੰਦਾ ਇਹਦਾ ਰਿਸਪੌਂਸ ਪਲਾਨ ਬਣਾਓ। ਮੰਨ ਲਓ ਹੁਣ ਆਪਣੇ ਫਲੱਡ ਆ ਗਿਆ, ਹੜ੍ਹ ਆ ਗਿਆ, ਹੜ੍ਹਾਂ ਨੇ ਤਾਂ ਆਉਣਾ ਹੀ ਹੈ ਹੁਣ ਹਨਾ। ਹੁਣ ਜਿਵੇਂ ਆਪਣੇ ਘੱਗਰ ਦਰਿਆ ਆਉਂਦਾ ਹੈਗਾ, ਉਹ ਪਟਿਆਲਾ, ਮਾਨਸਾ ਤੇ ਇੱਕ ਪਤਾ ਨਹੀਂ ਹੋਰ ਕਿਹੜੇ ਜ਼ਿਲ੍ਹੇ 'ਚ ਆਉਂਦਾ, ਤੁਸੀਂ ਪੜ੍ਹਿਆ ਵੀ ਹੋਣਾ। ਸੋ ਉਹਦੇ ਲਈ ਰਿਸਪੌਂਸ ਪਲਾਨ ਤਾਂ ਹੋਣਾ ਚਾਹੀਦਾ ਨਾ। ਜੇ ਚਲੋ ਕੋਈ ਗੱਲ ਨਹੀਂ, ਫਲੱਡ ਆ ਗਿਆ, ਨੈਚੁਰਲ ਹੈ, ਸੀਜ਼ਨਲ ਹੈ, ਉਹ ਫਲੱਡ ਆ ਗਿਆ, ਉਹਦੇ ਲਈ ਰਿਸਪੌਂਸ ਪਲਾਨ ਹੋਣਾ ਚਾਹੀਦਾ। ਤਾਂ ਉਵੇਂ ਹੀ ਡੋਸ ਹੋ ਗਿਆ, ਕੋਈ ਗੱਲ ਨਹੀਂ, ਰਿਸਪੌਂਸ ਪਲਾਨ ਤਿਆਰ ਹੋਣਾ ਚਾਹੀਦਾ। ਰਿਸਪੌਂਸ ਪਲਾਨ ਅਸੀਂ ਕਿਹਦੇ ਤੋਂ ਤਿਆਰ ਕਰਾਵਾਂਗੇ, ਐਕਸਪਰਟ ਤੋਂ, ਜਿਹੜੇ ਸਿਕਿਉਰਿਟੀ ਐਨਾਲਿਸਿਸਟ ਹੁੰਦੇ ਨੇ, ਜਿਹੜਾ ਇੰਜੀਨੀਅਰ ਹੁੰਦੇ ਨੇ। ਫਿਰ ਅਗਲਾ ਪੁਆਇੰਟ ਹੈ ਸਿਕਿਉਰ ਯੂਅਰ ਇਨਫਰਾਸਟਰਕਚਰ। ਉਹਨੂੰ ਸਿਕਿਉਰ ਕਿਵੇਂ ਕਰਾਂਗੇ ਅਸੀਂ, ਫਾਇਰਵਾਲ ਵਗੈਰਾ ਇੰਸਟਾਲ ਕਰ ਲਾਂਗੇ ਹਨਾ। ਫਿਰ ਅੰਡਰਸਟੈਂਡਿੰਗ ਦੀ ਵਾਰਨਿੰਗ ਸਾਈਨ। ਕਈ ਵਾਰੀ ਸਾਨੂੰ ਵਾਰਨਿੰਗ ਆ ਰਹੀਆਂ ਹੁੰਦੀਆਂ ਨੇ, ਜਿਵੇਂ ਭੁਚਾਲ ਆਉਂਦਾ, ਆਪਾਂ ਨੂੰ ਕੁੱਤੇ ਭੌਂਕਣ ਲੱਗ ਜਾਂਦੇ, ਆਪਾਂ ਊਂ ਹੀ ਭੌਂਕੀ ਜਾਂਦਾ ਯਾਰ ਹਨਾ, ਵੀ ਇਹਦੇ 2 ਮਾਰੋ ਚੱਕ ਕੇ ਟੰਬੇ ਹਨਾ, ਕਹਿ ਦਿੰਦੇ ਆ ਨਾ ਆਪਾਂ ਮੋਸਟਲੀ ਇਹ। ਤਾਂ ਉਹ ਵਾਰਨਿੰਗ ਹੈ, ਸਾਨੂੰ ਅਬੇਸਲੇ ਨਹੀਂ ਹੋਣਾ ਚਾਹੀਦਾ। ਕੋਈ ਵੀ ਰਿਸਕ ਆਉਂਦਾ ਧਿਆਨ ਤਾਂ ਕਰਨਾ ਹੀ ਚਾਹੀਦਾ। ਰਾਤ ਨੂੰ ਆਪਣੇ ਕਈ ਵਾਰੀ ਕੋਈ ਖੜਕਾ ਹੋ ਜਾਂਦਾ, ਆਪਾਂ ਉੱਠ ਕੇ ਦੇਖਦੇ ਹਾਂ, ਆਪਾਂ ਫਿਰ ਵੀ ਘੋਲ ਕਰਦੇ ਹਾਂ, ਪਸ਼ੂ ਕਰਦੇ ਹੋਣਗੇ ਯਾਰ ਹਨਾ, ਮੱਝਾਂ ਕਰਦੀਆਂ ਹੋਣਗੀਆਂ, ਪਰ ਘਰ ਦੇ ਅਵੇਅਰ ਹੁੰਦੇ ਨੇ। ਕਈ ਵਾਰੀ ਕੋਈ ਚੀਜ਼ਾਂ ਐਵੇਂ ਦੀਆਂ ਮਿਸ ਹੈਪਨਿੰਗ ਹੋ ਰਹੀ ਹੋਵੇ ਤਾਂ ਪਤਾ ਲੱਗ ਜਾਂਦਾ ਆਪਾਂ ਨੂੰ।
ਠੀਕ ਹੈ। ਅਗਲਾ ਪੁਆਇੰਟ ਹੈ ਮੋਨੀਟਰ ਫॉर ਦੀ ਅਨਯੂਜ਼ਲ ਐਕਟੀਵਿਟੀ। ਕਹਿੰਦਾ ਅਨਯੂਜ਼ਲ ਐਕਟੀਵਿਟੀ ਨੂੰ ਮੋਨੀਟਰ ਕਰੋ। ਕੋਈ ਵੀ ਚੀਜ਼ ਸ਼ੱਕ ਦੇ ਆਧਾਰ ਤੇ, ਹੁਣ ਆਪਣੇ ਵੱਡੇ ਬਜ਼ੁਰਗ ਨੇ, ਜੇ ਕੋਈ ਆਪਣੇ ਗੇਟ ਦੇ ਸਾਹਮਣੇ 2-3 ਵਾਰੀ ਗੇੜੇ ਮਾਰ ਗਿਆ, ਉਹ ਬੈਠੇ ਕਹਿੰਦੇ ਯਾਰ 3-4 ਵਾਰੀ ਗੇੜੇ ਕੋ ਮਾਰ ਗਿਆ, ਆਪਾਂ ਨੂੰ ਲੜ ਲੰਗ ਪੈਣਾ ਵੀ ਬਾਪੂ ਬਹਿ ਜਾ ਯਾਰ, ਕਿਉਂ ਮੱਥਾ ਮਾਰੀ ਨਾ, ਅਗਲੇ ਨੂੰ ਕੋਈ ਕੰਮ ਹੋਊਗਾ। ਤਾਂ ਉਹ ਕੀ ਕਰ ਰਹੇ ਹੁੰਦੇ ਨੇ, ਉਹ ਮੋਨੀਟਰਿੰਗ ਕਰ ਰਹੇ ਹੁੰਦੇ, ਐਨਾਲਿਸਿਸ ਕਰ ਰਹੇ ਹੁੰਦੇ। ਆਪਾਂ ਪਿੰਡ ਦੇ ਵਿੱਚ ਸੱਤ ਦੇ ਵਿੱਚ ਜਾਂਦੇ ਆ, ਉੱਥੇ ਵੀ ਬੰਦੇ ਦੇਖਦੇ ਯਾਰ ਵੀ ਬੰਦਾ ਗੈਰ ਲੱਗਦਾ, ਇੱਥੋਂ ਦੀ ਕਿਵੇਂ ਗੇੜੇ ਮਾਰ ਗਿਆ। ਤਾਂ ਬਾਅਦ ਚ ਜਦੋਂ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ, ਫਿਰ ਬੰਦੇ ਕਹਿੰਦੇ ਯਾਰ ਉੱਥੋਂ ਦੀ ਟੱਪਿਆ ਸੀ, ਅਸੀਂ ਦੇਖਿਆ ਸੀ, ਹੈ ਨਾ। ਸੋ ਕੀ ਕਰ ਰਹੇ ਹੁੰਦੇ ਨੇ, ਮੋਨੀਟਰਿੰਗ ਕਰ ਰਹੇ ਹੁੰਦੇ ਨੇ। ਇਹਦਾ ਮਤਲਬ ਕੀ ਹੈ ਕਿ ਰਾਊਟਰ, ਕੰਪਿਊਟਰ ਜਿਹਨੂੰ ਕਿਵੇਂ ਕਰ ਸਕਦੇ ਆਪਾਂ, ਰਾਊਟਰ ਦੇ ਵਿੱਚ ਆਪਾਂ ਫਿਲਟਰ ਲਗਾ ਦਈਏ। ਰਾਊਟਰ ਫਿਲਟਰ ਉਹੀ ਉਹ ਪੁੱਛ ਰਿਹਾ ਸੀ ਆਪਾਂ ਨੂੰ, ਹਨਾ। ਅਗਲਾ ਹੈਗਾ ਅਡੋਪਟ ਕਲਾਊਡ ਬੇਸਡ ਸਰਵਿਸਿਜ਼। ਕਹਿੰਦਾ ਅਸੀਂ ਕਲਾਊਡ ਤੋਂ ਸਰਵਿਸਿਜ਼ ਲੈ ਲਈਏ, ਰੈਮ ਚਾਹੀਦੀ ਹੈ ਸਾਨੂੰ, ਕੋਈ ਵੀ ਸੌਫਟਵੇਅਰ ਚਾਹੀਦੇ ਨੇ, ਅਸੀਂ ਆਪਦੇ ਸਿਸਟਮ ਦੇ ਵਿੱਚ ਨਾ ਪਾਈਏ, ਕਲਾਊਡ ਤੋਂ ਲੈ ਲਈਏ। ਜਦੋਂ ਅਸੀਂ ਕਲਾਊਡ ਤੋਂ ਲੈ ਲਾਂਗੇ, ਇੰਟਰਨੈਟ ਤੋਂ ਲੈ ਲਾਂਗੇ, ਤਾਂ ਉਹ ਚੀਜ਼ ਹੈ ਜਿਹੜੀ ਪ੍ਰੋਟੈਕਟਡ ਹੈ, ਕਿਉਂਕਿ ਇੰਟਰਨੈਟ ਦੀ ਜ਼ਿਆਦਾ ਸਿਕਿਉਰਿਟੀ ਹੈ। ਦੂਜੀ ਗੱਲ ਕਿ ਕਲਾਊਡ ਦਾ ਲੋਕੇਸ਼ਨ ਜਿਹੜੀ ਹਾਈਡ ਕੀਤੀ ਹੁੰਦੀ ਹੈ। ਬਹੁਤ ਸਾਰੀਆਂ ਕੰਪਨੀਜ਼ ਨੇ ਜਿਹੜੀਆਂ ਇਹ ਨਹੀਂ ਪਤਾ ਲੱਗਦਾ ਵੀ ਡਾਟਾ ਸੈਂਟਰ ਕਿੱਥੇ ਬਣੇ ਨੇ। ਫੇਸਬੁੱਕ ਦੇ, ਐਮਾਜ਼ੋਨ ਦੇ, ਉਹਨਾਂ ਨੇ ਡਾਟਾ ਸੈਂਟਰ ਆਪਦੇ ਪਹਾੜਾਂ 'ਚ ਬਣਾਏ ਹੋਏ ਨੇ। ਕਿਉਂ? ਕਿਉਂਕਿ ਜੇ ਕੱਲ ਨੂੰ ਕੋਈ ਬੰਦਾ ਅਟੈਕ ਵੀ ਕਰਦੇ, ਅਗਲੇ ਨੂੰ ਕੀ ਪਤਾ ਲੱਗੂ ਕਿੱਥੇ ਡਾਟਾ ਸੈਂਟਰ ਬਣਾਏ ਨੇ। ਜਾਂ ਉਹਨਾਂ ਨੇ ਬੇਸਮੈਂਟ ਪੱਟ ਕੇ, ਤੁਸੀਂ ਹਾਲੀਵੁੱਡ ਮੂਵੀ ਦੇ ਵਿੱਚ ਵੀ ਦੇਖਿਆ ਹੋਣਾ, ਜਿੱਥੋਂ ਲੱਭਣਾ ਔਖਾ ਹੋ ਜੇ, ਹੈ ਨਾ, ਉੱਥੇ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਫਿਰ ਹੈਗਾ ਅਪਡੇਟ ਐਵਰੀਥਿੰਗ ਰੈਗੂਲਰਲੀ। ਸਾਰਾ ਕੁਝ ਸਾਨੂੰ ਅਪਡੇਟ ਕਰਨਾ ਚਾਹੀਦਾ ਚੀਜ਼ਾਂ ਦੇ ਨਾਲ, ਠੀਕ ਹੈ। ਇਹ ਤਾਂ ਗੱਲ ਹੋ ਗਈ ਪਹਿਲੀ, ਠੀਕ, ਕਿ ਇੰਪਲੀਮੈਂਟ ਰਾਊਟਰ ਫਿਲਟਰ। ਰਾਊਟਰ ਦੇ ਵਿੱਚ ਫਿਲਟਰ ਹੋਣਾ ਚਾਹੀਦਾ, ਪਤਾ ਲੱਗੇ ਹਰੇਕ ਟ੍ਰੈਫਿਕ ਨੂੰ ਉਹ ਛਾਣਬੀਣ ਕਰਕੇ ਭੇਜੇ ਵੀ ਨੁਕਸਾਨ ਤਾਂ ਨਹੀਂ। ਦੂਜਾ ਕਹਿੰਦਾ ਕੋਟਾ ਇਨ ਆਪਰੇਟਿੰਗ ਸਿਸਟਮ। ਕੋਟਾ ਕੀ ਹੁੰਦਾ? ਕੋਟਾ ਆਰ ਦੀ ਆਪਸ਼ਨਲ ਫੀਚਰ ਆਫ ਏ ਆਪਰੇਟਿੰਗ ਸਿਸਟਮ ਦੈਟ ਅਲਾਉ ਯੂ ਟੂ ਲਿਮਿਟ ਦੀ ਅਮਾਊਂਟ ਆਫ ਡਿਸਕ ਸਪੇਸ। ਤੁਸੀਂ ਕਹਿੰਦਾ ਕੋਟਾ ਲਾ ਸਕਦੇ ਹੋ। ਜਿਵੇਂ ਆਪਾਂ ਕਹਿਤਾ ਵੀ ਕੋਈ ਬੰਦਾ ਆਪਣੇ ਕੋਈ ਚੀਜ਼ ਲੈਣ ਆ ਗਿਆ ਘਰੋਂ, ਕੋਈ ਆਪਣੇ ਕਣਕ ਲੈਣ ਆ ਗਿਆ, ਆਪਾਂ ਕਹਿਤਾ ਵੀ ਲਿਮਿਟ ਲਾਤੀ ਵੀ ਯਾਰ ਤੂੰ 3 ਮਣ ਲਿਜਾ ਸਕਦਾ, ਇਦੋਂ ਵੱਧ ਲਿਜਾ ਨਹੀਂ ਸਕਦਾ 1 ਮਹੀਨੇ 'ਚ, ਕਿਉਂਕਿ ਸਾਡੇ ਕੋਲੋਂ ਹੀ ਮੁੱਕ ਜੂਗੀ। ਉਵੇਂ ਹੀ ਕੋਈ ਵੀ ਬੰਦਾ ਆਵੇ, ਉਹਨੂੰ ਅਸੀਂ ਸਾਰੀਆਂ ਚੀਜ਼ਾਂ ਦਾ ਐਕਸੈਸ ਨਾ ਦੇਈਏ, ਉਹਨੂੰ ਅਸੀਂ ਲਿਮਿਟ ਲਗਾ ਦਈਏ। ਕੋਈ ਬੰਦਾ ਕੰਪਿਊਟਰ ਚਲਾਵੇ, ਕੋਈ ਆਪਣਾ ਫੋਨ ਆਪਾਂ ਬੱਚਿਆਂ ਨੂੰ ਫੜਾਉਣੇ ਆ, ਤਾਂ ਆਪਾਂ ਕੀ ਕਰਦੇ ਆ, ਆਪਾਂ ਡਾਇਲਰ ਨੂੰ ਲੌਕ ਲਾ ਦਿੰਦੇ ਆ ਵੀ ਯਾਰ ਊਂ ਹੀ ਨਾ ਫੋਨ ਲਾ ਦੇਣ ਕਿਸੇ ਨੂੰ, ਕਿਉਂਕਿ ਬੱਚੇ ਫੜਦੇ ਆ, ਪਹਿਲੀਆਂ ਜਿਹੜਾ ਨੰਬਰ ਆਇਆ ਹੁੰਦਾ ਉਹ ਡਾਇਲ ਕਰ ਦਿੰਦੇ ਆ। ਆਪਾਂ ਘਰੇ ਮੋਸਟਲੀ ਫੜਾਉਣੇ ਆ ਤਾਂ ਆਪਾਂ ਡਾਇਲਰ ਨੂੰ ਲੌਕ ਲਾ ਦਿੰਦੇ ਆ। ਜਾਂ ਆਪਾਂ ਚਾਹੁੰਦੇ ਆ ਵੀ ਸਾਡਾ ਕੋਈ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਨੇ, ਕੋਈ ਆਪਣੇ ਪਏ ਹੁੰਦੇ ਨੇ ਕੈਮ ਸਕੈਨਰ 'ਚ, ਉਹਨੂੰ ਆਪਾਂ ਲੌਕ ਲਾ ਦਿੰਦੇ ਆ, ਬੱਚੇ ਡਿਲੀਟ ਨਾ ਕਰ ਦੇਣ। ਵਟਸਐਪ ਨੂੰ ਵੀ ਆਪਾਂ ਲੌਕ ਲਾ ਦਿੰਦੇ ਆ ਵੀ ਐਵੇਂ ਕਿਸੇ ਨੂੰ ਭੇਜ ਦੇਣਗੇ ਕੁਛ ਚੱਕ ਕੇ, ਹੈ ਨਾ। ਸੋ ਉਹ ਉਵੇਂ ਹੀ ਹੁੰਦਾ ਕੋਟਾ, ਵੀ ਅਮਾਊਂਟ ਆਫ ਸਪੇਸ ਤੇ ਜਾਂ ਰਿਸੋਰਸਿਸ ਤੇ ਆਪਾਂ ਕੀ ਕਰ ਦਈਏ, ਲਿਮਿਟ ਲਗਾ ਦਈਏ। ਤਾਂ ਇਹ ਕਿਸੇ ਆਪਰੇਟਿੰਗ ਸਿਸਟਮ ਦੇ ਵਿੱਚ ਹੁੰਦਾ। ਜਿਵੇਂ ਸਿਸਟਮ ਪ੍ਰੋਪਰਟੀ ਹੈ, ਸੀ ਡਰਾਈਵ ਹੈ, ਇਹਦੇ ਵਿੱਚ ਕੋਟਾ ਹੈ, ਤਾਂ ਇੱਥੋਂ ਆਪਾਂ ਕੋਟਾ ਲਗਾ ਸਕਦੇ ਹਾਂ। ਤਾਂ ਉਹੀ ਗੱਲ ਇਹ ਕਹਿ ਰਿਹਾ, ਹੈ ਨਾ। ਕਹਿੰਦਾ ਅਨੇਬਲ ਕੋਟਾ ਸਿਸਟਮ ਔਨ ਯੂਰ ਆਪਰੇਟਿੰਗ ਸਿਸਟਮ ਇਫ ਦੇ ਆਰ ਅਵੇਲੇਬਲ। ਕਹਿੰਦਾ ਜੇਕਰ ਕੋਟਾ ਸਿਸਟਮ ਹੈਗਾ ਤਾਂ ਤੁਸੀਂ ਲਾ ਦਿਓ। ਤਾਂ ਦੋਨੇ ਗੱਲਾਂ ਹੀ ਠੀਕ ਨੇ, ਇਹ ਬੋਥ 1 ਐਂਡ 2 ਆਰ ਟਰੂ, ਆ ਮੈਂ ਆਲਰੇਡੀ ਦੱਸ ਚੁੱਕਿਆ, ਠੀਕ ਹੈ। ਅਗਲਾ ਕੁਐਸਚਨ ਹੈ ਇਨ MS ਐਕਸਲ 2019 ਵਿੱਚ ਉਹਦੀ ਫੋਲੋਇੰਗ ਪੇਅਰਸ ਆਫ ਫੰਕਸ਼ਨ ਟਾਈਪ ਇਜ਼ ਕਰੈਕਟ। ਦੇਖੋ ਕਰੈਕਟ ਹੈ, ਇਹ ਤਾਂ ਆਪਾਂ ਗੋਲ ਸਰਕਲ ਲਾਉਣਾ ਹੀ ਲਾਉਣਾ ਹੈ। ਤੇ ਇਹ ਫੰਕਸ਼ਨ ਕਹਿੰਦਾ ਇੰਜੀਨੀਅਰਿੰਗ ਦਾ ਪਾਰਟ ਹੈ, OC2 ਹੈਕਸ। ਇਹ ਹੁੰਦਾ ਆਕਟਲ 2 ਹੈਕਸਾ। ਆਪਾਂ ਨੂੰ ਪਤਾ ਨੰਬਰ ਸਿਸਟਮ ਹੁੰਦਾ ਹੈ ਨਾ ਕੰਪਿਊਟਰ ਦੇ ਵਿੱਚ, ਥੋੜਾ ਜਿਹਾ ਦੱਸ ਦੇਣਾ, ਨੰਬਰ ਸਿਸਟਮ ਹੋ ਸਕਦਾ ਇਹਦੇ ਚੋਂ ਪੁੱਛ ਲੈ ਕੁਐਸਚਨ, ਪੁੱਛਿਆ ਤਾਂ ਹੈ ਨਹੀਂ ਹਜੇ ਤੱਕ। ਨੰਬਰ ਸਿਸਟਮ ਆਪਣੇ ਕੋਲੇ ਬਾਈਨਰੀ ਹੋ ਸਕਦਾ, ਆਕਟਲ ਹੋ ਸਕਦਾ, ਡੈਸੀਮਲ ਤੇ ਹੈਕਸਾਡੈਸੀਮਲ। ਬਾਈਨਰੀ ਦੇ ਵਿੱਚ 2 ਹੀ ਅੱਖਰ ਹੁੰਦੇ ਨੇ, 0 ਤੇ 1। ਆਕਟਲ ਦੇ ਵਿੱਚ 0 1 2 ਅਪ ਟੂ 7 ਤੱਕ। ਡੈਸੀਮਲ ਦੇ ਵਿੱਚ 0 1 2 ਅਪ ਟੂ 9 ਤੱਕ। ਹੈਕਸਾ ਦੇ ਵਿੱਚ 0 ਤੋਂ 9 ਤੇ A ਤੋਂ F। ਇਹ ਤਾਂ ਸੀਗੇ ਡਿਜਿਟਸ। ਤੇ ਕੁੱਲ ਗਿਣਤੀ 'ਚ ਕਿੰਨੇ ਹੁੰਦੇ ਨੇ? ਬਾਈਨਰੀ ਦੇ ਵਿੱਚ 2 ਨੇ, ਆਕਟਲ ਦੇ ਵਿੱਚ 8 ਹੋ ਗਏ, 0 ਤੋਂ ਲੈ ਕੇ 7 ਤੱਕ 8 ਹੋ ਗਏ। ਡੈਸੀਮਲ ਦੇ ਵਿੱਚ ਕਿੰਨੇ ਹੁੰਦੇ ਨੇ? 0 ਤੋਂ 9 ਤੱਕ 10 ਹੋ ਗਏ। ਹੈਕਸਾ ਦੇ ਵਿੱਚ 0 ਤੋਂ 9 ਤੱਕ 10 ਹੋ ਗਏ, A ਤੋਂ F ਤੱਕ 6 ਹੋ ਗਏ। ਤਾਂ ਟੋਟਲ ਕਿੰਨੇ ਹੁੰਦੇ ਨੇ? 6। ਉਹੀ ਇਹਦਾ ਬੇਸ ਹੁੰਦਾ। ਬੇਸ ਕੀ ਹੁੰਦਾ? ਕਿਸੇ ਵੀ ਨੰਬਰ ਸਿਸਟਮ ਦਾ ਬੇਸ ਕੀ ਹੁੰਦਾ ਕਿ ਜਿੰਨੇ ਉਸ ਨੰਬਰ ਸਿਸਟਮ ਦੇ ਵਿੱਚ ਡਿਜਿਟਸ ਹੁੰਦੇ ਨੇ ਉਹਨੂੰ ਬੇਸ ਬੋਲਦੇ ਆ। ਬਾਈਨਰੀ 2 ਨੇ, 0 ਤੇ 1 ਦਾ ਬੇਸ 2 ਹੈ, ਆਕਟਲ ਦਾ ਬੇਸ 8 ਹੈ, ਡੈਸੀਮਲ ਦਾ ਬੇਸ 10 ਹੈ, ਹੈਕਸਾ ਦਾ ਬੇਸ 16 ਹੈ। ਤਾਂ ਇੱਕ ਇੱਥੇ ਬਹੁਤ ਇੰਪੋਰਟੈਂਟ ਗੱਲ ਯਾਦ ਰੱਖਣ ਵਾਲੀ ਹੈ, ਕੰਪਿਊਟਰ ਕਿਹੜਾ ਨੰਬਰ ਸਿਸਟਮ ਫੋਲੋ ਕਰਦਾ? ਉਹ ਬਾਈਨਰੀ ਨੰਬਰ ਸਿਸਟਮ ਫੋਲੋ ਕਰਦਾ, ਜਾਂ ਬੇਸ 2 ਵਾਲਾ, ਠੀਕ ਹੈ। ਇਹੀ ਆਪਸ਼ਨ ਆ ਜਾਣ ਵਿੱਚ ਉਹਦੀ ਫੋਲੋਇੰਗ ਨੰਬਰ ਸਿਸਟਮ ਯੂਜ਼ਡ ਬਾਈ ਕੰਪਿਊਟਰ 2 8 10 16, ਤਾਂ ਆਨਸਰ ਹੋਊਗਾ 2। ਕਈ ਵਾਰੀ ਆਪਾਂ ਨੂੰ ਇੱਥੇ ਪਤਾ ਕਿਵੇਂ ਫਸਾਉਂਦਾ, ਨੈਟ ਵਾਲਿਆਂ ਨੂੰ ਪੁੱਛਦਾ ਹੁੰਦਾ ਕੁਐਸਚਨ, ਉਹ ਕਹਿੰਦਾ 8 ਬਿਟ 8 ਬਿਟ ਕੰਪਿਊਟਰ ਸਿਸਟਮ ਕਿਹੜਾ ਨੰਬਰ ਸਿਸਟਮ ਫੋਲੋ ਕਰਦਾ? ਅਸੀਂ ਆਰਾਮ ਨਾਲ ਲਾ ਦਿੰਦੇ ਵੀ 8 ਬਿਟ ਆਕਟਲ ਵਾਲਾ। ਇਹ ਆਨਸਰ ਗਲਤ ਹੋ ਜੂ। ਜਾਂ ਉਹ ਕਹਦੇ
16 ਬਿਟ ਕੰਪਿਊਟਰ ਹੈ, ਕਿਹੜਾ ਨੰਬਰ ਸਿਸਟਮ ਫੋਲੋ ਕਰਦਾ, ਤਾਂ ਅਸੀਂ 16 ਲਾ ਦਾਂਗੇ। ਤਾਂ ਕੰਪਿਊਟਰ ਚਾਹੇ 8 ਬਿਟ ਹੈ, ਚਾਹੇ 16 ਬਿਟ, ਚਾਹੇ 32, ਚਾਹੇ 64, ਚਾਹੇ ਜਿੰਨੇ ਬਿਟ ਹੈ, ਚਾਹੇ ਲੱਖ ਬਿਟ ਹੈ, ਉਹ ਹਮੇਸ਼ਾ ਹੀ ਬਾਈਨਰੀ ਨੰਬਰ ਸਿਸਟਮ ਯੂਜ਼ ਕਰਦਾ। ਇਹ ਆਪਾਂ ਯਾਦ ਰੱਖਣੀ ਹੈ ਗੱਲ, ਠੀਕ ਹੈ। ਸੋ ਹੁਣ ਕੰਪਿਊਟਰ ਨੂੰ ਇਹ ਸਮਝ ਆਉਂਦਾ, ਅਸੀਂ ਇਹਨੂੰ ਵੀ ਵਰਤ ਲੈਂਦੇ ਹਾਂ ਆਪਦੀ ਸਹੂਲਤ ਦੇ ਲਈ। ਤਾਂ ਫਿਰ ਇੱਕ ਦੂਜੇ ਦੇ ਵਿੱਚ ਕਨਵਰਜਨਾਂ ਹੁੰਦੀਆਂ ਨੇ। ਨੈਟ ਵਾਲਿਆਂ ਨੂੰ ਮੈਂ ਚੰਗੀ ਤਰ੍ਹਾਂ ਕਰਾਇਆ ਹੋਇਆ ਟੌਪਿਕ, ਇਹ ਕਲਾਸ ਦੇ ਵਿੱਚ ਕਰਾਇਆ ਹੋਇਆ, ਆਨਲਾਈਨ ਨਹੀਂ ਕਰਾਇਆ ਹੋਇਆ। ਸੋ ਆਕਟਲ ਨੂੰ ਡੈਸੀਮਲ 'ਚ ਕਨਵਰਟ ਕਰਦੇ ਆ, ਹੈਕਸਾ ਨੂੰ ਡੈਸੀਮਲ 'ਚ, ਡੈਸੀਮਲ ਨੂੰ ਆਕਟਲ 'ਚ, ਆਕਟਲ ਨੂੰ ਬਾਈਨਰੀ 'ਚ। ਸੋ ਉਹੀ ਕਨਵਰਜਨ ਦਾ ਫੰਕਸ਼ਨ ਐਕਸਲ ਦੇ ਵਿੱਚ ਵੀ ਅਵੇਲੇਬਲ ਹੈ, ਆਕਟਲ ਟੂ ਹੈਕਸਾ, ਯਾਨੀ ਕਿ ਇਹਦੇ ਤੋਂ ਲੈ ਕੇ ਇਹਦੇ ਵਿੱਚ ਹੈਕਸਾ। ਸੋ ਇਹ ਇੰਜੀਨੀਅਰਿੰਗ ਦਾ ਪਾਰਟ ਹੈ। ਜਿਵੇਂ ਔਡ ਐਫ ਪ੍ਰਾਈਜ਼, ਇਹ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਦਾ ਪਾਰਟ ਹੈ। ਕਹਿੰਦਾ ਆਪਾਂ ਦੇਖ ਲੈਂਦੇ ਹਾਂ। ਤਾਂ ਇਹ ਆਪਣੇ ਕੋਲ ਹੈਗਾ ਇੰਜੀਨੀਅਰਿੰਗ ਵਾਲੀਆਂ ਐਪਲੀਕੇਸ਼ਨਾਂ, ਇੰਜੀਨੀਅਰਿੰਗ ਦੇ ਫੰਕਸ਼ਨ ਨੇ। ਇੰਜੀਨੀਅਰਿੰਗ ਦੇ ਵਿੱਚ ਆ ਪਏ ਨੇ ਸਭ ਤੋਂ ਥੱਲੇ, ਆਕਟਲ ਟੂ ਬਾਈਨਰੀ, ਆਕਟਲ ਟੂ ਡੈਸੀਮਲ, ਆਕਟਲ ਟੂ ਹੈਕਸਾਡੈਸੀਮਲ। ਸੋ ਪਹਿਲੀ ਗੱਲ ਤਾਂ ਠੀਕ ਹੋ ਗਈ। ਦੂਸਰਾ ਫਾਈਨੈਂਸ਼ੀਅਲ ਦੇ ਵਿੱਚ ਆ ਪਏ ਨੇ। ਫਾਈਨੈਂਸ਼ੀਅਲ ਦੇ ਵਿੱਚ ਕੀ ਸੀਗਾ, ਜਿਹੜਾ ਔਡ ਐਫ ਪ੍ਰਾਈਜ਼, ਠੀਕ ਹੈ। ਸੋ NP, ਇਹਨਾਂ ਦੋਨਾਂ ਦੇ ਕੁਐਸਚਨ ਪੁੱਛ ਚੁੱਕਿਆ ਹੋ ਪਹਿਲਾਂ, NPER ਤੇ NPB, ਇਹਦੇ ਤੇ ਵੀ ਆਪਾਂ ਕਰ ਚੁੱਕੇ ਹਾਂ ਨਾ, ਤੁਹਾਨੂੰ ਯਾਦ ਹੋਣਾ, ਇਹਨਾਂ ਦੇ ਸਾਰਿਆਂ ਦੇ ਕੁਐਸਚਨ ਪੁੱਛਿਆ ਜਾ ਚੁੱਕੇ। ਸੋ ਇਹ ਤਾਂ ਫਿਰ ਦੋਨੋਂ ਹੀ ਠੀਕ ਨੇ, ਬੋਥ 1 and 2, ਠੀਕ ਹੈ। ਅਗਲਾ ਕੁਐਸਚਨ ਹੈ, ਕਹਿੰਦਾ ਵਿਦ ਦੀ ਸਟਾਰਟ ਆਫ ਸੋਸ਼ਲ ਮੀਡੀਆ। ਇਹ ਨਾ ਕੁਐਸਚਨ ਪੰਜਾਬੀ ਦੇ ਵਿੱਚ ਸੀਗਾ, ਮੈਨੂੰ ਬੜਾ ਤਾਂ ਦੇਖੋ ਕਨਵਰਟ ਜਾਂ ਨਹੀਂ ਕਰਨਾ ਆਇਆ, ਜਿੰਨਾ ਕਿ ਮੈਨੂੰ ਆਇਆ ਉਹਨਾਂ ਕਿ ਮੈਂ ਲਿਖਤਾ, ਪਰ ਮੀਨਿੰਗ ਇਹਦਾ ਇਹੀ ਹੈ। ਹੋ ਸਕਦਾ ਮੇਰੀ ਇੰਗਲਿਸ਼ ਹੈ ਜਿਹੜੀ ਉਹ ਪ੍ਰੋਪਰਲੀ ਠੀਕ ਨਾ ਹੋਵੇ, ਦੇ ਹਿਸਾਬ ਨਾਲ ਤੁਸੀਂ ਕਿਸੇ ਤੋਂ ਹੋਰ ਪੜ੍ਹਿਆ ਹੋਵੇ ਤੇ ਕੁਝ ਹੋਰ ਲਿਖਿਆ ਹੋਵੇ, ਪਰ ਮੀਨਿੰਗ ਜੋ ਕਹਿ ਰਿਹਾ ਸੀ ਗੱਲ, ਉਹ ਮੈਂ ਸਹੀ ਟਰਾਂਸਲੇਟ ਕੀਤੀ ਹੈ। ਕਹਿੰਦਾ ਵਿਦ ਦੀ ਸਟਾਰਟ ਆਫ ਸੋਸ਼ਲ ਮੀਡੀਆ ਦੀ ਨਿਊ ਆਰਟ ਮੀਡੀਆ ਇਨਕਲੂਡ ਦੀ ਡੈਸ਼ ਐਂਡ ਸਪਰੈਡ ਇਟਸੈਲਫ। ਕਹਿੰਦਾ ਸੋਸ਼ਲ ਮੀਡੀਆ ਦੇ ਸਟਾਰਟ ਹੋਣ ਦੇ ਨਾਲ ਨਵਾਂ ਆਰਟ ਮੀਡੀਆ ਹੋਇਆ, ਇਨਕਲੂਡ ਕੀਤਾ, ਆਪਣੇ ਆਪ 'ਚ ਇਨਕਲੂਡ ਕੀਤਾ, ਤੇ ਜਿਹਨੇ ਸਪਰੈਡ ਕੀਤਾ। ਜਿਵੇਂ ਕੋਈ ਚੀਜ਼ ਸ਼ੁਰੂ ਹੋਈ, ਉਹਨੇ ਆਪਦੇ ਆਪ 'ਚ ਹੋਰ ਚੀਜ਼ਾਂ ਐਡ ਕਰਕੇ ਆਪਦਾ ਘੇਰਾ ਵਧਾ ਲਿਆ, ਉਹੀ ਚੀਜ਼ ਕਹਿ ਰਿਹਾ। ਆਰਟਿਸਟਿਕ ਕੰਪਿਊਟਰ ਗੇਮ ਦੇ ਤਾਂ ਹੈਗਾ ਹੀ ਆ, ਕੰਪਿਊਟਰ ਦੇ ਵਿੱਚ ਤਾਂ ਬਹੁਤ ਸਾਰੀਆਂ ਗੇਮਾਂ ਆ ਗਈਆਂ। ਬੱਚੇ ਕਿੰਨੀ ਐਡਿਕਸ਼ਨ ਹੋ ਗਈ ਸੀ ਬੰਦਿਆਂ ਨੂੰ, ਹੈ ਨਾ, ਕਰੋਨਾ ਦੇ ਵਿੱਚ। ਮੋਬਾਈਲ ਵਾਲੀਆਂ, ਕੰਪਿਊਟਰ ਵਾਲੀਆਂ ਇੱਕੋ ਹੀ ਗੱਲ ਆ, ਉਹ ਸੋਸ਼ਲ ਮੀਡੀਆ ਦੀਆਂ ਗੇਮ ਸੀ। ਆਨਲਾਈਨ ਲੋਕਾਂ ਨੇ PUBG ਬਥੇਰੀ ਖੇਡੀ, ਤੇ ਆਹ ਇੱਕ ਹੋਰ ਸੀਗੀ ਲੂਡੋ, ਹੈ ਨਾ। ਸੋ ਬੜੀਆਂ ਇਹ ਚੱਲੀਆਂ ਗੇਮਾਂ, ਤੇ ਇਹਦੇ ਨਾਲ ਸੋਸ਼ਲ ਮੀਡੀਆ ਵਧਿਆ, ਹੈ ਨਾ, ਪੈਸੇ ਪੂਸੇ ਜਿੱਤਣ ਲੱਗ ਗਏ ਲੋਕ, ਚੈਟਿੰਗ ਕਰਨ ਲੱਗ ਗਏ। ਸੋ ਇਹ ਗੱਲ ਠੀਕ ਹੈ। ਡਿਸਪਲੇ ਪੋਇਟਰੀ, ਇਹ ਵੀ ਹੈ ਵੀ ਪੋਇਟਰੀ ਵਗੈਰਾ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਹੋਰ ਚੀਜ਼ਾਂ ਵਧੀਆ, ਲੋਕ ਰੀਲਾਂ ਬਣਾ ਕੇ ਪਾਉਣ ਲੱਗ ਗਏ। ਪਹਿਲਾਂ ਰਾਈਟਰਾਂ ਦਾ ਜਿਹੜਾ ਇੰਨਾ ਕੰਮ ਨਹੀਂ ਚੱਲਦਾ ਸੀ, ਪਰ ਅੱਜ ਕੱਲ੍ਹ ਰਾਈਟਰ ਨੇ ਜਿਹੜੇ, ਉਹਨਾਂ ਦੀ ਫੇਸ ਵੈਲਿਊ ਵੀ ਅੱਗੇ ਆਉਣ ਲੱਗ ਗਈ, ਕਿਉਂਕਿ ਉਹ ਰੀਲਾਂ ਰੂਲਾਂ ਪਾਉਣ ਲੱਗ ਗਏ, ਪੋਇਟਰੀ ਪਾਉਣ ਲੱਗ ਗਏ, ਹੈ ਨਾ। ਸੋ ਫਿਰ ਉਸ ਤੋਂ ਬਾਅਦ ਹੈ ਵਰਚੁਅਲ ਆਰਟ। ਵਰਚੁਅਲ ਆਰਟ ਵੀ ਆਪਾਂ ਕੰਪਿਊਟਰ ਦੇ ਵਿੱਚ, ਆ ਦੇਖੋ, ਆਰਟ ਬਣਾ ਸਕਦੇ ਹਾਂ। ਇਹ ਆਰਟ ਹੈ, ਬਟ ਵਰਚੁਅਲ ਹੀ ਹੈ, ਇਹ ਪੇਜ ਤੇ ਨਹੀਂ ਹੈਗੀ। ਸੋ ਤਿੰਨੋਂ ਹੀ ਚੀਜ਼ਾਂ ਨੇ, ਇਹ ਆਨਸਰ ਇਹਦਾ ਇਹ ਹੈ, ਤਿੰਨੋਂ ਠੀਕ ਨੇ, ਠੀਕ ਹੈ। ਅਗਲਾ ਕੁਐਸਚਨ ਕਹਿੰਦਾ ਮੈਚ ਦੀ ਫੋਲੋਇੰਗ ਰਿਗਾਰਡਿੰਗ ਜਨਰੇਸ਼ਨ ਆਉਣਾ ਸੀ ਇੱਥੇ ਬਾਈ, STES ਦਾ ਤਾਂ ਬੜਾ ਚੱਕਰ ਹੈ ਆਪਣਾ ਯਾਰ। ਮੈਚ ਦੀ ਫੋਲੋਇੰਗ ਰਿਗਾਰਡਿੰਗ ਜਨਰੇਸ਼ਨਸ ਆਫ ਕੰਪਿਊਟਰਸ, ਠੀਕ ਹੈ। ਤੇ ਕਹਿੰਦਾ ਸੈਕੰਡ ਜਨਰੇਸ਼ਨ ਦੇ ਵਿੱਚ ਆਪਾਂ ਨੂੰ ਪਤਾ ਟਰਾਂਜਿਸਟਰ ਹੈ ਨਾ, ਤੇ ਫੋਰਥ ਜਨਰੇਸ਼ਨ ਦੇ ਵਿੱਚ ਮਾਈਕਰੋ ਪ੍ਰੋਸੈਸਰ ਹੈ, ਪਤਾ ਹੀ ਆਪਾਂ ਪੜ੍ਹਾ ਚੁੱਕੇ ਮੈਂ ਆਲਰੇਡੀ ਤੁਹਾਨੂੰ। ਤੇ ਫਿਫਥ ਦੇ ਵਿੱਚ ਹੈਗਾ AI। ਤੀਜੇ ਦਾ ਹੈਗਾ ਤੀਜੇ ਦਾ ਤੀਜਾ ਕਿਹੜੇ 'ਚ ਹੈ, ਇੱਕ 'ਚ ਹੀ ਹੈ ਨਾ, ਫਿਰ ਦੋ 'ਚ ਹੈ ਯਾਰ। ਆ ਆਪਣੇ ਕੱਟੇ ਗਏ, ਤੀਜੇ ਦਾ ਤੀਜਾ, ਪਹਿਲੇ ਦੂਜਾ ਤਾਂ ਆਨਸਰ A ਹੋਣਾ ਚਾਹੀਦਾ, ਠੀਕ ਹੈ। ਇਹ ਜਨਰੇਸ਼ਨਾਂ ਨੇ, ਬਹੁਤ ਵਾਰੀ ਕਰਾ ਚੁੱਕੇ ਹਾਂ। ਵੈਕਿਊਮ ਟਿਊਬ ਪਹਿਲੀ 'ਚ, ਟਰਾਂਜਿਸਟਰ ਦੂਜੀ 'ਚ, IC ਤੀਸਰੀ ਦੇ ਵਿੱਚ, ਫੋਰਥ ਦੇ ਵਿੱਚ VLSI ਜਾਂ ਮਾਈਕਰੋ ਪ੍ਰੋਸੈਸਰ, ਚੌਥੀ ਦੇ ਵਿੱਚ ULSI ਹੁੰਦਾ ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ। ਇਹਦੀ ਐਬਰੀਵੇਸ਼ਨ ਪੁੱਛ ਚੁੱਕਿਆ। VLSI ਹੁੰਦਾ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ। ਤੇ AI ਜਿਹੜਾ ਹੈਗਾ ਆਰਟੀਫਿਸ਼ੀਅਲ ਇੰਟੈਲੀਜੈਂਸ, ਇਹ 5ਵੀਂ ਜਨਰੇਸ਼ਨ ਦੇ ਵਿੱਚ ਹੈ। ਦੂਜੀ ਜਨਰੇਸ਼ਨ ਦੇ ਵਿੱਚ ਮੈਂ ਬਹੁਤ ਵਾਰੀ ਦੱਸ ਚੁੱਕਿਆ, ਬੈਚ ਆਪਰੇਟਿੰਗ ਸਿਸਟਮ, ਬੈਚ BATCH। ਪਹਿਲੀ ਜਨਰੇਸ਼ਨ ਦੇ ਵਿੱਚ ਮਸ਼ੀਨ ਲੈਂਗੁਏਜ ਜਾਂ ਬਾਈਨਰੀ ਤੇ ਜਾਂ ਲੋ ਲੈਵਲ ਲੈਂਗੁਏਜ। ਦੂਸਰੀ ਦੇ ਵਿੱਚ ਅਸੈਂਬਲੀ ਲੈਂਗੁਏਜ, ਤੇ ਬਾਕੀ ਸਾਰੀਆਂ ਦੇ ਵਿੱਚ ਹਾਈ ਲੈਵਲ ਲੈਂਗੁਏਜ। ਇਹ ਵੀ ਤੁਹਾਨੂੰ ਪਤਾ ਹੋਣਾ, ਹੈ ਨਾ। ਸੋ ਇਹ ਮੈਂ ਦੱਸ ਚੁੱਕਿਆ, ਮਸ਼ੀਨ ਲੈਂਗੁਏਜ ਆਲਰੇਡੀ, ਹੈ ਨਾ। ਸੋ ਇਹ ਦੇਖ ਲਿਓ। ਸੋ ਫਿਰ ਆਨਸਰ A ਹੈ ਇਹਦਾ। ਅਗਲਾ ਕੁਐਸਚਨ ਦੇਖਦੇ ਹਾਂ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਟਰੂ। ਕਹਿੰਦਾ ਹੇਠ ਲਿਖਿਆ ਚੋਂ ਕਿਹੜਾ ਟਰੂ ਹੈ। ਦੇਖੋ, ਟਰੂ ਨੂੰ ਤਾਂ ਆਪਾਂ ਸਰਕਲ ਮਾਰਕ ਕਰ ਲਾਂਗੇ। ਲਾਈਨਿਕਸ ਇਜ਼ ਓਪਨ ਸੋਰਸ ਆਪਰੇਟਿੰਗ ਸਿਸਟਮ। ਕਹਿੰਦਾ ਲਾਈਨਿਕਸ ਇੱਕ ਓਪਨ ਸੋਰਸ ਆਪਰੇਟਿੰਗ ਸਿਸਟਮ ਹੈ। ਇਹ ਓਪਨ ਸੋਰਸ ਮੈਂ ਨਹੀਂ ਕਰਵਾਇਆ, ਕਿਉਂਕਿ ਹਜੇ ਤੱਕ ਕੋਈ ਐਵੇਂ ਦਾ ਕੁਐਸਚਨ ਹੀ ਨਹੀਂ ਆਇਆ ਸੀ। ਜਿਹੜੇ ਬੱਚਿਆਂ ਨੇ ਕਲਾਸ ਲਾਈ ਹੈ ਉਹਨਾਂ ਨੂੰ ਪਤਾ ਹੋਣਾ, ਮੈਂ ਕਿਉਂਕਿ ਕਲਾਸ 'ਚ ਕਰਾਇਆ ਹੋਇਆ। ਅੱਗੇ ਹੈਗਾ ਲਾਈਨਿਕਸ ਇਜ਼ ਏ ਮਲਟੀਟਾਸਕਿੰਗ ਐਂਡ ਮਲਟੀ ਪ੍ਰੋਸੈਸਿੰਗ ਆਪਰੇਟਿੰਗ ਸਿਸਟਮ। ਤਾਂ ਇਹ ਆਪਾਂ ਦੇਖ ਲੈਂਦੇ ਹਾਂ। ਤਿੰਨੋਂ ਚੀਜ਼ਾਂ ਪਹਿਲਾਂ ਥਿਊਰੀ ਸਮਝ ਗਏ,
ਕਿਉਂਕਿ ਕੁਐਸਚਨ ਦਾ ਆਨਸਰ ਤਾਂ ਜੇ ਮੈਂ ਤੁਹਾਨੂੰ ਦੱਸ ਦਿਆਂ ਵੀ ਦੋਨੋਂ ਹੀ ਠੀਕ ਨੇ, ਚੱਕੋ ਜੀ ਅਗਲੇ ਤੇ ਚੱਲਦੇ ਹਾਂ, ਉਹਦੇ ਨਾਲ ਕੀ ਹੋ ਜਾਊਗਾ? ਕੋਈ ਫਾਇਦਾ ਨਹੀਂ ਹੋਇਆ ਤੁਹਾਨੂੰ। ਫਾਇਦਾ ਤਾਂ ਹੈ ਜੇ ਮੈਂ ਟੌਪਿਕ ਸਮਝਾਵਾਂ, ਤਾਂ ਹੀ ਆਪਾਂ, ਤੁਹਾਨੂੰ ਪਤਾ ਹੀ ਹੈ, ਤਾਂ ਹੀ ਤੁਸੀਂ ਬਹੁਤ ਸਾਰਾ ਐਪਰੀਸ਼ੀਏਟ ਵੀ ਕਰ ਰਹੇ ਹੋ ਉਹਨਾਂ ਚੀਜ਼ਾਂ ਨੂੰ, ਹੈ ਨਾ। ਮੈਨੂੰ ਵਧੀਆ ਲੱਗ ਰਿਹਾ ਕਿ ਮੈਂ ਤੁਹਾਨੂੰ ਵੱਖਰੇ ਤਰੀਕੇ ਨਾਲ ਪੜ੍ਹਾ ਲਿਆ। ਪੜ੍ਹਾਉਣ ਨੂੰ ਤਾਂ ਮੈਂ ਵੱਖਰੇ ਤਰੀਕੇ ਨਾਲ ਪੜ੍ਹਾਈ ਜਾਵਾਂ, ਪਰ ਜੇ ਤੁਹਾਨੂੰ ਚੀਜ਼ ਵਧੀਆ ਲੱਗਣੀ ਜ਼ਰੂਰੀ ਹੈ ਨਾ। ਜੇ ਤੁਸੀਂ ਉਹਦੇ ਵਿੱਚ ਤੁਹਾਨੂੰ ਆਨੰਦ ਆ ਰਿਹਾ, ਨਜ਼ਾਰਾ ਆ ਰਿਹਾ, ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ। ਤਾਂ ਤੁਸੀਂ ਸ਼ੇਅਰ ਵੀ ਕੀਤਾ, ਮੈਨੂੰ ਪਤਾ ਹੈ ਵੀ ਆਪਣੇ ਸਬਸਕ੍ਰਾਈਬਰ ਆਲਮੋਸਟ ਨੇੜੇ ਨੇ, 1000 ਹੋਣ ਵਾਲੇ ਨੇ। ਆਪਾਂ 1000 ਦਾ ਟਾਰਗੇਟ ਰੱਖਿਆ ਸੀ ਤੁਹਾਡੇ ਪੇਪਰ ਤੋਂ ਪਹਿਲਾਂ, ਸੋ ਉਹ ਟਾਰਗੇਟ ਤੁਸੀਂ ਛੇਤੀ ਲੈ ਲਿਆ, ਪਹਿਲਾਂ ਹੀ ਕਰਵਾਤਾ ਕੰਮ, ਹੈ ਨਾ। ਸੋ ਮੈਨੂੰ ਬਹੁਤ ਵਧੀਆ ਲੱਗ ਰਿਹਾ, ਤਾਂ ਹੀ ਮੈਂ ਆਊਟ ਆਫ ਦਾ ਬਾਕਸ ਜਾ ਕੇ ਵੀ ਵੀਡੀਓ ਬਣਾ ਰਿਹਾ, ਠੀਕ ਹੈ। ਮਾਈਕ ਨਹੀਂ ਚੱਲ ਰਿਹਾ, ਪਰ ਕੋਈ ਗੱਲ ਨਹੀਂ, ਮੇਰਾ ਗਲਾ ਵੀ ਜਿਵੇਂ ਜ਼ਿਆਦਾ ਮੈਂ ਉੱਚਾ ਨਹੀਂ ਬੋਲ ਸਕਦਾ। ਦਿਨ ਦੇ ਵਿੱਚ ਦੀ ਮੈਂ 2-2 ਵੀਡੀਓ ਵੀ ਬਣਾਈਆਂ ਨੇ, ਪਰ ਹੁਣ ਜ਼ੋਰ ਜ਼ਿਆਦਾ ਲਾਤਾ। ਤੇ ਪਰ ਹੁਣ ਇਹ ਆ ਵੀ ਹੁਣ ਆਪਾਂ ਕਹਿ ਲਓ ਵੀ ਖਤਮ ਨਹੀਂ ਕਰਨੇ ਪਟਾਕੇ, ਹਜੇ ਵੀ ਤੁਹਾਡਾ ਪੇਪਰ ਹੈਗਾ ਜਨਾ, ਉੱਥੋਂ ਤੱਕ ਆਪਾਂ ਕੋਸ਼ਿਸ਼ ਕਰਾਂਗੇ, ਸਾਥ ਦੇਵਾਂਗੇ ਤੁਹਾਡਾ, ਠੀਕ ਹੈ। ਸੋ ਪਹਿਲਾਂ ਆਪਾਂ ਦੇਖਦੇ ਹਾਂ ਵੀ ਓਪਨ ਸੋਰਸ ਆਪਰੇਟਿੰਗ ਸਿਸਟਮ ਕੀ ਹੁੰਦਾ। ਦੇ ਕੋਈ ਵੀ ਪ੍ਰੋਗਰਾਮ ਹੈ ਜਿਹੜਾ ਸੀ ਲੈਂਗੁਏਜ ਦਾ ਪ੍ਰੋਗਰਾਮ ਹੈ, ਇਹ ਹਾਈ ਲੈਵਲ ਦੇ ਵਿੱਚ ਲਿਖਿਆ ਜਾਂਦਾ। ਕਿਉਂ ਲਿਖਿਆ ਜਾਂਦਾ? ਕਿਉਂਕਿ ਹਿਊਮਨ ਨੂੰ, ਇਨਸਾਨਾਂ ਨੂੰ ਹਾਈ ਲੈਵਲ ਸਮਝ ਆਉਂਦੀ ਹੈ ਤੇ ਕੰਪਿਊਟਰ ਨੂੰ ਲੋ ਲੈਵਲ ਸਮਝ ਆਉਂਦੀ ਹੈ। ਤਾਂ ਪਹਿਲਾਂ ਆਪਾਂ ਹਾਈ 'ਚ ਲਿਖਾਂਗੇ। ਟਰਾਂਸਲੇਟਰ ਇੱਕ ਸੌਫਟਵੇਅਰ ਹੋਊਗਾ ਜਿਹੜਾ ਹਾਈ ਲੈਵਲ ਨੂੰ ਲੋ ਲੈਵਲ ਦੇ ਵਿੱਚ ਕਨਵਰਟ ਕਰ ਦੂਗਾ। ਇਹ ਟਰਾਂਸਲੇਟਰ 3 ਹੋ ਸਕਦੇ ਨੇ: ਇੰਟਰਪ੍ਰੇਟਰ, ਕੰਪਾਈਲਰ ਤੇ ਤੀਸਰਾ ਹੁੰਦਾ ਅਸੈਂਬਲਰ, ਠੀਕ ਹੈ। ਇਹ 3 ਆਪਣੇ ਕੋਲੇ ਟਰਾਂਸਲੇਟਰ ਹੁੰਦੇ ਨੇ। ਤਾਂ ਹਾਈ ਲੈਵਲ ਦੇ ਵਿੱਚ ਜਿਹੜਾ ਪ੍ਰੋਗਰਾਮ ਲਿਖਿਆ ਜਾਊਗਾ ਉਹਨੂੰ ਆਪਾਂ ਸੋਰਸ ਕੋਡ ਬੋਲ ਦਿਆਂਗੇ। ਜਿਹੜਾ ਲੋ ਲੈਵਲ 'ਚ ਹੋਊਗਾ ਉਹਨੂੰ ਆਬਜੈਕਟ ਕੋਡ, ਇਹਨੂੰ ਮਸ਼ੀਨ ਲੈਂਗੁਏਜ ਵੀ ਬੋਲ ਦਿੰਦੇ ਆ, ਮਸ਼ੀਨ ਲੈਂਗੁਏਜ 'ਚ ਲਿਖਿਆ ਜਾਊਗਾ, ਹੈ ਨਾ। ਹੁਣ ਜ਼ਿਆਦਾਤਰ ਕੰਪਨੀਆਂ ਕੀ ਕਰਦੀਆਂ ਨੇ, ਉਹ ਆਪਾਂ ਨੂੰ ਇਹ ਕੋਡ ਨਹੀਂ ਦਿੰਦੇ। ਕਿਉਂ? ਕਿਉਂਕਿ ਇਹਦੇ ਤੋਂ ਤਾਂ ਸਾਨੂੰ ਪਤਾ ਹੀ ਲੱਗ ਜਾਊਗਾ ਵੀ ਸੌਫਟਵੇਅਰ ਬਣਿਆ ਕਿਵੇਂ ਹੈ, ਕਿਵੇਂ ਲਿਖਿਆ ਗਿਆ। ਜਿਵੇਂ ਇੱਥੇ ਵਧੀਆ ਐਗਜ਼ਾਮਪਲ ਲੈਂਦੇ ਹੁੰਦੇ ਆਪਾਂ ਰੈਸਟੋਰੈਂਟ ਦੀ। ਰੈਸਟੋਰੈਂਟ ਵਾਲੇ ਕੋਈ ਡਿਸ਼ ਬਹੁਤ ਵਧੀਆ ਬਣਾਉਂਦੇ ਨੇ, ਜਿਵੇਂ ਪਟਿਆਲੇ ਦੇ ਵਿੱਚ ਸਾਧੂ ਰਾਮ ਦੇ ਕੀ ਹੁੰਦੇ ਨੇ, ਭੁੱਲ ਗਿਆ ਮੈਂ, ਕਚੋਰੀਆਂ। ਹਾਂ, ਕਚੋਰੀਆਂ ਬਹੁਤ ਜ਼ਿਆਦਾ ਫੇਮਸ ਹੈ। ਹੁਣ ਹੈ ਤਾਂ ਸੌਖੀ ਕਚੋਰੀ, ਪਰ ਉਹਦਾ ਇੱਕ ਰੈਸਪੀ ਹੈ। ਜੇ ਉਹ ਆਪਾਂ ਨੂੰ ਰੈਸਪੀ ਵੀ ਦੇ ਦੇ, ਕਚੋਰੀਆਂ ਵੀ ਦੇ ਦੇ, ਤਾਂ ਫਿਰ ਉਹਦੀ ਕੋਲ ਕਚੋਰੀਆਂ ਲੈਣ ਕੌਣ ਜਾਊਗਾ, ਹੈ ਨਾ। ਤਾਂ ਉਹ ਆਪ ਬਣਾ ਸਕਦੇ ਆ ਨਾ ਆਪਾਂ। ਐਵੇਂ ਜਿਹੜੇ ਵੱਡੇ ਰੈਸਟੋਰੈਂਟ ਹੁੰਦੇ ਨੇ, ਉਹਨਾਂ ਦੇ ਪੇਟੈਂਟ ਕਰਾਏ ਹੁੰਦੇ ਨੇ ਆਪਦੇ, ਤਾਂ ਉਹ ਕਿਸੇ ਨੂੰ ਨਹੀਂ ਦੱਸਦੇ ਰੈਸਪੀ, ਉਹ ਡਿਸ਼ ਬਣਾ ਕੇ ਦੇ ਦਿੰਦੇ ਨੇ, ਤਾਂ ਉਹਨਾਂ ਨੇ ਪੈਸੇ ਕਮਾਉਣੇ ਨੇ। ਉਵੇਂ ਹੀ ਕੰਪਨੀਆਂ ਇਹ ਨਹੀਂ ਦੱਸਦੀਆਂ ਵੀ ਕੋਡ ਲਿਖਿਆ ਕਿਵੇਂ ਗਿਆ। ਜਿਵੇਂ ਮਾਈਕਰੋਸਾਫਟ ਦੀ ਵਿੰਡੋ ਹੈ, ਮਾਈਕਰੋਸਾਫਟ ਦਾ ਕੋਈ ਵੀ ਪ੍ਰੋਡਕਟ ਹੈ ਜਿਹੜਾ ਓਪਨ ਸੋਰਸ ਨਹੀਂ ਆ, ਉਹਦਾ ਉਹ ਕੋਡ ਨਹੀਂ ਦਿੰਦੇ ਆਹ ਵਾਲਾ, ਉਹ ਤੁਹਾਨੂੰ ਆਹ ਫਾਈਲ ਦੇ ਦਿੰਦੇ ਨੇ। ਕਿਉਂਕਿ ਕੰਪਿਊਟਰ ਦੇ ਵਿੱਚ ਤਾਂ ਇਹ ਵੀ ਫਾਈਲ ਚੱਲਦੀ ਹੈ 01 ਵਾਲੀ, ਕੰਪਿਊਟਰ ਨੇ ਤਾਂ ਇਹੀ ਚਲਾਉਣੀ ਹੈ। ਤਾਂ ਆਪਾਂ ਜਿਹੜਾ ਵੀ ਸੌਫਟਵੇਅਰ ਡਾਊਨਲੋਡ ਕਰਦੇ ਹਾਂ, ਮੋਸਟਲੀ ਉਹ ਬਾਈਨਰੀ ਲੈਂਗੁਏਜ ਦੇ ਵਿੱਚ ਹੁੰਦਾ। .exe ਫਾਈਲ ਹੁੰਦੀ, ਤੁਸੀਂ ਚੈੱਕ ਕਰਿਓ, ਥੱਲੇ ਲਿਖਿਆ ਹੋਊਗਾ ਸੌਫਟਵੇਅਰ .exe, ਮਤਲਬ ਕਿ ਐਗਜ਼ੀਕਿਊਟੇਬਲ ਫਾਈਲ। ਤਾਂ ਇਸੇ ਨੂੰ ਹੀ ਬੋਲ ਦਿੰਦੇ ਆਪਾਂ। ਜੇਕਰ ਕੋਈ ਕੰਪਨੀ ਕੋਈ ਸੌਫਟਵੇਅਰ ਆਹ ਵਾਲਾ ਕੋਡ ਵੀ ਦੇ ਦੇ, ਆਹ ਵੀ ਦੇ ਦੇ, ਤਾਂ ਆਹ ਸੋਰਸ ਸੀ ਜਿਹੜਾ ਉਹਨੇ ਓਪਨ ਰੱਖਤਾ, ਇਹਨੂੰ ਬੋਲ ਦਿੰਦੇ ਆ ਓਪਨ ਸੋਰਸ, ਠੀਕ ਹੈ। ਜਿਵੇਂ ਸਭ ਤੋਂ ਵੱਡਾ ਓਪਨ ਸੋਰਸ ਆਪਰੇਟਿੰਗ ਸਿਸਟਮ ਐਂਡਰੋਇਡ ਹੈ। ਐਂਡਰੋਇਡ ਜਿਹੜਾ ਆਪਣੇ ਫੋਨਾਂ 'ਚ ਵਰਤਿਆ ਜਾਂਦਾ, ਇਹ ਓਪਨ ਸੋਰਸ ਹੈ। ਤੇ ਓਪਨ ਸੋਰਸ ਤੇ ਕਲੋਜ਼ ਸੋਰਸ, ਜਿਹੜਾ ਸੌਫਟਵੇਅਰ ਦਾ ਇਹ ਵਾਲਾ ਕੋਡ ਨਾ ਮਿਲੇ ਉਹਨੂੰ ਆਪਾਂ ਕਲੋਜ਼ਡ ਸੋਰਸ ਬੋਲ ਦਿੰਦੇ ਆ, ਜਾਂ ਪ੍ਰੋਪਰਾਈਟਰੀ ਸੌਫਟਵੇਅਰ ਵੀ ਬੋਲਿਆ ਜਾਂਦਾ। ਤਾਂ ਪ੍ਰੋਪਰਾਈਟਰੀ ਸੌਫਟਵੇਅਰ ਦੇ ਆਪਣੇ ਫਾਇਦੇ ਨੇ, ਓਪਨ ਸੋਰਸ ਦੇ ਆਪਣੇ ਫਾਇਦੇ ਨੇ। ਜੇਕਰ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਤਾਂ ਓਪਨ ਸੋਰਸ ਦੇ ਵਿੱਚ ਜ਼ਿਆਦਾ ਡਿਵੈਲਪਮੈਂਟ ਹੁੰਦੀ ਹੈ। ਕਿਉਂ? ਕਿਉਂਕਿ ਆਪਾਂ ਲੋਕਾਂ ਨੂੰ ਇਨਕਲੂਡ ਕਰ ਲੈਂਦੇ ਹਾਂ, ਬਾਕੀ ਦੀ ਦੁਨੀਆ ਵੀ। ਆਈਡੀਆ ਤਾਂ ਹਰੇਕ ਦੇ ਮਨ 'ਚ ਆ ਸਕਦਾ ਨਾ। ਹੁਣ ਮੈਂ ਤੁਹਾਨੂੰ ਪੜ੍ਹਾ ਰਿਹਾ, ਤੁਸੀਂ ਮੈਨੂੰ ਕੋਈ ਆਈਡੀਆ ਦੇ ਸਕਦੇ ਹੋ ਵੀ ਐਂ ਕੀਤਾ ਜਾ ਸਕਦਾ, ਤਾਂ ਮੈਂ ਬਹੁਤ ਸਾਰੇ ਨੇ, ਮੈਂ ਬੱਚਿਆਂ ਦੇ ਆਈਡੀਆ ਹੀ ਇੰਪਲੀਮੈਂਟ ਕੀਤੇ ਨੇ, ਹੈ ਨਾ। ਤਾਂ ਤੁਸੀਂ ਮੇਰੇ ਲਈ, ਆਪਾਂ ਇੱਕ ਫੈਮਿਲੀ ਦੀ ਤਰ੍ਹਾਂ ਕੰਮ ਕਰਨਾ। ਆਪਾਂ ਕੋਈ ਮੈਨੂੰ ਇਹ ਨਹੀਂ ਹੈਗਾ ਵੀ ਆਪਾਂ ਚੀਜ਼ਾਂ ਨੂੰ, ਮੇਰਾ ਕੋਸ਼ਿਸ਼ ਹੈ ਜ਼ਿਆਦਾ ਤੋਂ ਜ਼ਿਆਦਾ ਵੀ ਆਪਾਂ ਫ੍ਰੀ ਰੱਖੀਏ, ਠੀਕ ਹੈ। ਤੇ ਚਲੋ ਠੀਕ ਹੈ ਵੀ ਹਰ ਬੰਦੇ ਨੂੰ ਕੁਛ ਨਾ ਕੁਛ ਤਾਂ ਚਾਹੀਦਾ ਹੀ ਹੁੰਦਾ, ਵੀ ਜਦੋਂ ਬੰਦਾ ਟਾਈਮ ਲਾ ਰਿਹਾ। ਇਹ ਤਾਂ ਨਹੀਂ ਮੈਂ ਕਹਿੰਦਾ ਵੀ ਮੈਂ ਜਮਾਂ ਹੀ ਫ੍ਰੀ ਕਰਾ ਰਿਹਾ, ਹੈ ਨਾ। ਪਰ ਮੈਨੂੰ ਇਹ ਹੈ ਵੀ ਮੈਂ ਪੈਸੇ ਤੁਹਾਡੇ ਸਟੂਡੈਂਟ ਤੋਂ ਨਹੀਂ ਕਮਾਉਣੇ, ਆਪਾਂ ਪੈਸੇ YouTube ਤੋਂ ਕਮਾਉਣੇ ਆ, ਠੀਕ ਹੈ। ਸਾਫ਼ ਜੀ ਤੇ ਸਿੱਧੀ ਜੀ ਗੱਲ ਹੈ ਕਿ ਜਦੋਂ ਆਪਣੇ ਵਿਊ ਜ਼ਿਆਦਾ ਵਧਣਗੇ, ਆਪਣੇ ਨਾਲ ਸਬਸਕ੍ਰਾਈਬਰ ਬੰਦੇ ਜ਼ਿਆਦਾ ਜੁੜਨਗੇ, ਤੇ ਪੈਸੇ ਆਪਾਂ ਨੂੰ ਕਿਹਨੇ ਦੇਣੇ? YouTube ਨੇ ਦੇਣੇ ਆ। ਆਪਾਂ ਤੁਹਾਡੇ ਲਈ ਸਾਰਾ ਕੁਝ ਫ੍ਰੀ ਕਰ ਦਾਂਗੇ ਫਿਰ, ਹੈ ਨਾ। ਫਿਲਹਾਲ ਮੈਂ ਨੋਟਸ ਤਾਂ ਦੇ ਹੀ ਦਿੱਤੇ, ਕਿ ਥਿਊਰੀ ਵੀ ਤੁਹਾਨੂੰ ਫ੍ਰੀ ਦਿੱਤੀ ਹੈ, ਕੁਐਸਚਨ ਵੀ MCQ ਟੌਪਿਕ ਵਾਈਜ਼ ਬਣਾਏ ਹੋਏ ਨੇ, ਤੇ ਕੁਐਸਚਨ ਮੈਂ ਆਪਦੇ ਹੱਥ ਨਾਪੇ ਬਣਾਏ ਹੋਏ ਨੇ। ਆਪਾਂ ਕਾਪੀ ਕੁਪੀ ਕਿਸੇ ਦੇ ਕੀਤੇ ਨਹੀਂ, ਨਾ ਹੀ ਆਪਾਂ ਕਰਨੇ ਆ। ਤੇ ਜੇ ਆਪਣੇ ਕੋਈ ਕਰੀ ਜਾਊਗਾ, ਆਪਾਂ ਨੂੰ ਕੋਈ ਦਿੱਕਤ ਨਹੀਂ, ਕਰੀ ਜਾਵੇ, ਕੋਈ ਗੱਲ ਨਹੀਂ, ਹੈ ਨਾ। ਕਿਉਂਕਿ ਅੱਜ ਕੱਲ੍ਹ ਚੱਲਦਾ ਇਹ ਸਿਸਟਮ ਵੀ ਬੰਦੇ ਨੋਟਸ ਲੈ ਕੇ ਕਲੇਮ ਕਰੀ ਜਾਂਦੇ ਨੇ। ਪਰ ਇਹਨਾਂ ਚੀਜ਼ਾਂ ਤੋਂ ਰੋਕਣਾ ਤੁਸੀਂ ਹੈ। ਮੈਂ ਕਿਸੇ ਨੂੰ ਨਹੀਂ ਕਹਿੰਦਾ ਕੋਈ ਅੱਗੇ ਦੀ ਅੱਗੇ ਵੇਚੀ ਜਾਵੇ, ਕਿਉਂਕਿ ਆਪਾਂ ਤਾਂ ਫ੍ਰੀ ਹੈ, ਆਪਾਂ ਸਾਰਿਆਂ ਦੇ ਲਈ। ਸਟੂਡੈਂਟ ਦਾ ਬੈਨੀਫਿਟ ਹੋਣਾ ਚਾਹੀਦਾ। ਪਰ ਤੁਹਾਡਾ ਕੰਮ ਕੀ ਹੈ ਕਿ ਤੁਸੀਂ ਸ਼ੇਅਰ ਕਰਨਾ ਇਹ ਚੀਜ਼ਾਂ ਨੂੰ। ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ, ਲਾਈਕ ਵੀ ਕਰਿਆ ਕਰੋ, ਕਮੈਂਟ ਵੀ ਕਰਿਆ ਕਰੋ। ਸੋ ਇਹਨਾਂ ਚੀਜ਼ਾਂ ਦੇ ਨਾਲ ਇੱਕ ਤਾਂ ਹੌਸਲਾ ਵੱਧਦਾ ਹੈ। ਇੱਕ ਇਹ ਹੈ ਕਿ ਜੇ ਆਪਾਂ ਫਾਈਨੈਂਸ਼ੀਅਲੀ ਥੋੜ੍ਹੇ ਸਟਰੋਂਗ ਹੋਵਾਂਗੇ, ਜਿਵੇਂ ਹੁਣ ਮੈਨੂੰ ਮਾਈਕ ਦੀ ਬੜੀ ਵੱਡੀ ਦਿੱਕਤ ਆ ਰਹੀ ਹੈ,
ਤੇ ਆਪਾਂ ਨੂੰ ਰੂਮ ਵੀ ਚਾਹੀਦਾ ਸੈਟਅਪ ਕਰਨ ਦੇ ਲਈ, ਹੈ ਨਾ। ਉਹ ਚੀਜ਼ਾਂ ਫਿਰ ਹੌਲੀ ਹੌਲੀ ਹੁੰਦੀਆਂ ਨੇ। ਹਜੇ ਜਿੰਨਾ ਕੁ ਹੈਗਾ ਇਸ ਲੈਵਲ ਤੇ ਮੈਂ ਕਰ ਰਿਹਾ, ਮੈਂ ਕੋਈ ਭੱਜਣ ਵਾਲਾ ਨਹੀਂ ਇਹਨਾਂ ਚੀਜ਼ਾਂ ਤੋਂ, ਜਾਂ ਨਾ ਹੀ ਮੈਂ ਤੁਹਾਡੇ ਤੇ ਕੋਈ ਆਸਾਨ ਕਰ ਰਿਹਾ। ਪਰ ਇਹ ਹੈ ਵੀ ਇਹ ਚੀਜ਼ਾਂ ਮੋਟੀਵੇਟ ਕਰਦੀਆਂ ਨੇ ਤੁਹਾਨੂੰ, ਜੇ ਤੁਸੀਂ ਤੁਹਾਨੂੰ ਵਾਕਈ ਲੱਗਦਾ ਵੀ ਮੈਂ ਵਧੀਆ ਕਰਾ ਰਿਹਾ ਤੁਹਾਨੂੰ, ਹੈ ਨਾ। ਤਾਂ ਇੰਨੀ ਕੁ ਹੈਲਪ ਮੈਂ ਤੁਹਾਡੇ ਤੋਂ ਰਿਕੁਐਸਟ ਕਰਦਾ। ਵੈਸੇ ਤੁਸੀਂ ਕਰ ਵੀ ਰਹੇ ਹੋ, ਇਹੋ ਜਿਹੀ ਗੱਲ ਨਹੀਂ ਹੈ। ਸੋ ਆਪਾਂ ਕਿੱਥੇ ਸੀਗੇ? ਹਾਂ, ਓਪਨ ਸੋਰਸ ਤੇ ਸੀਗੇ ਕਿ ਓਪਨ ਸੋਰਸ ਦੇ ਵਿੱਚ ਡਿਵੈਲਪਮੈਂਟ ਜ਼ਿਆਦਾ ਹੁੰਦੀ ਹੈ। ਤਾਂ ਹੁਣ ਜੇ ਮੈਂ ਤੁਹਾਨੂੰ ਫ੍ਰੀ ਦੇ ਰਿਹਾ ਤਾਂ ਇਸ ਚੀਜ਼ ਨਾਲ ਡਿਵੈਲਪਮੈਂਟ ਜ਼ਿਆਦਾ ਹੋਣੀ ਹੈ, ਤੁਹਾਨੂੰ ਵੀ ਪਤਾ ਇਸ ਚੀਜ਼ ਦਾ। ਜੇ ਆਪਾਂ ਪੇਡ ਕਰ ਦਾਂਗੇ ਫਿਰ ਉਹ ਚੀਜ਼ਾਂ ਖੜ ਜਾਂਦੀਆਂ ਨੇ, ਸੁੰਗੜ ਜਾਂਦੀਆਂ ਨੇ। ਤੇ ਨਾਲੇ ਗਿਆਨ ਹੈ ਜਿਹੜਾ, ਠੀਕ ਹੈ, ਰੋਜੀ ਰੋਟੀ ਦਾ ਸਾਧਨ ਹੁੰਦਾ ਸਾਡਾ, ਪਰ ਮੇਰਾ ਮਨ ਇਹ ਕਹਿੰਦਾ ਵੀ ਸਾਨੂੰ ਗਿਆਨ ਜਿਹੜਾ ਹੈ ਉਹ ਨੋ ਪ੍ਰੋਫਿਟ ਨੋ ਲੋਸ ਤੇ ਹੋਣਾ ਚਾਹੀਦਾ। ਇੱਥੇ ਕੋਈ ਜ਼ਿਆਦਾ ਕਮਾਈ ਦਾ ਸੋਰਸ ਨਹੀਂ ਕਰਨਾ ਚਾਹੀਦਾ। ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਇਹ ਕੰਮ ਕਰਦੀਆਂ ਨੇ, ਤਾਂ ਹੀ ਤਾਂ ਬੰਦ ਹੋਣ ਦੀ ਕਗਾਰ ਤੇ, ਹੈ ਨਾ। ਤਾਂ ਓਪਨ ਸੋਰਸ ਦੇ ਇਹ ਫਾਇਦੇ, ਉੱਥੇ ਡਿਵੈਲਪਮੈਂਟ ਜ਼ਿਆਦਾ ਹੁੰਦੀ ਹੈ। ਕਲੋਜ਼ ਸੋਰਸ ਦੇ ਵਿੱਚ ਲੋਕ ਪੈਸੇ ਕਮਾਉਂਦੇ ਨੇ ਤੇ ਉਹ ਸਿਕਿਉਰਿਟੀ ਵਗੈਰਾ ਜ਼ਿਆਦਾ ਫੀਚਰ ਪ੍ਰੋਵਾਈਡ ਕਰਦੇ ਨੇ। ਤਾਂ ਓਪਨ ਸੋਰਸ ਉਹ ਵਾਲੇ ਸੌਫਟਵੇਅਰ ਜਿਹਦੇ ਵਿੱਚ ਆਪਾਂ ਨੂੰ ਕੋਡ ਵੀ ਮਿਲ ਜੇ, ਉਹਨੂੰ ਆਪਾਂ ਓਪਨ ਸੋਰਸ ਬੋਲਦੇ ਹਾਂ। ਬਹੁਤ ਇਹ ਲਿਖੀਆਂ ਹੋਈਆਂ ਉਹੀ ਚੀਜ਼ਾਂ ਲਿਖੀਆਂ ਹੋਈਆਂ ਨੇ। ਤੇ ਇਹਦੇ ਵਿੱਚ ਕੀ ਹੁੰਦਾ? ਮੋਰ ਸਿਕਿਉਰ ਹੁੰਦਾ, ਇਹ ਸਟੇਬਲ ਹੁੰਦਾ, ਹਾਈ ਕੁਆਲਿਟੀ ਰਿਜ਼ਲਟਸ ਹੁੰਦੇ ਨੇ, ਮੋਰ ਕੰਟਰੋਲ ਓਵਰ ਦੀ ਸੌਫਟਵੇਅਰ, ਯੂਜ਼ਰ ਦਾ ਜ਼ਿਆਦਾ ਕੰਟਰੋਲ ਹੁੰਦਾ। ਕਲੀਅਰ ਹੋਈ ਗੱਲ? ਕਿਹੜੇ ਕਿਹੜੇ ਸੌਫਟਵੇਅਰ ਨੇ ਇਹ ਪੁੱਛ ਸਕਦਾ ਆਪਾਂ ਨੂੰ, ਜਿਵੇਂ ਅਪਾਚੇ HTTP ਵੈਬ ਸਰਵਰ ਹੈ, ਇੰਪੋਰਟੈਂਟ ਹੈ, ਇਹ ਪੁੱਛਿਆ ਜਾਂਦਾ ਹੁੰਦਾ। ਥੰਡਰਬਰਡ ਈਮੇਲ ਕਲਾਇੰਟ ਹੈ। ਓਪਨ ਆਫਿਸ, ਇਹ MS ਵਰਡ ਵਰਗਾ, ਜਿਹੜਾ MS ਆਫਿਸ ਹੈ ਨਾ, MS ਆਫਿਸ ਇਹ ਓਪਨ ਸੋਰਸ ਨਹੀਂ ਹੈ ਕਿਉਂਕਿ ਇਹ ਮਾਈਕਰੋਸਾਫਟ ਦਾ ਹੈ। ਤਾਂ ਓਪਨ ਆਫਿਸ ਇੱਕ ਓਪਨ ਸੋਰਸ ਹੈ। ਲਿਬਰਾ ਆਫਿਸ ਇਹ ਵੀ ਓਪਨ ਸੋਰਸ ਹੈ। PHP, ਪਰਲ, ਗਿੰਪ ਆ ਇੰਪੋਰਟੈਂਟ ਹੈ, ਬਹੁਤ ਪੁੱਛਿਆ ਜਾਂਦਾ ਹੁੰਦਾ, ਇਹ ਵੀ ਓਪਨ ਆਫਿਸ ਹੈ। ਓਪਨ ਐਂਟੀਵਾਇਰਸ ਇਹ ਬਹੁਤ ਇੰਪੋਰਟੈਂਟ ਹੈ, ਪੁੱਛ ਲੈਂਦਾ ਵਿੱਚ ਆਫ ਦੀ ਫੋਲੋਇੰਗ ਇਜ਼ ਓਪਨ ਸੋਰਸ। ਆਹ ਵਾਲੇ ਦੋ ਪਹਿਲਾ ਸਟਾਰ ਲਾ ਦੇਣਾ, ਚਲੋ ਇਹ ਬਹੁਤ ਇੰਪੋਰਟੈਂਟ ਹੈ, ਪੁੱਛਿਆ ਜਾਂਦਾ ਹੁੰਦਾ। ਸਟਾਰ ਆਫਿਸ ਵੀ, ਸੌਰੀ, ਠੀਕ ਹੈ, ਇਹ ਯਾਦ ਕਰ ਲੈਣੇ। ਇਹਦੇ ਤੋਂ ਬਿਨਾ ਕੁਝ ਆਪਰੇਟਿੰਗ ਸਿਸਟਮ ਨੇ ਜਿਹੜੇ ਓਪਨ ਸੋਰਸ ਨੇ, ਜਿਵੇਂ ਲਾਈਨਿਕਸ, ਓਪਨ ਸੋਲਰਿਜ 12, K12, ਡੇਬੀਅਨ, ਫਿਡੋਰਾ, ਫ੍ਰੀ ਡੋਸ। ਦੇਖੋ ਆਹ ਡੋਸ ਤਾਂ ਤੁਸੀਂ ਕਹੋਗੇ ਯਾਰ ਇਹ ਤਾਂ ਮਾਈਕਰੋਸਾਫਟ ਦਾ, ਤੁਸੀਂ ਹੁਣੀ ਕਿਹਾ ਸੀ ਵੀ ਮਾਈਕਰੋਸਾਫਟ ਦਾ ਕੋਈ ਵੀ ਪ੍ਰੋਡਕਟ ਫ੍ਰੀ ਨਹੀਂ ਹੈ। ਤਾਂ ਪਹਿਲਾਂ ਇਹ ਡੋਸ ਆਪਾਂ ਨੂੰ ਪਤਾ 1981 ਚ ਬਣਿਆ, 2001 ਦੇ ਵਿੱਚ ਆ ਕੇ, ਕਿਉਂਕਿ ਡੋਸ ਅੱਜ ਕੱਲ੍ਹ ਤਾਂ ਵਰਤਿਆ ਨਹੀਂ ਜਾਂਦਾ, ਵਿੰਡੋ ਆ ਗਈ ਸੀ 1985 ਦੇ ਵਿੱਚ। ਵਿੰਡੋ ਲਿਖ ਦੇਣਾ ਇੱਥੇ 1985 ਚ, ਠੀਕ ਹੈ, ਰਿਵੀਜ਼ਨ ਪਰਪਸ ਲਈ ਮੈਂ ਵਾਰੀ ਦੱਸ ਰਿਹਾ। ਵਿੰਡੋ 1985 ਚ ਆ ਗਈ, 2001 ਤੱਕ ਡੋਸ ਵਰਤਿਆ ਗਿਆ। ਉਦੋਂ ਬਾਅਦ ਇਹ ਆਬਸੋਲੀਟ ਹੋ ਗਿਆ, ਤਾਂ ਇਹਨਾਂ ਨੇ ਕਹਿੰਦੇ ਵੀ ਫ੍ਰੀ ਡੋਸ ਕਰਤਾ, ਵੀ ਤੁਸੀਂ ਓਪਨ ਸੋਰਸ ਬਣਾਤਾ, ਵੀ ਤੁਸੀਂ ਸੋਰਸ ਕੋਡ ਉਹਦਾ ਦੇਖ ਸਕਦੇ ਹੋ, ਕਿਉਂਕਿ ਇਹ ਕਹਿੰਦੇ ਵੀ ਜਿੰਨੀ ਅਸੀਂ ਕਮਾਈ ਕਰਨੀ ਸੀ ਕਰ ਲਈ, ਹੁਣ ਸਾਡਾ ਵਿੰਡੋ ਆ ਗਿਆ। ਤਾਂ ਐਂਡਰੋਇਡ ਇਹ ਮੋਬਾਈਲ ਦਾ ਆਪਰੇਟਿੰਗ ਸਿਸਟਮ, ਇਹ ਵੀ ਬਹੁਤ ਇੰਪੋਰਟੈਂਟ ਹੈ। ਉਵੇਂ ਹੀ ਕੁਝ ਬਰਾਊਜ਼ਰ ਨੇ, ਜਿਵੇਂ ਗੂਗਲ ਕਰੋਮ ਹੈ। ਇੰਟਰਨੈਟ ਐਕਸਪਲੋਰਰ, ਉਹ ਅੱਗੇ ਕਿੱਧਰ ਭੱਜਦਾ, ਰੁਕ ਜਾ। ਇੰਟਰਨੈਟ ਐਕਸਪਲੋਰਰ ਤੇ ਮਾਈਕਰੋਸਾਫਟ ਐਜ ਇਹ ਓਪਨ ਸੋਰਸ ਨਹੀਂ ਹੈਗੇ, ਕਿਉਂ? ਕਿਉਂਕਿ ਮਾਈਕਰੋਸਾਫਟ ਦੇ ਨੇ। ਗੂਗਲ ਕਰੋਮ ਓਪਨ ਸੋਰਸ ਹੈ। ਮੋਜ਼ਿਲਾ ਫਾਇਰਫੌਕਸ, ਓਪੇਰਾ, ਕ੍ਰੋਮੀਅਮ, ਮਿਡੋਰੀ, ਡੋਲਫਿਨ, ਸਵਿਫਟ, ਕੋਪਜਿਲਾ ਤੇ ਵੈਬ, ਇਹ ਸਾਰੇ ਕੀ ਨੇ? ਓਪਨ ਸੋਰਸ ਬਰਾਊਜ਼ਰ ਨੇ। ਤੇ ਇਹ ਪ੍ਰੋਪਰਾਈਟਰੀ ਸੌਫਟਵੇਅਰ ਨੇ, ਕਲੋਜ਼ ਸੌਫਟਵੇਅਰ ਨੇ, ਤੁਸੀਂ ਪੜ੍ਹ ਲਿਓ ਉਹਨਾਂ 'ਚ ਕੀ ਕੀ ਹੁੰਦਾ ਹੈ ਨਾ, ਜ਼ਿਆਦਾ ਟਾਈਮ ਲੱਗ ਜੂਗਾ। ਤੇ ਇਹਦੇ ਕਿਹੜੀਆਂ ਕਿਹੜੀਆਂ ਐਗਜ਼ਾਮਪਲਾਂ ਨੇ, ਜਿਵੇਂ ਸਕਾਈਪ ਹੋ ਗਿਆ, ਮਾਈਕਰੋਸਾਫਟ ਵਿੰਡੋ, ਅਡੋਬ ਫਲੈਸ਼ ਪਲੇਅਰ, ਅਡੋਬ ਫੋਟੋਸ਼ਾਪ, ਗੂਗਲ ਅਰਥ, ਮੈਕ OS ਤੇ ਕੁਝ ਵਰਜ਼ਨ ਨੇ ਯੂਨਿਕਸ ਦੇ। ਇਹ ਸਾਰੇ ਕੀ ਨੇ? ਓਪਨ ਸੋਰਸ ਨਹੀਂ ਹੈਗੇ, ਕਲੋਜ਼ ਸੋਰਸ ਨੇ, ਜਾਂ ਪ੍ਰੋਪਰਾਈਟਰੀ ਸੌਫਟਵੇਅਰ ਬੋਲਿਆ ਜਾਂਦਾ। ਤਾਂ ਇਹ ਤਾਂ ਗੱਲ ਹੋ ਗਈ ਆਪਣੀ ਪਹਿਲੇ ਪੁਆਇੰਟ ਬਾਰੇ, ਓਪਨ ਸੋਰਸ ਬਾਰੇ। ਤਾਂ ਲਾਈਨਿਕਸ ਹੁਣ ਇੱਕ ਕੀ ਆ? ਆਪਰੇਟਿੰਗ ਸਿਸਟਮ ਹੈ। ਹੁਣ ਲਾਈਨਿਕਸ ਦੀ ਥਾਂ ਤੇ ਕੁਝ ਵੀ ਇਹਨਾਂ ਚੋਂ ਕੋਈ ਵੀ ਆਪਰੇਟਿੰਗ ਸਿਸਟਮ ਪੁੱਛ ਲੇ ਤਾਂ ਅਸੀਂ ਦੱਸ ਦਾਂਗੇ ਵੀ ਇਹ ਓਪਨ ਸੋਰਸ ਹੈਗੇ ਨੇ, ਹੈ ਨਾ। ਕੁਐਸਚਨ ਸੋਲਵ ਹੋ ਜਾਊਗਾ ਤੁਹਾਡਾ। ਹੁਣ ਦੂਜਾ ਪੁਆਇੰਟ ਆ ਗਿਆ, ਕੀ ਕਹਿੰਦਾ? ਇਹ ਜਿਹੜਾ ਆਪਰੇਟਿੰਗ ਸਿਸਟਮ ਹੈ ਲਾਈਨਿਕਸ ਹੈ, ਇਹ ਮਲਟੀਟਾਸਕਿੰਗ ਤੇ ਮਲਟੀ ਪ੍ਰੋਸੈਸਿੰਗ ਹੈ। ਦੇਖੋ ਇਹ ਟਰਮਾਂ ਕਾਫੀ ਕਨਫਿਊਜ਼ਿੰਗ ਨੇ ਜਿਹੜੀਆਂ, ਮੈਂ ਇਕੱਲੀ ਤੁਹਾਨੂੰ ਦੱਸ ਦਿੰਦਾ। ਮਲਟੀ ਪ੍ਰੋਗਰਾਮਿੰਗ ਹੁੰਦਾ ਇੱਕ ਮਲਟੀਟਾਸਕਿੰਗ ਹੁੰਦਾ, ਇੱਕ ਮਲਟੀ ਥ੍ਰੈਡਿੰਗ। ਇੱਥੇ ਥੋੜਾ ਜਿਹਾ ਫਾਰਮੈਟ ਚੱਕਰ 'ਚ ਪੈ ਗਿਆ ਕੰਮ, ਇੱਥੇ ਆਉਣਾ ਸੀ ਨਾ। ਮਲਟੀ ਪ੍ਰੋਸੈਸਿੰਗ, ਦੇਖੋ ਮਲਟੀ ਪ੍ਰੋਗਰਾਮਿੰਗ, ਮਲਟੀਟਾਸਕਿੰਗ, ਮਲਟੀ ਥ੍ਰੈਡਿੰਗ ਤੇ ਮਲਟੀ ਪ੍ਰੋਸੈਸਿੰਗ, ਇਹ ਬਹੁਤ ਵਧੀਆ ਕਨਸੈਪਟ ਨੇ। ਵੈਸੇ ਇਹ ਕਨਫਿਊਜ਼ਿੰਗ ਟਰਮਾਂ ਨੇ, ਆਪਾਂ ਕਨਫਿਊਜ਼ ਹੁੰਦੇ ਆ ਮੋਸਟਲੀ। ਤੇ ਹੁਣ ਤੁਸੀਂ ਚੰਗੀ ਤਰ੍ਹਾਂ ਕਰ ਲਓ, ਇਸ ਤੋਂ ਬਾਅਦ ਆਪਾਂ ਕਨਫਿਊਜ਼ ਨਹੀਂ ਹੋਵਾਂਗੇ। ਸਭ ਤੋਂ ਪਹਿਲਾਂ ਮਲਟੀ ਪ੍ਰੋਗਰਾਮਿੰਗ ਹੈ। ਜੇ ਆਪਾਂ ਪੁਰਾਣੇ ਕੰਪਿਊਟਰਾਂ ਦੀ ਗੱਲ ਕਰੀਏ, ਪੁਰਾਣੇ ਸਮੇਂ ਦੇ ਵਿੱਚ ਜਿਹੜੇ ਪੁਰਾਣੇ ਕੰਪਿਊਟਰ ਸੀ ਸ਼ੁਰੂ ਦੇ ਵਿੱਚ, ਪਹਿਲੀ ਦੂਜੀ ਜਨਰੇਸ਼ਨ ਤੱਕ, ਹੈ ਨਾ, ਉੱਥੇ ਕੀ ਹੁੰਦਾ ਸੀਗਾ ਕਿ ਇੱਕੋ ਹੀ ਪ੍ਰੋਗਰਾਮ ਰੈਮ ਦੇ ਵਿੱਚ ਆਪਾਂ ਲੋਡ ਕਰਦੇ ਸੀ। ਇਹ ਰੈਮ ਸੀ ਤਾਂ ਇੱਕੋ ਹੀ ਪ੍ਰੋਗਰਾਮ ਚੱਲਦਾ ਸੀ। ਜਿਵੇਂ ਆਪਾਂ ਕਹਿ ਦਈਏ ਵੀ ਬੈਂਕ ਵਾਲੇ ਇੱਕੋ ਹੀ ਬੰਦਾ ਅੰਦਰ ਵਾੜਦੇ ਸੀ ਤੇ ਉਹ ਬੜਾ ਲੰਬਾ ਸਮਾਂ ਉੱਥੇ ਲਗਾ ਕੇ ਕੰਮ ਕਰਕੇ ਬਾਹਰ ਆਉਂਦਾ ਸੀ, ਘੰਟੇ 2 ਘੰਟਿਆਂ ਬਾਅਦ, ਹੈ ਨਾ। ਸੋ ਬੜੀ ਦਿੱਕਤ ਪੈ ਗਈ ਸੀ। ਤਾਂ ਜਾਂ ਜਦੋਂ ਉਹ ਬੰਦਾ ਕੰਮ ਕਰ ਰਿਹਾ ਹੁੰਦਾ ਸੀ, ਉਹ ਇਹਨੂੰ ਕਹਿੰਦੇ ਫਾਰਮ ਭਰ ਲਾ। ਜਿੰਨਾ ਟਾਈਮ ਉਹ ਫਾਰਮ ਭਰ ਰਿਹਾ ਹੁੰਦਾ ਸੀ, ਜਿਹੜਾ ਬੈਂਕਰ ਹੁੰਦਾ ਸੀ, ਜਿਹੜਾ ਮੂਹਰੇ ਬੈਠਾ ਹੁੰਦਾ ਸੀ, ਕੈਸ਼ੀਅਰ,
ਤੇ ਉਹ ਬੰਦਾ ਵਿਹਲਾ ਬੈਠਾ ਹੁੰਦਾ ਸੀ। CPU ਕੰਪਿਊਟਰ ਦੇ ਵਿੱਚ ਇਹਨੂੰ ਰਿਲੇਟ ਕਰ ਲਓ CPU, ਤਾਂ CPU ਆਈਡਲ ਹੁੰਦਾ ਸੀ ਤਾਂ ਉਹਦੀ ਯੂਟਿਲਾਈਜੇਸ਼ਨ ਘਟ ਗਈ, CPU ਨੂੰ ਵਰਤਿਆ ਨਹੀਂ। ਫਿਰ ਉਹਨੇ ਕੀ ਕੀਤਾ, ਮਲਟੀ ਪ੍ਰੋਗਰਾਮਿੰਗ ਦੇ ਵਿੱਚ ਕਹਿੰਦਾ ਬੈਂਕ ਦੇ ਵਿੱਚ ਜ਼ਿਆਦਾ ਬੰਦੇ ਵਾੜ ਲਏ। ਇਸ ਨੂੰ ਅਸੀਂ ਮਲਟੀ ਪ੍ਰੋਗਰਾਮਿੰਗ ਬੋਲਦੇ ਹਾਂ, ਵੀ ਰੈਮ ਦੇ ਵਿੱਚ ਇੱਕ ਤੋਂ ਜ਼ਿਆਦਾ ਪ੍ਰੋਗਰਾਮ ਨੂੰ ਲੋਡ ਕਰ ਲੈਣਾ। ਬੈਂਕ ਦੇ ਵਿੱਚ ਇੱਕ ਤੋਂ ਜ਼ਿਆਦਾ ਬੰਦੇ ਵਾੜ ਲਏ, ਪਹਿਲਾ ਬੰਦਾ ਕੰਮ ਕਰ ਰਿਹਾ, ਜਿਹਨੂੰ ਇਹਦਾ ਕੰਮ ਫਿਨਿਸ਼ ਹੋ ਗਿਆ ਉਦੋਂ ਹੀ ਬਾਹਰ ਜਾਊਗਾ ਇਹ। ਠੀਕ ਹੈ, ਇਹ ਨਹੀਂ ਸੀਗਾ ਵੀ ਪਹਿਲਾਂ ਥੋੜਾ ਜਿਹਾ ਕੰਮ ਇਹਨੇ ਕਰਾਇਆ, ਥੋੜਾ ਜਿਹਾ ਇਹਨੇ, ਐਵੇਂ ਦਾ ਕੁਝ ਨਹੀਂ। ਲਾਈਨ ਬਣਾ ਲੈਂਦੇ ਸੀ, ਪਹਿਲਾਂ ਹੀ ਕੰਮ ਕਰਾਉਂਦਾ ਸੀ, ਅੱਜ ਵੀ ਇਹੀ ਹੁੰਦਾ। ਬਟ ਇੱਥੇ ਇਹ ਚੱਕਰ ਸੀ ਵੀ ਜੇ ਪਹਿਲੇ ਬੰਦੇ ਦਾ ਕੋਈ ਮਾੜਾ ਮੋਟਾ ਕੰਮ ਹੁੰਦਾ ਸੀ, ਇਨਪੁਟ ਆਊਟਪੁੱਟ ਉਹਨੇ ਕਰਨਾ ਹੁੰਦਾ ਸੀ, ਕੋਈ ਉਹਦੇ ਡਾਕੂਮੈਂਟ ਮੰਗ ਲਿਆ ਜਾਂ ਉਹਨੇ ਕਹਿ ਲਓ ਵੀ ਕੋਈ ਭਰਨਾ ਲਿਖਣਾ, ਤਾਂ ਉਹ ਉਹਨੂੰ ਕਹਿੰਦਾ ਸੀ ਤੂੰ ਉਹਨਾਂ ਚਿਰ ਭਰ, ਉਹ ਦੂਜੇ ਨੂੰ ਬੁਲਾ ਲੈਂਦਾ ਸੀ। ਤਾਂ ਇਹ ਸੇਮ ਕਨਸੈਪਟ ਮਲਟੀ ਪ੍ਰੋਗਰਾਮਿੰਗ ਦਾ ਇਹਦੇ ਵਿੱਚ ਇੰਪਲੀਮੈਂਟ ਹੋਇਆ ਸੀ। ਤਾਂ ਮਲਟੀ ਪ੍ਰੋਗਰਾਮਿੰਗ ਦਾ ਕੀ ਹੁੰਦਾ ਹੈ, ਕਨਕਰੰਟ ਰੈਜ਼ੀਡੈਂਸੀ ਆਫ ਮੋਰ ਦੈਨ ਵਨ ਪ੍ਰੋਗਰਾਮ ਜਾਂ ਪ੍ਰੋਸੈਸ ਇਨ ਮੇਨ ਮੈਮਰੀ ਇਜ਼ ਰੈਫਰ ਟੂ ਐਜ਼ ਮਲਟੀ ਪ੍ਰੋਗਰਾਮਿੰਗ। ਤੁਸੀਂ ਕਹੋਗੇ ਪ੍ਰੋਸੈਸ ਤੇ ਪ੍ਰੋਗਰਾਮ 'ਚ ਫਰਕ ਆਪਾਂ ਕਰਿਆ ਸੀਗਾ। ਪ੍ਰੋਗਰਾਮ ਹੈ ਜਿਹੜਾ ਇੱਕ ਪੈਸਿਵ ਐਂਟਿਟੀ ਹੈ, ਪ੍ਰੋਸੈਸ ਇੱਕ ਐਕਟਿਵ ਐਂਟਿਟੀ ਹੈ। ਕੋਈ ਵੀ ਜਿਹੜਾ ਹਾਰਡ ਡਿਸਕ ਦੇ ਵਿੱਚ ਪਿਆ ਉਹ ਪ੍ਰੋਗਰਾਮ ਹੈ, ਜਦੋਂ ਹੀ ਉਹ ਰੈਮ 'ਚ ਆ ਜਾਂਦਾ ਉਹਨੂੰ ਪ੍ਰੋਸੈਸ ਬੋਲ ਦਿੰਦੇ ਆ। ਪ੍ਰੋਸੈਸ ਕੀ ਹੁੰਦਾ ਹੈ, ਐਗਜ਼ੀਕਿਊਸ਼ਨ ਆਫ ਪ੍ਰੋਗਰਾਮ ਇਜ਼ ਨੋਨ ਐਜ਼ ਪ੍ਰੋਸੈਸ, ਤਾਂ ਫਿਰ ਆਪਾਂ ਪ੍ਰੋਸੈਸ ਬੋਲਾਂਗੇ। ਬਟ ਪ੍ਰੋਗਰਾਮ ਵੀ ਲਿਖਿਆ ਹੋਇਆ ਤਾਂ ਵੀ ਚੱਲ ਜੂਗਾ, ਕੋਈ ਦਿੱਕਤ ਨਹੀਂ। ਜਿਵੇਂ ਆਪਾਂ ਆਪਣੇ ਟਰੈਕਟਰ ਨਹੀਂ ਹੁੰਦਾ, ਆਪਾਂ ਟਰੈਕਟਰ ਤੇ ਬੋਲ ਦਿੰਦੇ ਆ ਵੀ ਇਹ ਮਰਗਾੜ ਤੇ ਪਿਆ। ਮਰਗਾੜ ਥੋੜੀ ਹੁੰਦਾ, ਅਸਲ ਦੇ ਵਿੱਚ ਤਾਂ ਮੱਡ ਗਾਰਡ ਹੁੰਦਾ। ਮੱਡ ਹੁੰਦਾ ਚਿੱਕੜ, ਗਾਰਡ ਉਹਦੇ ਤੋਂ ਬਚਾਉਣ ਵਾਲਾ। ਆਪਾਂ ਕਹਿ ਦਿੰਦੇ ਆ ਯਾਰ ਮਰਗਾਟ ਹੈ ਹਨਾ। ਸੋ ਉਵੇਂ ਹੀ ਪ੍ਰੋਗਰਾਮ ਪ੍ਰੋਸੈਸ ਤੁਸੀਂ ਬੋਲ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਮੀਨਿੰਗ ਸਮਝ ਆ ਰਿਹਾ? ਰੁਕ ਜਾ ਕੁਝ ਹਲਣਾ। ਹਾਂ, ਇਹ ਪਤਾ ਕੀ ਹੱਲ ਗਿਆ ਸੀ, ਆਹ ਦੇਖੋ ਮੈਂ ਜਗਾੜ ਜਿਹਾ ਲਾਇਆ ਹੋਇਆ ਹੈਗਾ, ਫੋਨ ਰੱਖਿਆ ਹੋਇਆ, ਫੋਨ ਦੇ ਵਿੱਚ ਕਹਿ ਲਓ ਵੀ ਆਡੀਓ ਰਿਕਾਰਡਿੰਗ ਹੋ ਰਹੀ ਹੈ। ਥੋੜਾ ਦੂਰ ਰੱਖਦਾ ਸੀ ਮੈਂ ਆਡੀਓ, ਵਧੀਆ ਨਹੀਂ, ਕਲੈਰਿਟੀ ਨਹੀਂ ਆਉਂਦੀ ਸੀ। ਠੀਕ ਹੈ, ਸੋ ਅਗਲਾ ਪੁਆਇੰਟ ਹੈ, ਕਹਿੰਦਾ ਸਿੰਸ ਮਲਟੀਪਲ ਪ੍ਰੋਗਰਾਮ ਆਰ ਰੈਜ਼ੀਡੈਂਟ ਇਨ ਦਾ ਮੈਮਰੀ ਐਜ਼ ਸੂਨ ਐਜ਼ ਦਾ ਕਰੰਟਲੀ ਐਗਜ਼ੀਕਿਊਟਿੰਗ ਪ੍ਰੋਗਰਾਮ ਫਿਨਿਸ਼ ਇਟਸ ਐਗਜ਼ੀਕਿਊਸ਼ਨ ਦੀ ਨੈਕਸਟ ਪ੍ਰੋਗਰਾਮ ਇਜ਼ ਡਿਸਪੈਚਡ ਫॉर ਇਟਸ ਕੰਜ਼ੰਪਸ਼ਨ। ਕਹਿੰਦਾ ਜਦੋਂ ਹੀ ਇੱਕ ਦੀ ਐਗਜ਼ੀਕਿਊਸ਼ਨ ਫਿਨਿਸ਼ ਹੁੰਦੀ ਹੈ ਦੂਜਾ ਜਾਂਦਾ ਹੈ। ਆਲ ਪ੍ਰੋਸੈਸ ਆਰ ਨਾਨ ਪ੍ਰਿਮਿਟਿਵ ਹੈ। ਨਾਨ ਪ੍ਰਿਮਿਟਿਵ ਦਾ ਮਤਲਬ ਹੁੰਦਾ ਇੱਕ ਬੰਦਾ ਜਿਹੜਾ ਕੰਮ ਕਰ ਰਿਹਾ ਉਹੀ ਹੁੰਦਾ ਹੈ, ਵਿੱਚ ਦੀ ਛੱਡ ਕੇ ਐ ਨਹੀਂ ਹੈਗਾ ਵੀ 2 ਮਿੰਟ ਇਹਨੂੰ ਦੇ ਦਾਂਗੇ ਤੇ ਫਿਰ ਦੂਜਾ ਆ ਜਾਊਗਾ। ਨਾਨ ਪ੍ਰਿਮਿਟਿਵ ਹੈ। ਪ੍ਰਿਮਿਟਿਵ ਦਾ ਮਤਲਬ ਹੁੰਦਾ ਪਹਿਲੇ ਬੰਦੇ ਦੇ ਥੋੜਾ ਜਿਹਾ ਕੰਮ ਕਰਾਇਆ, ਉਹਨੂੰ ਕਹਿੰਦਾ ਬਾਈ ਯਾਰ ਥੋੜੀ ਸਾਈਡ ਦੇ ਮੈਂ ਕਰਾ ਲਾ, ਉਹ ਕਹਿੰਦਾ ਕਰਾ ਲਾ, ਉਹਨੂੰ ਪ੍ਰਿਮਿਟਿਵ ਬੋਲ ਦਿੰਦੇ ਆ। ਜਿਹੜਾ ਆਪਦਾ ਕੰਮ ਛੱਡ ਕੇ ਦੂਜੇ ਨੂੰ ਕੰਮ ਲਾ ਦੇ ਉਹ ਪ੍ਰਿਮਿਟਿਵ। ਜਿਹੜਾ ਕਵੇ ਵੀ ਮੈਂ ਹੀ ਕਰਾਊਂਗਾ, ਮੈਂ ਨਹੀਂ ਉਹਨਾਂ ਚਿਰ ਪਿੱਛੇ ਹਟਦਾ, ਉਹ ਹੁੰਦਾ ਨਾਨ ਪ੍ਰਿਮਿਟਿਵ। ਤਾਂ ਇੱਥੇ ਮਲਟੀ ਪ੍ਰੋਗਰਾਮਿੰਗ ਦੇ ਵਿੱਚ ਸਾਰੇ ਪ੍ਰੋਗਰਾਮ ਸੀ ਜਿਹੜੇ ਨਾਨ ਪ੍ਰਿਮਿਟਿਵ ਸੀ, ਟੁੱਟਦੇ ਨਹੀਂ ਸੀ। ਜਦੋਂ ਫਿਨਿਸ਼ ਕਰਦਾ ਸੀ ਜਾਂ ਇਨਪੁਟ ਆਊਟਪੁੱਟ ਲਈ ਜਾਂਦਾ ਸੀ ਉਦੋਂ ਹੀ ਅਗਲਾ ਪ੍ਰੋਗਰਾਮ ਆਉਂਦਾ ਸੀ। ਠੀਕ ਹੈ, ਕਹਿੰਦਾ ਆਲਸੋ ਇਫ ਕਰੰਟਲੀ ਐਗਜ਼ੀਕਿਊਸ਼ਨ ਪ੍ਰੋਗਰਾਮ ਆਸਕ ਫॉर ਇਨਪੁਟ ਆਊਟਪੁੱਟ ਰਿਸੋਰਸ ਦੈਨ ਦੀ ਮੀਨਵਾਈਲ ਅਨਦਰ ਪ੍ਰੋਗਰਾਮ ਇਜ਼ ਡਿਸਪੈਚਡ ਟੂ CPU ਐਗਜ਼ੀਕਿਊਸ਼ਨ, ਤਾਂ CPU ਦੇ ਲਈ ਦੂਜਾ ਜਾਂਦਾ ਸੀ। ਤੇ ਇੱਥੇ CPU ਦੀ ਯੂਟਿਲਾਈਜੇਸ਼ਨ ਜ਼ਿਆਦਾ ਕਿਉਂ ਜ਼ਿਆਦਾ? ਕਿਉਂਕਿ ਜੇ ਇੱਕ ਬੰਦਾ ਦੂਜਾ ਕੰਮ ਕਰ ਰਿਹਾ ਹਟ ਕੇ ਬੈਂਕ ਵਾਲਾ, ਤਾਂ ਦੂਜਾ ਬੰਦਾ ਉਹਦੇ ਕੋਲੇ ਵਗ ਜੂਗਾ, ਤਾਂ ਉਹ ਬੰਦੇ ਨੂੰ ਵਿਹਲਾ ਨਹੀਂ ਬੈਠਣ ਦੇਵਾਂ। ਤਾਂ ਮਲਟੀ ਪ੍ਰੋਗਰਾਮਿੰਗ ਜੇ ਵਿੱਚ ਆਪਾਂ ਨੂੰ ਕੀ ਪੁੱਛ ਲੇ, ਮਲਟੀ ਪ੍ਰੋਗਰਾਮਿੰਗ ਕੀ ਪ੍ਰੋਵਾਈਡ ਕਰਦਾ? ਕੀ ਇਹ ਪ੍ਰਿਮਿਟਿਵ ਹੈ? ਨਹੀਂ, ਇਹ ਨਾਨ ਪ੍ਰਿਮਿਟਿਵ ਹੈ। ਕੀ ਇਹ CPU ਯੂਟਿਲਾਈਜੇਸ਼ਨ ਵਧਾਉਂਦਾ? ਹਾਂ ਬਿਲਕੁਲ, ਇਹ CPU ਯੂਟਿਲਾਈਜੇਸ਼ਨ ਵਧਾਉਂਦਾ। ਅਗਲਾ ਆ ਗਿਆ ਜੀ ਮਲਟੀ ਟਾਸਕਿੰਗ ਐਂਡ ਟਾਈਮ ਸ਼ੇਅਰਿੰਗ। ਤਾਂ ਇਹ ਲੌਜੀਕਲ ਐਕਸਟੈਂਸ਼ਨ ਹੈ ਮਲਟੀ ਪ੍ਰੋਗਰਾਮਿੰਗ ਦੀ। ਸੋ ਮਲਟੀ ਟਾਸਕਿੰਗ ਇਜ਼ ਏ ਲੌਜੀਕਲ ਐਕਸਟੈਂਸ਼ਨ ਆਫ ਮਲਟੀ ਪ੍ਰੋਗਰਾਮਿੰਗ, ਜਿਹਦੇ ਵਿੱਚ ਕੀ ਹੁੰਦਾ ਹੈ, ਪ੍ਰੋਗਰਾਮ ਇੱਕ ਤੋਂ ਜ਼ਿਆਦਾ ਹੀ ਲੋਡ ਕੀਤੇ ਜਾਂਦੇ ਨੇ ਰੈਮ ਦੇ ਵਿੱਚ, ਜਾਂ ਇਹਨਾਂ ਨੂੰ ਪ੍ਰੋਸੈਸ ਬੋਲਦੇ ਆ। ਤਾਂ ਹਰੇਕ ਦਾ ਟਾਈਮ ਹੁੰਦਾ ਹੈ। ਟਾਈਮ ਕੁਆਂਟਮ ਆਪਾਂ ਡਿਫਾਈਨ ਕਰ ਦਿੰਦੇ ਆ, ਟਾਈਮ ਕੁਆਂਟਮ। ਕੰਪਿਊਟਰ ਦੇ ਵਿੱਚ ਆਪਾਂ 5 ਮਿਲੀ ਸੈਕਿੰਡ ਦਾ ਟਾਈਮ ਕੁਆਂਟਮ ਲੈ ਲਿਆ। ਪਹਿਲੇ ਨੂੰ ਮਿਲਿਆ ਟਾਈਮ ਕੁਆਂਟਮ, ਫਿਰ 5 ਮਿਲੀ ਸੈਕਿੰਡ ਇਹਨੂੰ ਮਿਲੇ, ਫਿਰ 5 ਮਿਲੀ ਸੈਕਿੰਡ ਇਹਨੂੰ ਮਿਲੇ, ਫਿਰ ਪਹਿਲੇ ਨੂੰ ਮਿਲੇ, ਫਿਰ ਅਗਲੇ ਨੂੰ, ਇਸ ਤਰ੍ਹਾਂ ਕਰਕੇ ਰੋਟੇਟ ਕਰ ਰਹੇ ਆ। ਤਾਂ ਇਹਨੂੰ ਟਾਈਮ ਸ਼ੇਅਰਿੰਗ ਵੀ ਬੋਲ ਦਿੰਦੇ ਆ। ਥੋੜਾ ਜਿਹਾ ਟਾਈਮ ਸ਼ੇਅਰ ਕਰ ਰਹੇ ਤੇ ਮਲਟੀ ਟਾਸਕਿੰਗ ਬੋਲ ਦਿੰਦੇ ਆ। ਦੇਖੋ ਟਰਮੀਨੋਲੋਜੀ ਦਾ ਫਰਕ ਹੈ, ਉਹੀ ਚੀਜ਼ ਲਿਖੀ ਹੋਈ ਹੈ। ਇਨ ਦਿਸ ਸਿਸਟਮ ਦੀ CPU ਐਗਜ਼ੀਕਿਊਟ ਮਲਟੀਪਲ ਜੌਬਸ ਬਾਈ ਸਵਿਚਿੰਗ ਅਮੰਗ ਦੈਮ। ਟਿਪੀਕਲੀ ਸਵਿਚ ਕਰਨਾ ਕੀ ਹੁੰਦਾ ਹੈ, ਪਹਿਲੇ ਨੂੰ ਛੱਡ ਕੇ ਦੂਜੇ ਤੇ ਜਾਣਾ ਸਵਿਚ, ਫਿਰ ਦੂਜੇ ਨੂੰ ਛੱਡ ਕੇ ਤੀਜੇ ਤੇ ਜਾਣਾ, ਇਹਨੂੰ ਸਵਿਚਿੰਗ ਬੋਲ ਦਿੰਦੇ ਆ। ਕਲੀਅਰ ਹੋਈ ਗੱਲ? ਇਹਨੂੰ ਆਪਾਂ ਸਵਿਚਿੰਗ ਬੋਲ ਦਿੰਦੇ ਆ। ਸੋ ਕਹਿੰਦਾ ਸਵਿਚਿੰਗ ਹੁੰਦੀ ਹੈ ਯੂਜ਼ਲੀ ਸਮਾਲ ਟਾਈਮ ਕੁਆਂਟਮ, ਛੋਟਾ ਟਾਈਮ ਕੁਆਂਟਮ ਹੈ। ਤੇ ਇਸ ਚੀਜ਼ ਦੇ ਨਾਲ ਪਤਾ ਕੀ ਹੁੰਦੀ ਹੈ, ਇਸ ਚੀਜ਼ ਦੇ ਨਾਲ ਰਿਸਪੌਂਸਿਵ ਹੋ ਜਾਂਦਾ ਜ਼ਿਆਦਾ, ਇਹਨਾਂ ਨੂੰ ਰਿਸਪੌਂਸ ਮਿਲਦਾ ਹੈ ਹਰੇਕ ਪ੍ਰੋਗਰਾਮ ਨੂੰ। ਜੇ ਪਿਛਲੇ ਦੇ ਵਿੱਚ ਹੋ ਸਕਦਾ ਹੈ ਆਹ ਵਾਲੀ ਪ੍ਰੋਸੈਸ ਨੂੰ ਬਹੁਤ ਲੇਟ ਟਾਈਮ ਮਿਲੇ, ਕਿਉਂਕਿ 3 ਨੇ ਹੀ 6 ਘੰਟੇ ਲਾਤੇ, ਇਹਨਾਂ ਦਾ ਕੰਮ ਜ਼ਿਆਦਾ ਸੀ, ਤੇ ਚੌਥੇ ਦਾ ਕੰਮ ਸਿਰਫ 5 ਮਿੰਟ ਦਾ ਸੀ, ਤਾਂ 5 ਮਿੰਟ ਵਾਲੀ ਪ੍ਰੋਸੈਸ 6 ਘੰਟਿਆਂ ਵਾਲੇ ਦੇ ਪਿੱਛੇ ਰਹਿ ਗਈ। ਇਹ ਇਫੈਕਟ ਵੀ ਹੁੰਦਾ, ਇਹਨੂੰ ਕਨਵੋਏ ਇਫੈਕਟ ਬੋਲਦਾ। ਵੈਸੇ ਤਾਂ ਮੈਨੂੰ ਲੱਗਦਾ ਮੈਂ ਬਹੁਤ ਡੂੰਘਾ ਉਤਰ ਰਿਹਾ।
ਲੋੜ ਤਾਂ ਹੈ ਨਹੀਂ, ਵੈਸੇ ਉਹ ਦੱਸਤਾ ਤੁਹਾਨੂੰ ਵੀ ਇਹ ਵੀ ਪ੍ਰੋਬਲਮ ਹੁੰਦੀ ਹੈ। ਇਹ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਆ ਬਣਿਆ ਸੀ ਮਲਟੀਟਾਸਕਿੰਗ। ਹਰੇਕ ਨੂੰ 5-5 ਸਕਿੰਟ ਦਾ ਟਾਈਮ ਮਿਲਿਆ ਨਾ, ਇੱਥੇ ਆ ਕਹਿ ਲਓ ਵੀ ਚੌਥਾ ਵਿਚਾਰਾ ਆਕਾ ਵੇਟ ਕਰ ਕਰਕੇ ਥੱਕ ਗਿਆ ਸੀ, ਸਟਾਰਵੇਸ਼ਨ ਹੋ ਗਈ ਸੀ। ਸਟਾਰਵੇਸ਼ਨ ਦਾ ਮਤਲਬ ਭੁੱਖਾ ਮਰ ਗਿਆ ਸੀ 6 ਘੰਟਿਆਂ ਦੇ ਵਿੱਚ, ਹਨਾ। ਤਾਂ ਇਹਦੇ ਵਿੱਚ ਸਟਾਰਵੇਸ਼ਨ ਹੁੰਦੀ ਹੈ ਮਲਟੀ ਪ੍ਰੋਗਰਾਮਿੰਗ 'ਚ, ਐ ਯਾਦ ਰੱਖ ਲਿਓ, ਸਟਾਰਵੇਸ਼ਨ ਇਜ਼ ਪੋਸੀਬਲ। ਬਟ ਜਿਹੜਾ ਮਲਟੀਟਾਸਕਿੰਗ ਹੈ ਇਹਦੇ ਵਿੱਚ ਸਟਾਰਵੇਸ਼ਨ ਘਟ ਜਾਂਦੀ ਹੈ, ਲੈਸ ਸਟਾਰਵੇਸ਼ਨ ਜਾਂ ਨੋ ਸਟਾਰਵੇਸ਼ਨ। ਕਿਉਂ ਘਟ ਜਾਂਦੀ ਹੈ? ਕਿਉਂਕਿ ਹਰ ਬੰਦੇ ਨੂੰ ਟਾਈਮ ਮਿਲ ਰਿਹਾ, ਰਿਸਪੌਂਸ ਮਿਲ ਰਿਹਾ, ਤਾਂ ਭੁੱਖਾ ਨਹੀਂ ਮਰੂਗਾ ਉਹ, ਹਨਾ। ਤਾਂ ਇਹਦਾ ਇਹ ਕੰਮ ਸੀ ਮਲਟੀਟਾਸਕਿੰਗ ਦਾ ਤੇ ਟਾਈਮ ਸ਼ੇਅਰਿੰਗ ਦਾ। ਆਈ ਥਿੰਕ ਤੁਸੀਂ ਸਮਝ ਗਏ ਹੋਵੋਗੇ। ਇਸ ਤੋਂ ਬਾਅਦ ਆ ਗਿਆ ਜੀ ਮਲਟੀ ਥ੍ਰੈਡਿੰਗ। ਮਲਟੀ ਥ੍ਰੈਡਿੰਗ ਦੇ ਵਿੱਚ ਕੀ ਸੀਗਾ? ਕਨਸੈਪਟ ਆਫ ਪ੍ਰੋਗਰਾਮਿੰਗ ਪੈਰਾਡਿਗਮ ਵੇਅਰ ਦਾ ਪ੍ਰੋਸੈਸ ਇਜ਼ ਡਿਵਾਈਡਡ ਇਨਟੂ ਨੰਬਰ ਆਫ ਸਬ ਪ੍ਰੋਸੈਸਿਸ ਔਰ ਕਾਲਡ ਥ੍ਰੈਡ। ਇਹ ਆਪਾਂ ਕਰ ਚੁੱਕੇ ਹਾਂ, ਥ੍ਰੈਡਿੰਗ ਦੇ ਵੀ ਕੁਐਸਚਨ ਆਇਆ, ਹਨਾ। ਇੱਕ ਪ੍ਰੋਸੈਸ ਨੂੰ ਫਰਦਰ ਲਾਈਟ ਵੇਟ ਪ੍ਰੋਸੈਸ ਦੇ ਵਿੱਚ ਡਿਵਾਈਡ ਕਰ ਦੇਣਾ, ਉਹਨੂੰ ਆਪਾਂ ਕੀ ਬੋਲ ਦਿੰਦੇ ਆ? ਥ੍ਰੈਡਿੰਗ ਬੋਲ ਦਿੰਦੇ ਆ। ਜਿਵੇਂ ਆਪਾਂ ਟੂਰਨਾਮੈਂਟ ਦੀ ਗੱਲ ਕੀਤੀ ਸੀ ਕਿ ਪ੍ਰੋਗਰਾਮ ਤੁਹਾਡਾ ਇੱਕ ਟੂਰਨਾਮੈਂਟ ਹੈ, ਉਹਦੇ ਵਿੱਚ ਬਹੁਤ ਸਾਰੀਆਂ ਪ੍ਰੋਸੈਸ ਨੇ, ਤੇ ਇੱਕ ਪ੍ਰੋਸੈਸ ਸੀਗੀ ਫੰਡ ਰੇਜ਼ ਕਰਨਾ ਜਾਂ ਕਹਿ ਲਓ ਪ੍ਰਮੋਸ਼ਨ ਕਰਨਾ। ਉਹਦੇ ਵਿੱਚ ਬਹੁਤ ਸਾਰੀਆਂ ਛੋਟੇ ਟਾਸਕ ਹੁੰਦੇ ਨੇ, ਉਹਨੂੰ ਆਪਾਂ ਥ੍ਰੈਡ ਬੋਲਿਆ ਸੀ, ਠੀਕ ਹੈ। ਸੋ ਈਚ ਥ੍ਰੈਡ ਇਜ਼ ਇੰਡੀਪੈਂਡੈਂਟ ਐਂਡ ਹੈਜ਼ ਓਨ ਪਾਥ ਐਗਜ਼ੀਕਿਊਸ਼ਨ ਵਿਚ ਅਨੇਬਲਡ ਇੰਟਰ ਥ੍ਰੈਡ ਕਮਿਊਨੀਕੇਸ਼ਨ। ਈਚ ਥ੍ਰੈਡ ਹੈਜ਼ ਇਟਸ ਓਨ ਪ੍ਰੋਗਰਾਮ ਕਾਊਂਟਰ। ਇਹ ਪਰ ਰਜਿਸਟਰ ਪੜ੍ਹੇ ਹੋਏ ਨੇ, ਸਟੈਕ ਐਂਡ ਰਜਿਸਟਰਸ। ਹਰੇਕ ਥ੍ਰੈਡ ਦੇ ਆਪਣੇ ਪ੍ਰੋਗਰਾਮ ਮੈਮਰੀ ਵਗੈਰਾ ਹੁੰਦੀ ਹੈ। ਇਹ ਲਾਈਟ ਵੇਟ ਪ੍ਰੋਸੈਸ ਹੈ, ਠੀਕ ਹੈ। ਇਸ ਨੂੰ ਆਪਾਂ ਕੀ ਬੋਲਦੇ ਨੇ? ਮਲਟੀ ਥ੍ਰੈਡਿੰਗ। ਇੱਕ ਤੋਂ ਜ਼ਿਆਦਾ ਥ੍ਰੈਡ ਚੱਲਦੇ ਨੇ ਪ੍ਰੋਸੈਸਿਸ ਦੇ। ਕਲੀਅਰ ਗੱਲ ਹੋਈ। ਤੇ ਲਾਸਟ ਹੈਗਾ ਮਲਟੀ ਪ੍ਰੋਸੈਸਿੰਗ। ਮਲਟੀ ਪ੍ਰੋਸੈਸਿੰਗ ਦਾ ਮਤਲਬ ਕੀ ਹੁੰਦਾ? ਇੱਕ ਤੋਂ ਜ਼ਿਆਦਾ CPU ਲਾ ਦੇਣੇ ਆਪਾਂ ਇੱਕ ਕੰਪਿਊਟਰ ਦੇ ਵਿੱਚ। ਮੈਮਰੀ ਉਹੀ ਹੈ, ਕੰਪਿਊਟਰ ਇੱਕੋ ਹੀ ਆ। ਦੇਖੋ, ਇੱਕ ਕੰਪਿਊਟਰ ਦੇ ਵਿੱਚ ਇੱਕ ਤੋਂ ਜ਼ਿਆਦਾ CPU ਲਾ ਦੇ। ਜਿਵੇਂ ਬੈਂਕ ਦੇ ਵਿੱਚ ਜ਼ਿਆਦਾ ਬੰਦੇ ਬਿਠਾ ਤੇ ਆਪਾਂ ਇੱਕ ਤੋਂ ਜ਼ਿਆਦਾ CPU ਲਾ ਦੇ ਨਾ, ਤਾਂ ਇਹ ਹੋ ਜੂ ਮਲਟੀ ਪ੍ਰੋਸੈਸਿੰਗ। ਤਾਂ ਮਲਟੀ ਪ੍ਰੋਸੈਸਿੰਗ ਜਿਹੜਾ ਹੈ ਪੈਰਲਲ ਕੰਪਿਊਟਿੰਗ ਕਰਦਾ, ਨਾਲ ਨਾਲ 3 ਲਾਈਨਾਂ ਬਣ ਜਾਣਗੀਆਂ ਬੈਂਕ ਦੇ ਵਿੱਚ, ਉਹ ਪੈਰਲਲ ਹੀ ਕੰਮ ਚੱਲੀ ਜਾਊਗਾ ਆਪਣਾ, ਠੀਕ ਹੈ। ਸੈਵਰਲ ਪ੍ਰੋਸੈਸਿਸ ਇਨ ਦਾ ਮੈਮਰੀ ਐਂਡ ਈਚ ਦੈਮ ਕੈਨ ਰਨ ਮਲਟੀਪਲ ਪ੍ਰੋਸੈਸਿਸ ਸਾਈਮਲਟੇਨੀਅਸਲੀ। ਬਹੁਤ ਸਾਰੀਆਂ ਪ੍ਰੋਸੈਸਿਸ ਮੈਮਰੀ 'ਚ ਹੁੰਦੀਆਂ ਨੇ, ਹਰੇਕ ਮਲਟੀਪਲ ਪ੍ਰੋਸੈਸ ਜਿਹੜੀਆਂ ਰਨ ਕਰਦੀਆਂ ਨੇ, ਠੀਕ ਹੈ। ਸਿਸਟਮ ਦੀ ਥਰੂਪੁੱਟ ਸਿਗਨੀਫਿਕੈਂਟਲੀ ਵੱਧ ਜਾਂਦੀ ਹੈ। ਥਰੂਪੁੱਟ ਕੀ ਹੁੰਦਾ? ਇਹਦੇ ਵੀ ਕੁਐਸਚਨ ਆਇਆ ਹੋਇਆ। ਨੰਬਰ ਆਫ ਪ੍ਰੋਸੈਸਿਸ ਕੰਪਲੀਟਡ ਪਰ ਯੂਨਿਟ ਟਾਈਮ। ਜੇ ਆਪਾਂ ਕਹਿ ਦਈਏ 5 ਮਿੰਟ 'ਚ ਕਿੰਨੇ ਕਸਟਮਰ ਕੰਮ ਕਰਾ ਕੇ ਜਾਂਦੇ ਨੇ, ਜੇ 5 ਮਿੰਟ ਦੇ ਵਿੱਚ ਕਿਸੇ ਬੈਂਕ ਦੇ ਵਿੱਚ 20 ਬੰਦੇ ਕੰਮ ਕਰਾ ਕੇ ਜਾਂਦੇ ਨੇ, ਤਾਂ ਉਹ ਬੈਂਕ ਦੀ ਥਰੂਪੁੱਟ ਕੀ ਹੋ ਜੂਗੀ? 20 ਪਰਸਨ ਪਰ 5 ਮਿੰਟ। ਜੇ ਆਪਾਂ 1 ਮਿੰਟ 'ਚ ਲੈ ਲਈਏ, 1 ਮਿੰਟ ਦੇ ਵਿੱਚ 5 ਬੰਦੇ ਨਿਕਲਦੇ ਨੇ, ਤਾਂ ਬੈਂਕ ਦੀ ਥਰੂਪੁੱਟ ਹੋ ਜੂਗੀ 5 ਪਰਸਨ ਪਰ ਮਿੰਟ। ਉਹਦੀ ਥਰੂਪੁੱਟ ਹੋ ਜੂ। ਇਹ ਜ਼ਰੂਰੀ ਨਹੀਂ ਪਰ ਮਿੰਟ 'ਚ ਕੱਢਣੀ ਹੈ, ਪਰ ਆਰ ਵੀ ਕੱਢ ਸਕਦੇ ਹਾਂ ਆਪਾਂ, ਪਰ ਡੇ ਕੱਢ ਸਕਦੇ ਹਾਂ। ਥਰੂਪੁੱਟ ਯਾਦ ਰੱਖਣਾ ਬਹੁਤ ਇੰਪੋਰਟੈਂਟ ਚੀਜ਼ ਹੈ। ਸੋ ਫਿਰ ਮਲਟੀਪਲ ਪ੍ਰੋਸੈਸ, ਇਹ ਡਿਫਰੈਂਸ ਹੈ, ਮੈਂ ਆਲਰੇਡੀ ਕਰਾ ਚੁੱਕਿਆ। ਪੜ੍ਹਨਾ ਹੋਇਆ ਪੜ੍ਹ ਲਓ, ਨਹੀਂ ਤਾਂ ਬਹੁਤ ਹੈ ਜਿੰਨਾ ਮੈਂ ਕਰਾਤਾ। ਤਾਂ ਜਿਹੜਾ ਲਾਈਨਿਕਸ ਆਪਰੇਟਿੰਗ ਸਿਸਟਮ ਹੈ, ਇਹ ਮਲਟੀ ਟਾਸਕਿੰਗ ਵੀ ਹੈ ਤੇ ਇਹ ਮਲਟੀ ਪ੍ਰੋਸੈਸਿੰਗ ਵੀ ਹੈ, ਠੀਕ ਹੈ। ਦੋਨਾਂ ਨੂੰ ਸਪੋਰਟ ਕਰਦਾ। ਤਾਂ ਫਿਰ ਆਨਸਰ ਇਹਦਾ ਸੀ ਹੈ। ਕਲੀਅਰ ਹੋਈ ਗੱਲ? ਸੋ ਅਗਲਾ ਕੁਐਸਚਨ ਹੈ, ਇਨ MS ਵਰਡ 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਮੇਕ ਸਿਲੈਕਟਡ ਕਰੈਕਟਰ ਪਰਸ ਐਜ਼ ਏ ਸੁਪਰਸਕ੍ਰਿਪਟ। ਦੇਖੋ ਸੁਪਰਸਕ੍ਰਿਪਟ ਕੀ ਹੁੰਦੀ ਹੈ? ਜਿਵੇਂ ਮੈਂ ਲਿਖਦੇ ਆ ਦੇਖੋ, ਜਿਵੇਂ ਆਪਾਂ ਪਹਿਲਾਂ ਵੀ ਬਹੁਤ ਵਾਰੀ ਦੱਸਿਆ, ਜਿਵੇਂ ਮੈਂ ਲਿਖਦੇ ਆ ਕੁਲਦੀਪ, ਜੇ ਮੈਂ ਸਿੰਘ ਇੱਥੇ ਪਾ ਦਿਆਂ, ਇਹ ਤਾਂ ਹੈਗਾ ਸੁਪਰਸਕ੍ਰਿਪਟ ਲਾਈਨ ਤੋਂ ਉੱਪਰ। ਜੇ ਮੈਂ ਸਿੱਧੂ ਨੀਚੇ ਪਾ ਦਿਆਂ, ਇਹ ਹੈਗਾ ਸਬਸਕ੍ਰਿਪਟ। ਤੇ ਇਹ ਹੈਗਾ ਸੁਪਰ ਸਬਸਕ੍ਰਿਪਟ। ਕਲੀਅਰ ਹੋਈ ਗੱਲ? ਸੋ ਉਹਦੇ ਲਈ ਕਿਹੜਾ ਸ਼ਾਰਟਕਟ ਹੈ ਕਹਿੰਦਾ? ਤਾਂ ਆਨਸਰ ਤਾਂ ਮੈਨੂੰ ਲੱਗਦਾ ਡੀ ਹੈ, ਕੰਟਰੋਲ ਸ਼ਿਫਟ ਪਲੱਸ ਪਲੱਸ। ਤਾਂ ਜੇ ਸਬਸਕ੍ਰਿਪਟ ਪਾਉਣਾ ਹੈ ਨੀਚੇ ਵਾਲਾ ਪੈਰਾਂ ਵਾਲਾ, ਤਾਂ ਕੰਟਰੋਲ ਪਲੱਸ ਇਕੁਅਲ ਟੂ, ਜੇ ਸੁਪਰਸਕ੍ਰਿਪਟ ਪਾਉਣਾ ਕੰਟਰੋਲ ਸ਼ਿਫਟ ਪਲੱਸ ਪਲੱਸ, ਠੀਕ ਹੈ। ਫਿਰ ਡੀ ਆਨਸਰ ਹੈ। ਅਗਲਾ ਕੁਐਸਚਨ, ਵਿਚ ਆਫ ਦੀ ਫੋਲੋਇੰਗ ਯੂਜ਼ਡ ਟੂ ਆਇਡੈਂਟੀਫਾਈ ਇੰਡੀਵਿਜੂਅਲ ਮੋਬਾਈਲ ਫੋਨ। ਇਹ ਮੈਂ ਬਹੁਤ ਵਾਰੀ ਕਰਾ ਚੁੱਕਿਆ ਤੁਹਾਨੂੰ, ਮੈਨੂੰ ਲੱਗਦਾ ਪੁਰਾਣੇ ਪੇਪਰਾਂ ਦੇ ਵਿੱਚ ਵੀ ਇਹ ਕੁਐਸਚਨ ਆਇਆ ਹੋਇਆ। ਕਹਿੰਦਾ ਮੋਬਾਈਲ ਫੋਨ ਨੂੰ ਆਇਡੈਂਟੀਫਾਈ ਕਰਨ ਦੇ ਲਈ ਕੀ ਵਰਤਿਆ ਜਾਂਦਾ? ਕੀ IME ਹੁੰਦਾ ਕਿ IMSI ਹੁੰਦਾ? IMEI ਹੁੰਦਾ ਇੰਟਰਨੈਸ਼ਨਲ ਮੋਬਾਈਲ ਇਕਵਿਪਮੈਂਟ ਆਇਡੈਂਟੀਟੀ, ਤੇ IMSI ਹੁੰਦਾ ਇੰਟਰਨੈਸ਼ਨਲ ਮੋਬਾਈਲ ਸਬਸਕ੍ਰਾਈਬਰ ਆਇਡੈਂਟੀਟੀ। ਇਹ ਫਿਜ਼ੀਕਲ ਡਿਵਾਈਸ ਨੂੰ ਵਾਸਤੇ ਹੁੰਦਾ, ਫਿਜ਼ੀਕਲ ਡਿਵਾਈਸ ਜਾਂ ਮੋਬਾਈਲ ਵਾਸਤੇ, ਹੈ ਨਾ। ਤੇ IMSI ਹੁੰਦਾ ਸਿਮ ਵਾਸਤੇ, ਕਿਉਂਕਿ ਇਹਦੇ 'ਚ ਸਬਸਕ੍ਰਾਈਬਰ ਆ ਗਿਆ ਨਾ। ਸੋ ਇਹ ਡਾਇਗਰਾਮ ਤੁਹਾਨੂੰ ਯਾਦ ਹੋਣੀ ਹੈ ਕਿ ਮੋਬਾਈਲ ਇਕਵਿਪਮੈਂਟ ਹੁੰਦਾ IMSI ਹੁੰਦਾ ਨਾ, ਸਿਮ ਹੁੰਦਾ, ਸਿਮ ਦੇ ਵਿੱਚ IMSI ਹੁੰਦਾ ਸਬਸਕ੍ਰਾਈਬਰ ਵਾਲਾ। ਸੋ ਇੰਟਰਨੈਸ਼ਨਲ ਮੋਬਾਈਲ ਸਬਸਕ੍ਰਾਈਬਰ ਆਇਡੈਂਟੀਟੀ ਤੇ ਇੰਟਰਨੈਸ਼ਨਲ ਮੋਬਾਈਲ ਇਕਵਿਪਮੈਂਟ ਆਇਡੈਂਟੀਟੀ। ਕਲੀਅਰ ਹੋਈ ਗੱਲ? ਤੇ IMSI ਹੈ ਜਿਹੜਾ, ਇਹ 15 ਡਿਜਿਟਸ ਦਾ ਹੋ ਸਕਦਾ, ਬਟ ਇਹਦੇ ਤੋਂ ਘੱਟ ਵੀ ਹੋ ਸਕਦੀ ਹੈ ਲੈਂਥ, ਠੀਕ ਹੈ।
uniquely and automatically generated code stored in the SIM that identifies every mobile phone subscriber on network globally। ਹਰੇਕ ਸਬਸਕ੍ਰਾਈਬਰ ਨੂੰ ਗਲੋਬਲੀ ਉਹ ਕੀ ਕਰਦਾ, ਯੂਨੀਕਲੀ ਆਇਡੈਂਟੀਫਾਈ ਕਰਦਾ, ਕਿਹਦੇ ਦੁਆਰਾ, IMSI ਦੁਆਰਾ। ਤੇ IMEI ਹੁੰਦਾ ਇਹ ਫਿਜ਼ੀਕਲ ਡਿਵਾਈਸ ਮੋਬਾਈਲ ਨੂੰ ਆਇਡੈਂਟੀਫਾਈ ਕਰਦਾ ਤੇ 15 ਡਿਜਿਟ ਦਾ ਹੁੰਦਾ। ਕਲੀਅਰ ਹੋਈ ਗੱਲ। ਤੇ ਆਹ ਵਾਲਾ ਨੰਬਰ ਦੱਬ ਕੇ ਤੁਸੀਂ ਦੇਖ ਸਕਦੇ ਹੋ, ਜੇ ਤੁਹਾਡਾ ਡਬਲ ਸਿਮ ਹੈ ਤਾਂ 2 ਆ ਜਾਣਗੇ ਤੁਹਾਡੇ ਕੋਲੇ, ਠੀਕ ਹੈ। ਸੋ ਫਿਰ ਆਨਸਰ ਇਹਦਾ ਹੋ ਗਿਆ IMEI ਨੰਬਰ। ਕਿਉਂ? ਕਿਉਂਕਿ ਮੋਬਾਈਲ ਪੁੱਛਿਆ ਤਾਂ IMEI ਨੰਬਰ। ਅਗਲਾ ਕੁਐਸਚਨ ਹੈ VoIP ਦਾ, ਠੀਕ ਹੈ। VoIP ਮੈਂ ਕੋਸ਼ਿਸ਼ ਕਰ ਰਿਹਾ ਵੀ ਤੁਹਾਨੂੰ ਮੈਂ ਕਰਾਊਂਗਾ, ਨੋਟਸ ਜੇ ਬਣਾ ਰਿਹਾ ਹਜੇ, ਕਿਉਂਕਿ ਟਾਈਮ ਲੱਗਦਾ ਚੀਜ਼ਾਂ ਤੇ ਯਾਰ, ਕਿਉਂਕਿ ਮੈਨੂੰ ਟਾਈਪ ਕਰਨੀਆਂ ਪੈਂਦੀਆਂ ਨੇ। ਮੈਨੂੰ ਉਹ ਸਕਰੀਨਸ਼ਾਟ ਜੇ ਲਾਉਣੀਆਂ ਵਧੀਆ ਨਹੀਂ ਲੱਗਦੀਆਂ, ਐਵੇਂ ਮੈਂ ਸਕਰੀਨਸ਼ਾਟ ਜੇ ਲਾ ਦਾਂ, ਕਿਉਂਕਿ ਸਾਰਿਆਂ ਤੋਂ ਪਹਿਲਾਂ ਮੈਨੂੰ ਇਹ ਹੁੰਦਾ ਵੀ ਆਪਣਾ ਆਪਦਾ ਰਾਂਝਾ ਰਾਜੀ ਹੋਣਾ ਚਾਹੀਦਾ। ਕੋਈ ਵੀ ਕੰਮ ਕਰ ਰਿਹਾ, ਹੁਣ ਮੈਨੂੰ ਫਾਰਮੈਟ ਪ੍ਰੋਪਰ ਇਹ ਚੀਜ਼ਾਂ ਮੈਨੂੰ ਵਧੀਆ ਲੱਗਦੀਆਂ ਨੇ। ਟਾਈਮ ਬਹੁਤ ਲੱਗਦਾ ਵੈਸੇ, ਤੁਸੀਂ ਕਹੋਗੇ ਇਹਨਾਂ ਦੀ ਕੀ ਲੋੜ ਹੈ ਯਾਰ, ਸਕਰੀਨਸ਼ਾਟ ਲੈ ਕੇ ਵੀ ਸਮਝਾਈਆਂ ਜਾ ਸਕਦੀਆਂ ਚੀਜ਼ਾਂ, ਪਰ ਮੈਨੂੰ ਕੀ ਕਰਾਂ, ਮੈਨੂੰ ਤਸੱਲੀ ਐਂ ਹੁੰਦੀ ਹੈ ਨਾ। ਸੋ ਟਾਈਪ ਵੀ ਕਈ ਵਾਰੀ ਤਾਂ 1-2 ਮੇਰੇ ਸੀਗੇ ਵੀ ਜਿੱਥੋਂ ਮੈਂ ਟਾਈਪ ਕਰਾ ਸਕਦਾ ਸੀ, ਪਰ ਉਹ ਸੋਰਸ ਮੇਰੇ ਬਾਹਲੇ ਰਿਲਾਇਬਲ ਨਹੀਂ ਹੈ। ਹੁਣ ਉੱਥੇ ਮੈਨੂੰ ਬਾਹਲੇ ਵਾਰੀ ਕਹਿਣਾ ਪੈਂਦਾ ਵੀ ਟਾਈਪ ਕਰਕੇ ਭੇਜ ਦਿਓ, ਤਾਂ ਮੈਂ ਕੋਈ ਆਲਟਰਨੇਟਿਵ ਸੋਚ ਰਿਹਾ ਉਹਨਾਂ ਚੀਜ਼ਾਂ ਦੇ ਲਈ। ਜੇ ਤੁਹਾਡੇ 'ਚੋਂ ਕੋਈ ਬੰਦਾ ਹੈਲਪ ਕਰਨੀ ਚਾਹੁੰਦਾ ਮੇਰੀ, ਹੈ ਨਾ, ਜੇ ਤੁਹਾਨੂੰ ਲੱਗਦਾ ਵੀ ਯਾਰ ਮੈਂ ਤੁਹਾਨੂੰ ਕਿਸੇ ਨੂੰ ਐਂ ਲੱਗਦਾ ਵੀ ਆਪਾਂ ਹੈਲਪ ਕਰ ਦਾਂਗੇ, ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇੰਸਟਾਗ੍ਰਾਮ 'ਤੇ। ਥੋੜ੍ਹਾ ਬਹੁਤ ਜੇ ਕੋਈ ਟਾਈਪਿੰਗ ਬੰਦਾ ਸਿੱਖ ਰਿਹਾ, ਕਈ ਵਾਰੀ ਹੁੰਦਾ ਨਾ ਬੰਦਾ ਟਾਈਪਿੰਗ ਸਿੱਖ ਲੈਂਦਾ ਬਹਾਨੇ ਨਾਲ, ਤਾਂ ਇੱਕ ਅੱਧਾ ਤੁਸੀਂ 2, 4, 5 ਕੁਐਸਚਨ, 10 ਕੁਐਸਚਨ ਜਿੰਨੇ ਵੀ ਤੁਹਾਨੂੰ ਲੱਗਦਾ ਵੀ ਅਸੀਂ ਕਰ ਸਕਦੇ ਹਾਂ ਯਾਰ, ਉਹ ਤੁਸੀਂ ਮੈਨੂੰ ਭੇਜ ਦਿਆ ਕਰੋ। ਮੈਂ ਤੁਹਾਨੂੰ ਦੱਸ ਦੂੰ ਵੀ ਕੀ ਟਾਈਪ ਕਰਨਾ, ਤੇ ਉਹਦੇ ਨਾਲ ਕੀ ਹੈ ਮੈਂ ਵੀਡੀਓ ਥੋੜੀ ਜਲਦੀ ਬਣਾ ਸਕਦਾ, ਹੈ ਨਾ। ਪਰ ਕੋਈ ਸੱਚ ਤੁਹਾਡੇ ਤੇ ਰਿਸਟ੍ਰਿਕਸ਼ਨ ਨਹੀਂ ਹੈ ਵੀ ਬਣਾਓ। ਪੇਪਰ ਤੋਂ ਬਾਅਦ ਤੁਸੀਂ ਡੇਲੀ ਦੇ 10 ਜਾਂ 15 ਮਿੰਟ ਕੱਢਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਵੀ ਇੰਨੇ ਕੁ ਮਿੰਟ ਆਪਾਂ ਕੱਢ ਸਕਦੇ ਹਾਂ, ਤਾਂ ਤੁਸੀਂ ਹੈਲਪ ਕਰ ਸਕਦੇ ਹੋ। ਅਦਰਵਾਈਜ਼ ਕੋਈ ਨਹੀਂ, ਮੈਂ ਕੋਈ ਹੋਰ ਅਰੇਂਜ ਕਰ ਲੂੰਗਾ, ਠੀਕ ਹੈ। ਤਾਂ 11ਵਾਂ ਕੁਐਸਚਨ ਹੈ ਜਿਵੇਂ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ। ਦੇਖੋ ਨੋਟ ਆ ਗਿਆ ਨਾ, ਇਹਨੂੰ ਤਾਂ ਆਪਾਂ ਵੀ ਘੇਰ ਲਾਂਗੇ। ਕਹਿੰਦਾ ਕਿਹੜੀ ਠੀਕ ਨਹੀਂ ਹੈ। ਕਾਲ ਕੁਆਲਿਟੀ ਡਿਪੈਂਡਸ ਔਨ ਦੀ ਸਟਰੈਂਥ ਆਫ ਯੂਰ ਇੰਟਰਨੈਟ ਯੂਜ਼ਿੰਗ VoIP। ਇਹ ਗੱਲ ਬਿਲਕੁਲ ਠੀਕ ਹੈ। ਵੈਸੇ ਤਾਂ VoIP ਦੀ ਕੁਆਲਿਟੀ ਵਧੀਆ ਹੈ, ਪਰ ਜੇ ਤੁਹਾਡੇ ਨੈਟਵਰਕ ਦੀ ਰੇਂਜ ਹੀ ਨਹੀਂ ਆ ਰਹੀ ਤਾਂ ਫਿਰ ਇੰਟਰਨੈਟ ਕਿਵੇਂ ਚੱਲੂਗਾ। ਤਾਂ ਇਹ ਗੱਲ ਠੀਕ ਹੈ ਨਾ। ਤਾਂ ਉਹਨੇ ਕੀ ਪੁੱਛਿਆ, ਨਾਟ ਕਰੈਕਟ। ਤਾਂ ਇਹ ਤਾਂ ਗੱਲ ਕਰੈਕਟ ਹੈ। ਕਾਲ ਕੁਆਲਿਟੀ ਡਿਪੈਂਡ ਅਪੋਨ ਦੀ ਸਟਰੈਂਥ ਆਫ ਯੂਰ ਇੰਟਰਨੈਟ, ਤਾਂ ਇਹਦਾ ਮਤਲਬ ਇਹ ਆਨਸਰ ਨਹੀਂ ਹੈਗਾ। ਫਿਰ ਹੈਗਾ ਕਾਲ ਨੋਟੀਫਿਕੇਸ਼ਨ ਇਜ਼ ਨਾਟ ਪੋਸੀਬਲ ਯੂਜ਼ਿੰਗ VoIP। ਇਹ ਵੀ ਗੱਲ ਗਲਤ ਹੈ ਯਾਰ, ਕਿਉਂਕਿ ਪੋਸੀਬਲ ਹੈ। ਕਾਲ ਨੋਟੀਫਿਕੇਸ਼ਨ ਇਜ਼ ਨਾਟ ਪੋਸੀਬਲ, ਠੀਕ ਹੈ। ਤਾਂ ਇਹ ਵੀ ਇਨਕਰੈਕਟ ਹੈ। ਮੈਨੂੰ ਲੱਗਦਾ ਉਲਝ ਜੇ ਗਿਆ ਕੰਮ। ਇਜ਼ ਨਾਟ ਕਰੈਕਟ ਕਿਹੜੀ ਠੀਕ ਨਹੀਂ ਹੈ। ਕਾਲ ਨੋਟੀਫਿਕੇਸ਼ਨ ਇਜ਼ ਨਾਟ ਪੋਸੀਬਲ। ਦੇਖੋ ਕਨਫਿਊਜ਼ਿੰਗ ਕੁਐਸਚਨ ਕਿਵੇਂ ਹੋ ਗਿਆ ਨਾ, ਤੁਸੀਂ ਵੀ ਉੱਥੇ ਕਨਫਿਊਜ਼ ਹੋਗੇ, ਮੈਨੂੰ ਲੱਗਦਾ ਜਦੋਂ ਮੈਂ ਉਲਝ ਰਿਹਾ ਤੇ ਤੁਸੀਂ ਵੀ ਹੋਵੋਗੇ। ਪਹਿਲਾਂ ਦੁਬਾਰੇ ਪੜ੍ਹਦੇ ਹਾਂ ਧਿਆਨ ਨਾਲ। ਜੇ ਆਪਾਂ ਕਹਿ ਦਈਏ ਵੀ ਕਰੈਕਟ, ਹੈ ਨਾ, ਕਰੈਕਟ ਜਿਹੜਾ ਹੈਗਾ, ਪਹਿਲਾਂ ਆਪਾਂ ਕਰੈਕਟ ਦੇਖਦੇ ਹਾਂ ਕਿਹੜੇ। ਕਾਲ ਕੁਆਲਿਟੀ ਡਿਪੈਂਡ ਅਪੋਨ ਦਾ ਇੰਟਰਨੈਟ ਸਟਰੈਂਥ, ਹਾਂ ਪਹਿਲਾ ਕਰੈਕਟ ਹੈ, ਠੀਕ ਹੈ। ਦੂਸਰਾ ਕੀ ਹੈ ਆਪਾਂ ਦੇਖਦੇ ਹਾਂ। ਦੇਖੋ ਕਾਲ ਨੋਟੀਫਿਕੇਸ਼ਨ ਇਜ਼ ਨਾਟ ਪੋਸੀਬਲ ਯੂਜ਼ਿੰਗ VoIP, ਪੋਸੀਬਲ ਹੈਗਾ, ਇਹਦਾ ਮਤਲਬ ਦੂਜਾ ਕੀ ਹੈ, ਇਨਕਰੈਕਟ ਹੈ। ਤਾਂ ਉਹਨੇ ਪੁੱਛਿਆ ਨਾਟ ਕਰੈਕਟ, ਤਾਂ ਆਨਸਰ 2 ਹੈ। ਮੈਨੂੰ ਤਾਂ ਲੱਗਦਾ ਇਹੀ ਹੋਣਾ ਚਾਹੀਦਾ, C ਆਨਸਰ, ਠੀਕ ਹੈ। ਬਿਲਕੁਲ C ਆ। ਦੇਖੋ ਜੇ ਕਨਫਿਊਜ਼ ਹੋਇਆ, ਤੁਹਾਨੂੰ ਲਾਈਵ ਡੈਮੋ ਦਿਖਾਤਾ ਵੀ ਜਦੋਂ ਮੈਂ, ਕਿਉਂਕਿ ਮੈਂ ਖੁਦ ਕਨਫਿਊਜ਼ ਹੋ ਗਿਆ, ਮੈਂ ਵੀ ਬੰਦਾ ਹੀ ਆ ਤੁਹਾਡੇ ਵਰਗਾ, ਹੈ ਨਾ, ਹੋ ਹੀ ਸਕਦਾ ਬੰਦਾ। ਤਾਂ ਤੁਸੀਂ ਜੇ ਉੱਥੇ ਕਨਫਿਊਜ਼ ਹੋ ਗਏ ਤਾਂ ਪੂਰੀ ਸਟੇਟਮੈਂਟ ਨੂੰ ਨਾ ਸਮਝੋ, ਉਹਨੂੰ ਤੋੜ ਕੇ ਦੇਖੋ। ਤਾਂ ਪਹਿਲਾਂ ਆਪਾਂ ਕਰੈਕਟ ਕੱਢ ਲਿਆ, ਪਹਿਲੀ ਕਰੈਕਟ ਹੈ ਲਿਖ ਲਿਆ, ਦੂਜੀ ਇਨਕਰੈਕਟ ਹੈ, ਤਾਂ ਪੁੱਛਿਆ ਉਹਨੇ ਕਿਹੜੀ ਹੈ, ਨਾਟ ਕਰੈਕਟ, ਤਾਂ ਇਨਕਰੈਕਟ, ਤਾਂ ਆਨਸਰ ਕੀ ਜੀ 2, ਠੀਕ ਹੈ ਜੀ। ਹਾਂ ਇਹ ਕੁਐਸਚਨ ਦੀ ਮੈਂ ਗੱਲ ਕਰ ਰਿਹਾ ਸੀ। ਇਨ MS PowerPoint 2019 ਵਿੱਚ ਸ਼ਾਰਟਕਟ ਕੀ ਯੂਜ਼ ਟੂ ਸਟਾਰਟ ਦੀ ਪ੍ਰੈਜੈਂਟੇਸ਼ਨ ਫਰੋਮ ਕਰੰਟ ਸਲਾਈਡ। ਇਹ ਮੈਂ ਕਰਾਈ ਹੋਈ ਹੈ, ਅੰਗਣਵਾੜੀ ਵਾਲਾ ਪੇਪਰ ਤੁਸੀਂ ਦੇਖ ਸਕਦੇ ਹੋ। ਉਹਦੇ 'ਚ ਉਹਨੇ ਕਰੰਟ ਤੋਂ ਨਹੀਂ ਪੁੱਛਿਆ ਸੀ, ਉਹਨੇ ਸਟਾਰਟ ਤੋਂ ਪੁੱਛਿਆ ਸੀ ਵੀ ਸਟਾਰਟ ਤੋਂ ਜਾ ਕੇ ਕੀ। ਸਟਾਰਟ ਦੇ ਲਈ ਤਾਂ ਸੀਗਾ F5, ਇਹਦੇ 'ਚ F5 ਹੈ ਨਹੀਂ। ਕਰੰਟ ਸਲਾਈਡ ਦੇ ਲਈ ਆਪਾਂ ਦੇਖ ਲੈਂਦੇ ਹਾਂ। ਸਟਾਰਟ ਕਰਨ ਦੇ ਲਈ F5, ਕਰੰਟ ਸਲਾਈਡ ਤੋਂ ਕਰਨ ਦੇ ਲਈ ਸ਼ਿਫਟ F5, ਤੇ ਪ੍ਰੈਜ਼ੈਂਟਰ ਵਿਊ ਹੁੰਦਾ ਇੱਕ, ਉਹਦੇ ਲਈ Alt 5। ਪ੍ਰੈਜ਼ੈਂਟਰ ਵਿਊ ਦੇ ਵਿੱਚ ਇੰਨੀ ਕੁ ਸਕਰੀਨ ਹੈ ਜਿਹੜੀ ਉਹ ਪ੍ਰੋਜੈਕਟਰ ਵਾਲਿਆਂ ਨੂੰ ਦਿਖਦੀ ਹੁੰਦੀ ਹੈ, ਇੰਨੀ ਕੁ ਸਕਰੀਨ ਲੈਪਟਾਪ ਵਾਲੇ ਬੰਦੇ ਨੂੰ ਦਿਖਦੀ ਹੁੰਦੀ ਹੈ, ਠੀਕ ਹੈ ਜੀ। ਇਹਦੇ ਤੇ ਮੰਨ ਲਓ ਤੀਜੀ ਸਲਾਈਡ ਸ਼ੋ ਹੋ ਰਹੀ, ਇੱਥੇ ਉਦੋਂ ਅਗਲੀ ਹੁੰਦੀ ਹੈ ਚੌਥੀ, ਜਿਹੜੀ ਆਉਣ ਵਾਲੀ ਸਲਾਈਡ ਹੈ, ਠੀਕ ਹੈ। ਐਂ ਜੇ ਕੁਛ ਹੁੰਦਾ, ਉਹ ਬਾਕੀ ਸੈਟਿੰਗਾਂ ਕਰਕੇ ਆਪਾਂ ਚੇਂਜ ਕਰ ਸਕਦੇ ਹਾਂ। ਤਾਂ ਫਿਰ ਇਹਦਾ ਆਨਸਰ ਕਿਹੜਾ ਹੋ ਗਿਆ, A, ਸ਼ਿਫਟ F5। ਅਗਲਾ ਕੁਐਸਚਨ, ਵਿੱਚ ਰਜਿਸਟਰ ਹੋਲਡ ਦੀ ਐਡਰੈਸ ਆਫ ਦੀ ਐਕਟਿਵ ਮੈਮਰੀ ਲੋਕੇਸ਼ਨ। ਇਹ ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ, ਮੈਂ ਬਹੁਤ ਵਾਰੀ ਕਰਾਇਆ, ਬਹੁਤ ਸ਼ਿਫਟਾਂ ਦੇ ਵਿੱਚ ਇਹ ਕੁਐਸਚਨ ਆਇਆ ਹੋਇਆ। ਤਾਂ ਆਨਸਰ ਜਿਹੜਾ ਕੀ ਕਰਦਾ, ਮੈਮਰੀ ਲੋਕੇਸ਼ਨ ਨੂੰ ਹੋਲਡ ਕਰਦਾ, ਤਾਂ ਉਹ ਹੁੰਦਾ ਮੈਮਰੀ ਐਡਰੈਸ ਰਜਿਸਟਰ। ਯਾਰ ਗੜਬੜ ਹੋ ਗਈ, ਮੈਮਰੀ ਐਡਰੈਸ, ਹਾਂ ਠੀਕ ਹੈ, ਮੈਮਰੀ ਐਡਰੈਸ ਵਾਲਾ। ਤੇ ਕਿਉਂਕਿ ਉੱਪਰ ਵਾਲਾ ਹੁੰਦਾ ਨਾ ਮੈਮਰੀ ਡੇਟਾ ਰਜਿਸਟਰ ਤੇ ਮੈਮਰੀ ਬਫਰ,
ਇਹ ਡੇਟਾ ਨੂੰ ਸਟੋਰ ਕਰਦਾ। ਆ ਪਿਆ ਸੀ ਥੱਲੇ, ਮੈਨੂੰ ਲੱਗਿਆ ਯਾਰ ਮੈਮਰੀ ਬਫਰ ਤੇ ਮੈਮਰੀ ਐਡਰੈਸ ਕਿਤੇ ਸੇਮ ਨੇ, ਅਲੱਗ-ਅਲੱਗ ਨੇ। ਠੀਕ ਹੈ, ਮੈਂ ਚੀਜ਼ ਚੰਗੀ ਤਰ੍ਹਾਂ ਕਰਾਈ ਹੋਈ ਹੈ। ਆਈ ਹੋਪ ਕਿ ਤੁਸੀਂ ਇਹ ਨੋਟਸ ਬਣਾਏ ਹੋਣਗੇ ਇਹਦੇ। ਅਗਲਾ ਕੁਐਸਚਨ ਉਹੀ ਹੈ, ਸੱਚ ਆਨਸਰ ਲਾਉਣਾ ਸੀ ਇਹ। ਅਗਲਾ, ਫੁੱਲ ਫਾਰਮ ਆਫ GUI ਚੰਗੀ ਤਰ੍ਹਾਂ ਕੀਤਾ ਹੋਇਆ, ਗ੍ਰਾਫਿਕਲ ਯੂਜ਼ਰ ਇੰਟਰਫੇਸ। ਇਹਦੇ ਨਾਲ ਲੱਗਦੀ CLI ਦੀ ਦੇਖ ਲਓ, ਕਮਾਂਡ ਲਾਈਨ ਇੰਟਰਫੇਸ। ਠੀਕ ਹੈ, ਗ੍ਰਾਫਿਕਲ ਯੂਜ਼ਰ ਇੰਟਰਫੇਸ। ਅਗਲਾ, ਇਹ ਬਹੁਤ ਵਧੀਆ ਕੁਐਸਚਨ ਹੈ। ਇਹਦੇ ਨਾਲ ਦਾ ਹਜੇ ਪਹਿਲਾਂ ਕੁਐਸਚਨ ਆਇਆ ਨਹੀਂ ਹੋਇਆ ਸੀਗਾ। ਇਹ ਸੈਲੂਲਰ ਨੈਟਵਰਕ ਤੇ ਹੈ। ਕਹਿੰਦਾ ਵਾਟ ਇਜ਼ ਦੀ ਸ਼ੇਪ ਆਫ ਨੈਟਵਰਕ ਸੈੱਲ ਜਿਓਗ੍ਰਾਫਿਕਲ ਏਰੀਆ ਦੈਟ ਮੇਕਸ ਅਪ ਦੀ ਸੈਲੂਲਰ ਫੋਨ ਗ੍ਰਿਡ। ਕਹਿੰਦਾ ਸੈਲੂਲਰ ਫੋਨ ਦੇ ਵਿੱਚ ਉਹ ਨੈਟਵਰਕ ਦਾ ਸੈੱਲ ਦਾ ਸਾਈਜ਼ ਕੀ ਹੋ ਸਕਦਾ, ਕੀ ਉਹ ਸਕੁਆਇਰ ਹੁੰਦਾ, ਪੈਂਟਾਗੋਨਲ ਹੁੰਦਾ, ਸਰਕਲ ਹੁੰਦਾ ਕਿ ਹੈਕਸਾਗੋਨਲ ਹੁੰਦਾ। ਆਪਾਂ ਦੇਖਦੇ ਹਾਂ, ਪਹਿਲਾਂ ਸੈਲੂਲਰ ਨੈਟਵਰਕ ਦੇਖਦੇ ਹਾਂ ਕੀ ਹੁੰਦਾ ਹੈ। ਸੈਲੂਲਰ ਨੈਟਵਰਕ, ਇਹ ਸੈਲੂਲਰ ਨੈਟਵਰਕ ਔਰ ਮੋਬਾਈਲ ਨੈਟਵਰਕ is a communication network where the link to and from end node is wireless। ਜਿਵੇਂ ਆਪਾਂ ਮੋਬਾਈਲ ਫੋਨ ਤੇ ਗੱਲਾਂ ਨਹੀਂ ਕਰਦੇ ਟਾਵਰਾਂ ਦੁਆਰਾ, ਆਪਣੇ ਫੋਨਾਂ ਦਾ ਵਾਇਰਲੈਸ ਲਿੰਕ ਹੁੰਦਾ। The network is distributed over land area called cells, each cell serves at least one fixed location transceiver। ਇਹ ਮੈਨੂੰ ਇਹ ਲੱਗਦਾ ਵੀ, ਮੈਂ ਯਾਦ ਤਾਂ ਹੈ ਨਹੀਂ ਮੈਨੂੰ ਪੱਕਾ, ਮੈਂ ਇਹ ਇੰਟੈਲੀਜੈਂਸ ਅਸਿਸਟੈਂਟ ਕਾਂਸਟੇਬਲ ਵਾਲੇ ਪੇਪਰਾਂ ਦੇ ਵਿੱਚ ਇਹ ਕਰਾਇਆ ਹੋਇਆ, ਪਤਾ ਨਹੀਂ ਦੂਜੇ ਕਿ ਤੀਜੇ ਪਾਰਟ ਦੇ ਵਿੱਚ ਇਹ ਚੰਗੀ ਤਰ੍ਹਾਂ ਕਰਾਇਆ ਹੋਇਆ ਵੀ GSM ਦਾ ਸਟਰਕਚਰ ਮੈਂ ਕਰਾਇਆ ਹੋਇਆ। ਜੇਕਰ ਤੁਸੀਂ ਉਹ ਵੀਡੀਓ ਦੇਖੀਆਂ ਹੋਣੀਆਂ ਤਾਂ ਉੱਥੇ ਤੁਹਾਨੂੰ ਗੱਲ ਕਲੀਅਰ ਹੋਊਗੀ ਕਿ ਆਪਾਂ ਦੇਖਿਆ ਸੀ ਵੀ ਕਿਵੇਂ ਟਾਵਰ ਲੱਗੇ ਹੁੰਦੇ ਨੇ। ਮੈਂ ਥੋੜਾ ਜਿਹਾ ਦੱਸ ਦੇਣਾ ਜਿੰਨੀ ਕਿ ਇੱਥੇ ਲੋੜ ਹੈ। ਆਪਣੇ ਕੋਲ ਇੱਥੇ ਟਾਵਰ ਨਹੀਂ ਲੱਗਿਆ ਹੁੰਦਾ, BSNL ਦਾ ਹੋ ਗਿਆ, ਤੇ ਉਹਦੀ ਰੇਂਜ ਹੁੰਦੀ ਹੈ, ਉਹਦਾ ਰੇਂਜ ਐਂ ਕਰਕੇ ਸਰਕਲ ਹੁੰਦਾ। ਫਿਰ ਦੂਜਾ ਟਾਵਰ ਆ ਗਿਆ ਇੱਥੇ, ਫਿਰ ਤੀਜਾ ਟਾਵਰ ਆ ਗਿਆ। ਤਾਂ ਇਹ ਐਂ ਪੁੱਛਦਾ ਕਿ ਜਿਵੇਂ ਆਪਾਂ ਗੱਲ ਕੀਤੀ ਸੀ, ਉਹਦੇ 3 ਕੰਪੋਨੈਂਟ ਹੁੰਦੇ ਸੀ। ਮੋਬਾਈਲ ਸਟੇਸ਼ਨ ਸੀਗਾ ਇੱਕ, ਨੈਟਵਰਕ ਪਤਾ ਨਹੀਂ BSS ਸੀ ਐਂ ਜੇ ਕਰਕੇ, ਹੈ ਨਾ, ਇੱਕ MSC, ਮੈਨੂੰ ਪ੍ਰੋਪਰ ਤਾਂ ਯਾਦ ਨਹੀਂ, ਐਂ ਜੇ ਕਰਕੇ 3 ਕੰਪੋਨੈਂਟ ਸੀਗੇ GSM ਦੇ। ਉਹ ਤੁਸੀਂ ਦੇਖ ਸਕਦੇ ਹੋ ਵੀਡੀਓ ਕੋ, ਕਿਉਂਕਿ ਉਹ ਕਾਫੀ ਇੰਪੋਰਟੈਂਟ ਹੈ, ਉਹਦੇ 'ਤੇ ਕੁਐਸਚਨ ਪੁੱਛੇ ਗਏ ਨੇ, ਹੈ ਨਾ। ਸੋ ਉਹਦੇ ਵਿੱਚ ਜਿਹੜਾ ਇੱਕ ਟਾਵਰ ਹੈ, ਕਹਿੰਦਾ ਕੀ ਉਹਦਾ ਏਰੀਆ ਸਕੁਆਇਰ ਹੋ ਸਕਦਾ, ਕੀ ਉਹਦਾ ਏਰੀਆ ਐਂ ਹੋ ਸਕਦਾ। ਜਿਵੇਂ ਮੰਨ ਲਓ ਕੀ ਹੋ ਗਿਆ, ਹਾਂ ਤਾਂ ਉਹ ਏਰੀਆ ਦੇ ਵਿੱਚ ਇੱਕ ਟਾਵਰ ਲੱਗਿਆ। ਇਹ ਏਰੀਆ ਕਿਵੇਂ ਦਾ, ਕਿੱਥੋਂ ਤੱਕ ਏਰੀਆ ਹੋਊਗਾ ਇੱਥੋਂ ਤੱਕ, ਕੀ ਇਹ ਸਕੁਆਇਰ ਦੇ ਵਿੱਚ ਲੈ ਲਈਏ ਆਪਾਂ ਏਰੀਆ ਸਾਰਿਆਂ ਦੇ ਵਿੱਚ, ਹਨਾ, ਵੀ ਇੱਥੇ ਇੱਕ ਟਾਵਰ ਲੱਗਿਆ ਹੋਵੇ, ਇਹ ਇੰਨਾ ਸਕੁਆਇਰ ਫੋਲੋ ਕਰੇ, ਇੱਥੇ ਵੀ ਟਾਵਰ ਹੋਵੇ, ਇੱਥੇ ਵੀ ਟਾਵਰ ਹੋਵੇ, ਇੱਥੇ ਵੀ ਟਾਵਰ ਹੋਵੇ, ਨਾ, ਕੀ ਸਕੁਆਇਰ ਦੇ ਵਿੱਚ ਲਊਗਾ ਕਿ ਅਸੀਂ ਸਰਕਲ ਦੇ ਵਿੱਚ। ਇੱਥੇ ਆਹ ਟਾਵਰ ਹੈ ਜਿਹੜਾ ਇੱਥੋਂ ਤੱਕ ਇਹਦੀ ਰੇਂਜ ਜਾਂਦੀ ਹੈ, ਦੂਜਾ ਟਾਵਰ ਇੱਥੋਂ ਤੱਕ ਹੋ ਗਿਆ, ਤੀਜਾ ਟਾਵਰ ਇੱਥੋਂ ਤੱਕ, ਨਾ। ਕਹਿੰਦਾ ਕਿਹੜਾ ਸਕੁਆਇਰ ਹੈ, ਇਹਨੂੰ ਸਕੁਆਇਰ ਬੋਲਦੇ ਨੇ ਆਪਾਂ ਜਿਹਦੀਆਂ ਚਾਰੇ ਭੁਜਾਵਾਂ ਇੱਕੋ ਜਿਹੀਆਂ ਹੋਣ। ਤੇ ਪੈਂਟਾਗੋਨਲ ਆਹ ਸ਼ੇਪ ਹੁੰਦੀ ਹੈ, ਤੇ ਸਰਕਲ ਇਹ ਵਾਲੀ ਹੁੰਦੀ ਹੈ, ਤੇ ਹੈਕਸਾਗੋਨਲ ਆਹ ਵਾਲੀ ਸ਼ੇਪ ਹੁੰਦੀ ਹੈ। ਉਹ ਆਪਾਂ ਨੂੰ ਪੁੱਛਦਾ ਹੈ। ਆਨਸਰ ਤਾਂ ਹੈਗਾ ਜੀ, ਦੇਖੋ ਹੈਕਸਾਗੋਨਲ, ਹੈਕਸਾਗੋਨ। ਤਾਂ ਇਹ ਵੀ ਦੱਸਿਆ ਹੀ ਹੋਇਆ ਮੈਂ ਤੁਹਾਨੂੰ, ਕਿਹੜੇ ਸੈੱਲ ਟਾਈਪ ਹੁੰਦਾ ਹੈਕਸਾਗੋਨਲ। ਆਹ ਟਾਵਰ ਹੁੰਦਾ, ਇੱਥੋਂ ਤੱਕ ਰੇਂਜ ਇਹ ਕਰਦਾ। ਤੇ ਬਟ ਆਹ ਕਿਉਂ ਨਹੀਂ ਹੁੰਦੇ? ਜੇ ਹੁਣ ਆਪਾਂ ਸਕੁਆਇਰ ਲੈ ਲੈਂਦੇ ਹਾਂ, ਸੌਰੀ ਸਰਕਲ ਲੈ ਲੈਂਦੇ ਹਾਂ, ਮੰਨ ਲਓ ਪਹਿਲਾ ਟਾਵਰ, ਦੂਜਾ ਟਾਵਰ, ਤੀਜਾ ਟਾਵਰ, ਚੌਥਾ ਟਾਵਰ, ਪੰਜਵਾਂ ਟਾਵਰ, ਛੇਵਾਂ, ਇਸ ਤਰ੍ਹਾਂ ਕਰਕੇ, ਹੈ ਨਾ। ਜੇ ਆਪਾਂ ਐਂ ਲੈਂਦੇ ਹਾਂ ਤਾਂ ਆਹ ਏਰੀਆ ਖਾਲੀ ਰਹਿ ਗਏ। ਇੱਥੇ ਐਂ ਦਾ ਹੋ ਜਾਊਗਾ ਵੀ ਕਿਸੇ ਵੀ ਟਾਵਰ ਦੀ ਰੇਂਜ ਨਹੀਂ ਆਉਣੀ, ਕਿਉਂਕਿ ਏਰੀਆ ਖਾਲੀ ਰਹਿ ਗਿਆ, ਕਵਰ ਨਹੀਂ ਕੀਤਾ, ਰਹਿ ਗਿਆ। ਤੇ ਜੇ ਅਸੀਂ ਐਂ ਕਰਦੇ ਹਾਂ ਵੀ ਏਰੀਆ ਰਹਿਣ ਨਹੀਂ ਦੇਣਾ ਚਾਹੀਦਾ, ਫਿਰ ਇੰਟਰਫੇਅਰੈਂਸ ਹੋ ਜਾਂਦੀ। ਇੱਥੇ 2 ਟਾਵਰਾਂ ਦਾ ਸਿਗਨਲ ਆ ਗਿਆ, ਕਦੇ ਕਿਹੜੇ ਦੀ ਰੇਂਜ ਫੜ ਗਿਆ, ਕਦੇ ਕਿਹੜੇ ਦੀ। ਉਹਦੇ ਨਾਲ ਕੀ ਹੁੰਦਾ, ਬੈਟਰੀ ਜ਼ਿਆਦਾ ਕੰਜ਼ਿਊਮ ਹੁੰਦੀ ਹੈ, ਤੇ ਉਹ ਬੰਦੇ ਨੂੰ ਟਰੇਸ ਕਰਨਾ ਵੀ ਔਖਾ ਹੋ ਜਾਂਦਾ ਵੀ ਉਹਦੀ ਲੋਕੇਸ਼ਨ ਕਿਹੜੇ ਆਹ ਟਾਵਰ ਤੇ ਜਾਊ ਕਿ ਆਹ ਟਾਵਰ ਤੇ। ਪਤਾ ਹੀ ਨਹੀਂ ਲੱਗਦਾ ਵੀ ਸਵਿਚ ਕਦੋਂ ਹੋ ਰਹੀ ਹੈ, ਕਿਉਂਕਿ ਕਦੇ ਕਦੇ ਕਿਹੜੀ ਰੇਂਜ, ਕਦੇ ਕਿਹੜੀ। ਤਾਂ ਇਹ ਸਰਕਲ ਤਾਂ ਪੋਸੀਬਲ ਨਹੀਂ ਹੈ। ਜੇ ਆਪਾਂ ਲੈ ਲਈਏ ਟਰਾਇੰਗਲ, ਟਰਾਇੰਗਲ ਦੇ ਵਿੱਚ ਤਾਂ ਆਪਾਂ ਇਹ ਚੀਜ਼ ਕਰ ਸਕਦੇ ਹਾਂ ਕਿ ਆਹ 2 ਟਰਾਇੰਗਲ ਬਣ ਗਈਆਂ, ਤੀਜੀ ਟਰਾਇੰਗਲ ਇੱਥੇ ਆਹ ਬਣ ਗਈ, ਐ ਪੈਕਡ ਬਣਾ ਸਕਦੇ ਹਾਂ। ਬਟ ਇਹਦੇ ਨਾਲ ਵੀ ਬੜੀ ਵੱਡੀ ਦਿੱਕਤ ਹੈ। ਜਿਵੇਂ ਏਰੀਆ ਓਵਰਲੈਪਿੰਗ ਦੀ ਗੱਲ ਕਰੀਏ, ਇਹਦੇ ਨਾਲ ਏਰੀਆ ਓਵਰਲੈਪ ਹੁੰਦਾ, ਇਹਦੇ ਨਾਲ ਏਰੀਆ ਓਵਰਲੈਪਿੰਗ ਨਹੀਂ ਹੁੰਦਾ, ਇਹਦੇ ਨਾਲ ਵੀ ਨਹੀਂ ਹੁੰਦਾ, ਇਹਦੇ ਨਾਲ ਵੀ ਨਹੀਂ ਹੁੰਦਾ। ਬਟ ਫਿਰ ਆਪਾਂ ਹੈਕਸਾਗੋਨਲੀ ਕਿਉਂ ਲਿਆ? ਬਹੁਤ ਤਕੜੀ ਗੱਲ ਹੈ। ਇੱਥੇ ਇੱਕ ਦੇਖਾਂਗੇ ਨੇਚਰ ਦੇ ਵਿੱਚੋਂ, ਦੇਖੋ ਕਿਵੇਂ ਸਾਇੰਸ ਨੇ ਚੀਜ਼ਾਂ ਕਹਿ ਲਓ ਵੀ ਗ੍ਰਾਸਪ ਕੀਤੀਆਂ ਨੇ, ਕਿਵੇਂ ਨੇਚਰ ਨੂੰ ਵਰਤ ਕੇ ਸਾਇੰਸ ਨੇ ਚੀਜ਼ਾਂ ਬਣਾਈਆਂ ਨੇ। ਦੇਖੋ ਸਰਕਲ ਦੇ ਵਿੱਚੋਂ ਹੀ ਸਕੁਆਇਰ ਕੱਟਾਂਗੇ ਆਪਾਂ। ਸਰਕਲ ਨੂੰ ਜੇ ਇੱਕ ਸਕੁਆਇਰ ਦੇ ਵਿੱਚ ਕਨਵਰਟ ਕਰ ਦਾਂਗੇ ਤਾਂ ਸਕੁਆਇਰ ਹੈ ਜਿਹੜਾ ਉਹ 63% ਏਰੀਆ ਕਵਰ ਕਰਦਾ ਸਰਕਲ ਦਾ, ਤਾਂ ਆਹ ਵਾਲੀਆਂ ਥਾਵਾਂ ਨੂੰ ਕਵਰ ਨਹੀਂ ਕਰ ਰਿਹਾ। ਕਿਉਂਕਿ ਜੇ ਅਸੀਂ ਸਰਕੂਲਰ ਸ਼ੇਪ ਲੈ ਲਾਂਗੇ ਟਾਵਰ ਦੀ, ਤਾਂ ਉਹ ਇੰਨਾ ਏਰੀਆ ਕੱਟ ਦੂਗਾ।
ਤਾਂ ਲਾਸ ਹੋ ਗਿਆ। ਆਪਾਂ ਚਾਹੁੰਦੇ ਹਾਂ ਵੀ ਸਾਡਾ ਏਰੀਆ, ਇੱਕ ਟਾਵਰ ਵੱਧ ਤੋਂ ਵੱਧ ਏਰੀਆ ਕੰਜ਼ਿਊਮ ਕਰੇ, ਸਾਨੂੰ ਟਾਵਰ ਘੱਟ ਲਾਉਣੇ ਪੈਣ, ਜ਼ਿਆਦਾ ਟਾਵਰ ਲਾਉਣੇ ਪੈਣਗੇ ਖਰਚਾ ਹੋ ਜਾਊਗਾ, ਤਾਂ ਅਸੀਂ ਏਰੀਆ ਬਚਾ ਲਈਏ। ਤੇ ਜੇ ਅਸੀਂ ਇਸੇ ਦੇ ਵਿੱਚ ਹੀ ਟ੍ਰਾਇੰਗੂਲਰ ਸ਼ੇਪ ਬਣਾ ਦਾਂਗੇ, ਇਸ ਤਰ੍ਹਾਂ ਕਰਕੇ ਬਣਾ ਦਾਂਗੇ, ਕਿਉਂਕਿ ਟ੍ਰਾਇੰਗਲ ਤਾਂ ਇਦੋਂ ਵੱਡਾ ਤਾਂ ਬਣ ਨਹੀਂ ਸਕਦਾ, ਉਹ 17% ਏਰੀਆ ਹੀ ਕਵਰ ਕਰਦਾ ਸਰਕਲ ਦਾ, ਤਾਂ ਉੱਥੇ ਵੀ ਵੇਸਟੇਜ ਹੋ ਰਹੀ ਹੈ ਸਾਡੀ, ਹੈ ਨਾ। ਤੇ ਜੇ ਅਸੀਂ ਕਹਿੰਦਾ ਇੱਥੇ ਹੈਕਸਾਗੋਨਲ ਬਣਾ ਦਾਂਗੇ, ਹੈਕਸਾਗੋਨਲ ਸਭ ਤੋਂ ਜ਼ਿਆਦਾ ਏਰੀਆ ਕਵਰ ਕਰਦਾ 83%। ਦੇਖਿਆ ਜਾਵੇ ਵੈਸੇ ਤਾਂ ਸਰਕਲ ਸਭ ਤੋਂ ਜ਼ਿਆਦਾ ਕਵਰ ਕਰਦਾ, ਪਰ ਸਰਕਲ ਦੇ ਵਿੱਚ ਓਵਰਲੈਪਿੰਗ ਹੋ ਰਹੀ ਹੈ, ਬੜੀ ਵੱਡੀ ਦਿੱਕਤ ਹੈ, ਜਾਂ ਸਪੇਸ ਖਾਲੀ ਰਹਿ ਰਹੀ ਹੈ, ਤਾਂ ਕਰਕੇ ਅਸੀਂ ਹੈਕਸਾਗੋਨਲ ਲਵਾਂਗੇ। ਹੁਣ ਤੁਸੀਂ ਦੇਖੋ ਰਿਸਰਚਰ ਨੇ, ਜਿਹੜੇ ਸਾਇੰਟਿਸਟ ਨੇ, ਆਪਾਂ ਕਹਿ ਦਿੰਦੇ ਹਾਂ ਨਾ ਵੀ ਉਹਨੇ ਰਿਸਰਚ ਕੀਤੀ ਹੈ। ਰਿਸਰਚ ਤਾਂ ਮੈਂ ਕਹਿੰਦਾ ਅਸਲ ਦੇ ਵਿੱਚ ਨੇਚਰ ਨੇ ਰਿਸਰਚ ਕੀਤੀ ਹੈ, ਸਾਇੰਟਿਸਟਾਂ ਨੇ ਕੋਈ ਨਹੀਂ ਰਿਸਰਚ ਕੀਤੀ, ਉਹਨਾਂ ਨੇ ਲੱਭਿਆ ਕਿਵੇਂ। ਦੇਖੋ ਇਹ ਆਈਡੀਆ ਦੇਖੋ ਕਿੱਥੋਂ ਲਿਆ, ਦੇਖੋ ਕਿੱਡੀ ਤਕੜੀ ਚੀਜ਼ ਹੈ। ਇਹ ਮੱਖੀਆਂ, ਹਨੀ ਬੀਜ਼ ਬੋਲਦੇ ਹਾਂ ਆਪਾਂ ਇਹਨਾਂ ਨੂੰ। ਹਨੀ ਬੀਜ਼ ਜਿਹੜਾ ਛੱਤਾ ਬਣਾਉਂਦੀਆਂ ਨੇ, ਉਹਨਾਂ ਦਾ ਛੱਤਾ ਜਿਹੜਾ ਹੈਕਸਾਗੋਨਲ ਸ਼ੇਪ ਦੇ ਵਿੱਚ ਹੁੰਦਾ। ਕਿਉਂ ਹੈਕਸਾਗੋਨਲ ਬਣਾਉਂਦੀਆਂ ਨੇ ਦੇਖੋ, ਹਨਾ। ਮੈਂ ਤਾਂ ਜਦੋਂ ਮੈਨੂੰ ਇਹ ਚੀਜ਼ ਪਤਾ ਲੱਗੀ ਸੀ, ਮੈਂ ਤਾਂ ਬਹੁਤ ਜ਼ਿਆਦਾ ਇੰਪ੍ਰੈਸ ਹੋਇਆ ਸੀ। ਮੈਂ ਕਿਹਾ ਦੇਖ ਲੈ ਯਾਰ, ਕੁਦਰਤ ਦੇ ਵਿੱਚ ਕਿੰਨੀਆਂ ਤਕੜੀਆਂ ਚੀਜ਼ਾਂ ਪਈਆਂ ਨੇ ਜਿਹੜੀਆਂ ਇਨਸਾਨ ਦੀ ਪਹੁੰਚ ਤੋਂ ਬਾਹਰ ਨੇ, ਪਰ ਇਨਸਾਨ ਉਹਨਾਂ ਚੀਜ਼ਾਂ ਨੂੰ ਹੀ ਖਤਮ ਕਰੀ ਜਾਂਦਾ ਅੱਜ। ਤਾਂ ਇਹ ਹੈਕਸਾਗੋਨਲ ਸੈੱਲ ਹੈ, ਤਾਂ ਕਰਕੇ ਏਰੀਆ ਜ਼ਿਆਦਾ ਤੋਂ ਜ਼ਿਆਦਾ ਕਵਰ ਹੋ ਸਕੇ। ਇਹਨਾਂ ਨੂੰ ਕੀ ਪਤਾ ਲੱਗਦਾ ਯਾਰ ਵੀ ਅਸੀਂ ਐਂ ਬਣਾਉਣਾ, ਹੈਕਸਾਗੋਨਲ ਬਣਾਉਣਾ, ਹੈ ਨਾ। ਸੋ ਦੇਖੋ ਮੈਨੂੰ ਬਹੁਤ ਵਧੀਆ ਲੱਗੀ ਗੱਲ ਇਹ, ਤਾਂ ਹੁਣ ਤੁਸੀਂ ਭੁੱਲਣੀ ਨਹੀਂ ਗੱਲ ਇਹ, ਜਿਹੜਾ ਸੈੱਲ ਟਾਵਰ ਦਾ ਏਰੀਆ ਹੁੰਦਾ ਉਹਦਾ ਹੈਕਸਾਗੋਨਲ ਹੁੰਦਾ ਸਾਈਜ਼, ਠੀਕ ਹੈ। ਅੱਗੇ ਚੱਲਦੇ ਹਾਂ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ। ਇਹ 'ਚ ਕਰੈਕਟ ਹੈ ਨਾ, ਇਹਨੂੰ ਆਪਾਂ ਸਰਕਲ ਮਾਰਕ ਕਰ ਲਾਂਗੇ। ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ। UDP VoIP protocol allows the user without any delay in real time and without any obstacle. UDP ਹੁੰਦਾ ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ, VoIP ਤੁਹਾਨੂੰ ਪਤਾ ਹੀ ਹੈ, ਵੌਇਸ ਓਵਰ ਇੰਟਰਨੈਟ ਪ੍ਰੋਟੋਕੋਲ। ਵੌਇਸ ਓਵਰ ਇੰਟਰਨੈਟ ਪ੍ਰੋਟੋਕੋਲ ਉਹ UDP ਵਰਤਦਾ, ਠੀਕ ਆ। ਤੇ ਕਹਿੰਦਾ ਇਹ ਵਿਦਾਊਟ ਐਨੀ ਡਿਲੇ, ਇਹਦੇ 'ਚ ਡਿਲੇ ਥੋੜੀ ਬਹੁਤ ਹੁੰਦੀ ਹੈ, ਪ੍ਰੋਟੋਕੋਲ ਨੂੰ ਅਲਾਓ ਕਰਦਾ। ਜਦੋਂ ਆਪਾਂ ਕਿਸੇ ਨਾਲ ਨੈਟ ਤੇ ਕਾਲ ਕਰਦੇ ਹਾਂ ਨਾ, ਥੋੜੀ ਜਿਹੀ ਡਿਲੇ ਤਾਂ ਹੁੰਦੀ ਹੈ, ਪਰ ਐਂ ਨਹੀਂ ਹੈਗੇ ਕਿ 10-10 15-15 20-20 ਮਿੰਟ ਅਸੀਂ ਪਹੁੰਚੇ ਨਾ ਆਵਾਜ਼। ਤਾਂ ਵਿਦਾਊਟ ਐਨੀ ਡਿਲੇ ਤਾਂ ਆਪਾਂ ਕਹਿ ਰਹੇ ਹਾਂ, ਰੀਅਲ ਟਾਈਮ ਐਂਡ ਵਿਦਾਊਟ ਐਨੀ ਅਬਸਟੈਕਲ, ਕੋਈ ਵੀ ਅਬਸਟੈਕਲ ਨਹੀਂ ਆਉਂਦੀ, ਠੀਕ ਹੈ। ਤਾਂ ਇਹ ਗੱਲ ਠੀਕ ਹੈ, ਪਹਿਲੀ ਕਰੈਕਟ ਹੀ ਪੁੱਛ ਰਿਹਾ, ਨਾ ਚੈੱਕ ਕਰ ਲਾਂ, ਹਾਂ ਦੋਨੇ ਗੱਲਾਂ ਹੀ ਠੀਕ ਨੇ। ਤੇ ਦੂਸਰਾ ਪੁਆਇੰਟ ਹੈਗਾ, ਕਹਿੰਦਾ VoIP ਟੈਲੀਫੋਨੀ ਪੈਕੇਟਸ ਯੂਜ਼ UDP ਪ੍ਰੋਟੋਕੋਲਸ ਟੂ ਇਨਕਰੀਜ਼ ਦੀ ਸਪੀਡ ਇਨਸਟੈਡ ਆਫ TCP। ਕਹਿੰਦਾ VoIP ਟੈਲੀਫੋਨੀ ਹੈ। ਹੁਣ ਮੈਂ ਬੋਲਿਆ ਇੱਥੇ, ਮੈਂ 5 ਮਿੰਟ ਦਾ ਵੌਇਸ ਮੈਸੇਜ ਰਿਕਾਰਡ ਕੀਤਾ, ਇਹਨੂੰ ਮੈਂ ਅੱਗੇ ਭੇਜਣਾ, ਤਾਂ ਇਹਦੇ ਪੈਕੇਟਸ ਬਣ ਜਾਣਗੇ। ਹੋ ਸਕਦਾ 5 ਪੈਕੇਟ ਬਣ ਜਾਣ, 5 ਮਿੰਟ ਦੇ 1 ਮਿੰਟ ਦਾ ਪੈਕੇਟ ਹੈ, ਜਾਂ 10 ਬਣ ਜਾਣ, ਉਹ ਡਿਪੈਂਡ ਕਰਦਾ ਨੈਟਵਰਕ ਦੀ ਇੰਪਲੀਮੈਂਟੇਸ਼ਨ ਦੀ। ਮੰਨ ਲਓ ਆਪਾਂ 10 ਪੈਕੇਟ ਬਣਾ ਲਏ, ਇਹ 10 ਪੈਕੇਟ ਨੈਟਵਰਕ ਦੇ ਵਿੱਚ ਜਾਣਗੇ, ਇਹ UDP ਪ੍ਰੋਟੋਕੋਲ ਦੁਆਰਾ ਜਾਣਗੇ, ਨਾ ਕਿ TCP ਦੁਆਰਾ। ਆਪਾਂ ਨੂੰ ਪਤਾ ਹੈ ਨਾ, ਆਪਾਂ ਪਹਿਲੀ ਪਤਾ ਨਹੀਂ ਦੂਜੀ ਵੀਡੀਓ 'ਚ ਗੱਲ ਕੀਤੀ ਸੀ, ਇੱਕ TCP ਸਰਵਿਸ ਹੁੰਦੀ ਹੈ, ਇੱਕ UDP ਹੈ ਜਿਹੜਾ, ਇਹਦੀ ਸਪੀਡ ਬਹੁਤ ਜ਼ਿਆਦਾ ਫਾਸਟ ਹੁੰਦੀ ਹੈ, ਤੇ ਇਹਦੇ ਵਿੱਚ ਰਿਲਾਇਬਿਲਿਟੀ ਘੱਟ ਹੁੰਦੀ ਹੈ, ਭਰੋਸੇਯੋਗਤਾ ਘੱਟ ਹੁੰਦੀ ਹੈ। ਜਿਵੇਂ ਆਪਾਂ ਟ੍ਰੇਨ ਦੀ ਐਗਜ਼ਾਮਪਲ ਲਈ ਸੀ, ਟ੍ਰੇਨ ਤੇ ਬੱਸਾਂ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਤੁਸੀਂ ਕਿੱਥੇ ਜਾ ਰਹੇ ਹੋ, ਤੁਸੀਂ ਸਹੀ ਪਾਸੇ ਚੜ੍ਹ ਗਏ ਕਿ ਗਲਤ ਚੜ੍ਹ ਗਏ, ਉਹ ਤਾਂ ਰਾਹ 'ਚ ਹੀ ਰਾਹ ਜਾਂਦੇ ਕਰੈਕਟਰ ਤਾਂ, ਵੀ ਚੜ੍ਹ ਗਿਆ ਉਤਰ ਗਿਆ। ਉਹਨਾਂ ਨੂੰ ਮੇਨ ਮੋਟਿਵ ਹੁੰਦਾ ਸਪੀਡ, ਕਿਵੇਂ ਉਹ ਫਾਟਕਾਂ ਦੇ ਵੀ ਧੱਕੇ ਨਾਲ ਇੱਕ ਦੂਜੇ ਦੇ ਮੂਹਰ ਦੀ ਲਾ ਕੇ ਟਪਾ ਕੇ ਲੈ ਜਾਂਦੇ, ਉਹਨਾਂ ਦਾ ਮੇਨ ਮੋਟਿਵ ਹੁੰਦਾ ਸਪੀਡ। ਬਟ TCP ਹੈ ਜਿਹੜਾ, ਉੱਥੇ ਹੁੰਦੀ ਹੈ ਭਰੋਸੇਯੋਗਤਾ। ਜਿਵੇਂ ਐਗਜ਼ਾਮਪਲ ਆਪਾਂ ਲਈ ਸੀ ਟ੍ਰੇਨ ਦੇ ਵਿੱਚ ਨੋਰਮਲ ਬੰਦੇ ਜਾਂਦੇ UDP, TCP ਦੇ ਵਿੱਚ ਆਪਾਂ ਕਿਹਾ ਸੀ ਕਿ ਸਕੂਲਾਂ ਵਾਲੀਆਂ ਵੈਨਾਂ ਹੁੰਦੀਆਂ ਨੇ, ਜਾਂ ਆਪਾਂ ਕਿਸੇ ਦਰਸ਼ਨ ਕਰਨ ਚੱਲੇ ਹਾਂ ਕਿਸੇ ਧਾਮ ਤੇ, ਹੈ ਨਾ, ਉੱਥੇ ਆਪਾਂ ਸਾਰੇ ਬੰਦਿਆਂ ਨੂੰ ਕਾਊਂਟ ਕਰਕੇ ਲੈ ਕੇ ਆਉਂਦੇ ਹਾਂ, ਉੱਥੇ ਕੋਈ ਸਪੀਡ ਦਾ ਲਾਲਚ ਨਹੀਂ ਹੁੰਦਾ, ਉੱਥੇ ਬੰਦੇ ਨੂੰ ਸੇਫਲੀ ਪਹੁੰਚਾਉਣਾ ਮੋਟਿਵ ਹੁੰਦਾ ਆਪਣਾ। ਤਾਂ UDP VoIP ਫੋਨ ਕਾਲ ਦੇ ਵਿੱਚ ਜ਼ਰੂਰੀ ਨਹੀਂ ਉਹ ਪਹੁੰਚੇ ਕਿ ਨਾ ਪਹੁੰਚੇ, ਅਸੀਂ ਫੋਨ ਕਰ ਰਹੇ ਹਾਂ, ਕਈ ਵਾਰੀ ਆਵਾਜ਼ ਕੱਟ ਜਾਂਦੀ, ਉਹ ਕਹਿੰਦਾ ਕੱਟ ਜੇ, ਪਰ ਡਿਲੇ ਨਹੀਂ ਹੋਣੀ ਚਾਹੀਦੀ। ਐ ਥੋੜਾ ਇੱਕ ਪੈਕੇਟ 5 ਮਿੰਟਾਂ ਬਾਅਦ, ਥੋੜੇ ਚਿਰ ਬਾਅਦ ਆ ਰਿਹਾ ਵੀ ਹਾਂਜੀ, ਪਹਿਲਾ ਬੰਦੇ ਨੇ ਕਿਹਾ 143, ਦੂਜਾ ਬੰਦਾ 10 ਮਿੰਟਾਂ ਬਾਅਦ ਆ ਰਿਹਾ 143, ਸਰ ਉਹ ਗੜਬੜ ਹੋ ਜੂਗੀ, ਹੈ ਨਾ। ਸੋ ਇਹ ਦੋਨੇ ਚੀਜ਼ਾਂ ਠੀਕ ਨੇ ਆ, ਮੈਂ ਤੁਹਾਨੂੰ ਪਹਿਲੀ ਵੀਡੀਓ 'ਚ ਦੱਸ ਚੁੱਕਿਆ। ਇਹੀ ਜੀ ਮੈਂ ਬੋਲ ਕੇ ਜਿਹੜੀਆਂ ਦੱਸੀਆਂ ਨੇ ਉਹੀ ਗੱਲਾਂ ਨੇ, ਇਹ ਤੁਸੀਂ ਦੇਖ ਲਿਓ, ਠੀਕ ਹੈ। ਇਹ ਵੀ ਐਗਜ਼ਾਮਪਲ ਵੀ ਉਹੀ ਹੈ। TCP ਦੇ ਵਿੱਚ ਸਿੰਕ ਪੈਕੇਟ ਜਾਂਦਾ, ਸਿੰਕ ਤੇ ਬਾਅਦ ਦੇ ਵਿੱਚ ਆਉਂਦੀ ਹੈ ਐਕਨੋਲੇਜਮੈਂਟ, ਠੀਕ ਹੈ। ਤਾਂ UDP ਦੇ ਵਿੱਚ ਰਿਕੁਐਸਟ ਤੇ ਰਿਸਪੌਂਸ, ਕੋਈ ਉਹ ਕਹਿੰਦਾ ਚੱਕ ਸਿੱਧਾ ਰਿਸਪੌਂਸ ਦੇਈ ਜਾਂਦਾ, ਕੋਈ ਉਹਦੇ ਵਿੱਚ ਸਿੰਕ ਨਹੀਂ ਕਰਦਾ, ਕੋਈ ਐਕਨੋਲੇਜਮੈਂਟ ਨਹੀਂ ਹੁੰਦਾ। ਤਾਂ ਫਿਰ ਇਹਦਾ ਆਨਸਰ C ਹੈ, ਦੋਨੇ ਗੱਲਾਂ ਠੀਕ ਨੇ। ਅਗਲਾ ਕਹਿੰਦਾ ਇਨ ਇੰਟਰਨੈਟ ਕੰਟੈਕਸਟ FTP ਆਪਾਂ ਨੂੰ ਪਤਾ ਹੈ, ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਸੋ ਇਹ ਆਨਸਰ ਹੈ। ਅਗਲਾ ਕੁਐਸਚਨ, ਹੂ ਹੈਜ਼ ਓਰੀਜਨਲੀ ਡਿਵੈਲਪ ਸਕਿਨੀ ਕਲਾਇੰਟ ਪ੍ਰੋਟੋਕੋਲ। ਦੇਖੋ ਇਹ ਥੋੜਾ ਜਿਹਾ ਹਟ ਕੇ ਕੁਐਸਚਨ ਹੈ, ਸਕਿਨੀ ਕਲਾਇੰਟ ਕੰਟਰੋਲ ਪ੍ਰੋਟੋਕੋਲ, ਸਕਿਨੀ ਇਹਨੂੰ SCCS ਵੀ ਬੋਲਦਾ, ਸਕਿਨੀ ਕਲਾਇੰਟ। ਆਨਸਰ ਤਾਂ ਇਹਦਾ ਹੈਗਾ ਸੈਲਸੀਅਸ ਸਿਸਟਮ ਆਪਾਂ ਦੇਖ ਲੈਂਦੇ ਹਾਂ। ਸੈਲਸੀਅਸ ਸਿਸਟਮ ਵਾਜ਼ ਟੈਲੀਕੋਮਿਊਨੀਕੇਸ਼ਨ ਕੰਪਨੀ
ਟੈਲੀਕਮਿਊਨੀਕੇਸ਼ਨ ਦੀ ਕੰਪਨੀ ਹੈ, ਡਾਲਰ ਟੈਕਸਸ USA ਦੀ, that develops and marked some of the IP telephony gear ਮਤਲਬ ਹੁੰਦਾ ਕੋਈ ਡਿਵਾਈਸਿਸ ਵਗੈਰਾ ਬਣਾਉਣੇ, ਪ੍ਰੋਟੋਕੋਲ ਸਟੈਂਡਰਡ ਵਗੈਰਾ ਬਣਾਉਣੇ IP ਟੈਲੀਫੋਨੀ ਦੇ ਲਈ, ਇੰਟਰਨੈਟ ਦੇ ਲਈ, ਠੀਕ ਹੈ। ਕੋ ਫਾਊਂਡਰ ਇਹਨਾਂ ਦੇ ਕੌਣ ਸੀ? ਰਿਚਾਰਡ ਪਲੈਟ ਐਂਡ ਡੇਵਿਡ ਟੱਕਰ ਹੀ ਲੱਗਦਾ, TUCK, ਹਾਂ ਟੱਕਰ। ਸੈਲਸੀਅਸ ਵਾਰ ਇਨਕੋਰਪੋਰੇਟ ਇਨ 1997 ਤੇ 98 ਦੇ ਵਿੱਚ ਇਹਨੇ ਸਿਸਕੋ ਨੇ ਇਹਨੂੰ ਐਕਵਾਇਰਡ ਕਰ ਲਿਆ ਸੀ। 97 'ਚ ਇਹ ਬਣੀ, 98 ਦੇ ਵਿੱਚ ਇਹਨੂੰ ਸਿਸਕੋ ਨੇ ਐਕਵਾਇਰਡ ਕਰ ਲਿਆ ਸੀ। ਤਾਂ ਹੀ ਉਹਨੇ ਇਹ ਪੁੱਛਿਆ ਵੀ ਓਰੀਜਨਲੀ ਡਿਵੈਲਪਰ ਪੁੱਛਦਾ, ਜੇ ਅੱਜ ਕੱਲ੍ਹ ਦਾ ਡਿਵੈਲਪਰ ਪੁੱਛ ਲੈਂਦਾ ਉਹ ਸਿਸਕੋ ਆਉਣਾ ਸੀ। ਸਿਸਕੋ ਵੈਸੇ ਆਪਸ਼ਨਾਂ ਦੇ ਵਿੱਚ ਹੀ ਨਹੀਂ, ਬਟ ਹੁਣ ਇਹਨੂੰ ਸਿਸਕੋ ਕੰਟਰੋਲ ਕਰਦਾ ਹੈ, ਠੀਕ ਹੈ। ਤਾਂ ਇਹ ਹੁੰਦੀ ਕੀ ਹੈ? ਸਿਸਕੋ ਪ੍ਰੋਪਰਟਰੀ ਸਿਗਨਲਿੰਗ ਪ੍ਰੋਟੋਕੋਲ ਹੈ। ਸਿਗਨਲਿੰਗ ਪ੍ਰੋਟੋਕੋਲ ਹੈ, ਯਾਨੀ ਕਿ IP ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਸਿਗਨਲ ਨੂੰ ਪਹੁੰਚਾਉਣ ਦੇ ਲਈ ਵਰਤੀ ਜਾਂਦੀ ਹੈ, ਜਿਹਦੇ ਵਿੱਚ ਰਜਿਸਟ੍ਰੇਸ਼ਨ ਆਫ ਐਂਡ ਪੁਆਇੰਟ ਦੋਨਾਂ ਦਾ, ਲੋਕੇਸ਼ਨ ਵਗੈਰਾ, ਐਡਰੈਸ ਟਰੇਸ ਕਰਨਾ, ਆਫ ਹੁੱਕ ਕਰਨਾ ਐਡਰੈਸਿੰਗ ਵਗੈਰਾ ਸਾਰੀਆਂ ਚੀਜ਼ਾਂ। ਤਾਂ ਇਹ ਸਕਿਨੀ ਕਲਾਇੰਟ ਕੰਟਰੋਲ ਪ੍ਰੋਟੋਕੋਲ। ਕਲੀਅਰ ਹੋਈ ਗੱਲ? ਸੋ ਆਨਸਰ ਇਹਦਾ A। ਅਗਲਾ ਕੁਐਸਚਨ ਹੈ, ਫਲੈਸ਼ ਡਰਾਈਵ ਐਂਡ ਮੈਮਰੀ ਕਾਰਡ ਆਰ ਐਗਜ਼ਾਮਪਲ ਆਫ। ਕਹਿੰਦਾ ਫਲੈਸ਼ ਡਰਾਈਵ ਤੇ ਮੈਮਰੀ ਕਾਰਡ ਕਿਹਦੇ ਐਗਜ਼ਾਮਪਲ ਨੇ? ਜੇ ਆਪਾਂ ਫਲੈਸ਼ ਡਰਾਈਵ ਦੀ ਗੱਲ ਕਰੀਏ, ਇਹ ਮੈਗਨੈਟਿਕ ਡਿਸਕ ਵੀ ਨਹੀਂ ਹੈਗਾ, ਮੈਗਨੈਟਿਕ ਟੇਪ ਵੀ ਨਹੀਂ ਹੈਗਾ। ਮੈਗਨੈਟਿਕ ਟੇਪ ਤਾਂ ਦੇਖੋ ਕੈਸਟ ਤੇ ਵੀਡੀਓ ਕੈਸਟ ਰਿਕਾਰਡਰ ਹੁੰਦਾ, ਪਹਿਲਾ ਆਨਸਰ ਨਹੀਂ ਹੈਗਾ। ਆਪਟੀਕਲ ਦੇ ਵਿੱਚ ਆਪਾਂ ਨੂੰ ਪਤਾ ਹੈ, ਕੋਈ ਆਨਸਰ ਨਹੀਂ ਦਿਖਾਉਣਾ ਅਜੇ। ਆਪਟੀਕਲ ਦੇ ਵਿੱਚ ਹੁੰਦਾ CD ਤੇ DVD, ਸੋ ਇਹਦਾ ਆਨਸਰ ਹੈ ਇਹ ਵੀ ਨਹੀਂ ਹੈਗਾ, ਆਪਟੀਕਲ ਵੀ ਨਹੀਂ ਹੈਗਾ, ਹਨਾ। ਮੇਨ ਮੈਮਰੀ ਵੀ ਨਹੀਂ ਹੈਗਾ। ਮੇਨ ਮੈਮਰੀ ਦੇ ਵਿੱਚ ਕਿਹੜੇ ਹੁੰਦੀਆਂ? RAM ਤੇ ROM, ਇਹ ਦੋ ਮੇਨ ਮੈਮਰੀਜ਼ ਨੇ। ਤਾਂ ਫਿਰ ਇੱਕੋ ਹੀ ਬਚਿਆ ਕਿ ਮੈਮਰੀ ਸਟੋਰੇਜ ਡਿਵਾਈਸ। ਇਹਨੂੰ ਤਾਂ ਆਪਾਂ ਕਹਿ ਸਕਦੇ ਨਾ ਵੀ ਫਲੈਸ਼ ਡਰਾਈਵ ਤੇ ਮੈਮਰੀ ਕਾਰਡ। ਇਹਦਾ ਨਾਮ ਤਾਂ ਕੋਈ ਹੈ ਨਹੀਂ, ਕਹਿੰਦਾ ਘੱਟੋ ਘੱਟ ਸਟੋਰ ਤਾਂ ਕਰਦੇ ਨੇ, ਹਨਾ। ਤਾਂ ਆਪਾਂ ਕਹਿ ਦਾਂਗੇ ਵੀ ਸਟੋਰੇਜ ਡਿਵਾਈਸ। ਵੈਸੇ ਬਹੁਤ ਸੌਖਾ ਸੀ ਇਹ, ਸਬ ਇੰਸਪੈਕਟਰ ਦੇ ਲੈਵਲ ਦੇ ਨਾਲੋਂ ਸੌਖਾ ਕੁਐਸਚਨ ਹੈ ਇਹ, ਪਰ ਕਈ ਵਾਰੀ ਬੰਦੇ ਉਲਝ ਜਾਂਦੇ ਨੇ। ਆਹ ਦੇਖੋ, ਆਹ ਚੀਜ਼ਾਂ ਉਲਝਣ ਵਾਲੀਆਂ ਨੇ ਆਪਸ਼ਨਾਂ। ਤਾਂ ਇਹਨਾਂ ਦੇ ਵਿੱਚ ਨਹੀਂ ਉਲਝਦੇ ਅਸੀਂ। ਕਦੋਂ ਨਹੀਂ ਉਲਝਦੇ? ਜਦੋਂ ਸਾਨੂੰ ਆਹ ਹਾਇਰਾਰਕੀ ਪਤਾ ਚੰਗੀ ਤਰ੍ਹਾਂ, ਠੀਕ ਹੈ। ਅਗਲਾ ਕੁਐਸਚਨ ਕਹਿੰਦਾ ਦਾ ਅਟੈਕਰ ਟਰਾਈਜ਼ ਟੂ ਮਿਸਯੂਜ਼ ਦੀ ਵਲਰਨੇਬਿਲਿਟੀ ਇਨ ਦੀ ਨੈਟਵਰਕ। ਵਲਰਨੇਬਿਲਿਟੀਜ਼ ਕੀ ਹੁੰਦੇ ਨੇ? ਉਹ ਵਾਲੇ ਰਸਤੇ, ਵੀਕਨੈਸ, ਕਮਜ਼ੋਰੀਆਂ ਜਿੱਥੋਂ ਅਟੈਕਰ ਕੋਸ਼ਿਸ਼ ਕਰਦਾ ਕਿ ਮੈਂ ਲੁੱਟ ਲਾਂ ਇਹਨਾਂ ਨੂੰ, ਪੈਸੇ ਕਮਾ ਲਾਂ, ਚਾਹੇ ਡੇਟਾ ਡਿਲੀਟ ਕਰਦਾ ਜਾਂ ਅਪਡੇਟ ਕਰਦਾ, ਠੀਕ ਹੈ। ਟਰਾਈਜ਼ ਟੂ ਮਿਸਯੂਜ਼ ਦੀ ਵਲਰਨੇਬਿਲਿਟੀ ਇਨ ਦਾ ਨੈਟਵਰਕ ਵਿੱਚ ਉਹਦੀ ਫੋਲੋਇੰਗ ਕੈਟਾਗਰੀਜ਼ ਆਫ ਵੀਕਨੈਸ ਮੋਸਟਲੀ ਫਾਊਂਡ। ਕਹਿੰਦਾ ਕਿਹੜੀਆਂ ਵੀਕਨੈਸਿਸ ਮੋਸਟਲੀ ਆਮ ਤੌਰ ਤੇ ਪਾਈਆਂ ਹੀ ਜਾਂਦੀਆਂ ਨੇ? ਵੀਕ ਫਾਇਰਵਾਲ ਪ੍ਰੋਟੈਕਸ਼ਨ, ਜਾਂ ਤਾਂ ਆਪਾਂ ਫਾਇਰਵਾਲ ਲਾਈ ਨਹੀਂ, ਜੇ ਲਾਈ ਹੈ ਤਾਂ ਵੀਕ ਜੀ ਲਾਈ ਹੈ, ਜਾਂ ਐਂ ਕਹਿ ਲਓ ਨਾ ਵੀ ਜਾਂ ਤਾਂ ਅਸੀਂ ਗਾਰਡ ਬਿਠਾਇਆ ਨਹੀਂ ਆਪਣੀ ਕੰਪਨੀ ਦੇ ਬਾਹਰ, ਜਾਂ ਜੇ ਬੈਠਾ ਉਹ ਡੱਕਿਆ ਰਹਿੰਦਾ ਹੈ ਨਾ, ਚਾਹ ਨਾ ਜਾਂ ਕੋਈ ਗੱਲਾਂ ਗੁੱਲਾਂ ਮਾਰੀ ਜਾਂਦਾ, ਧਿਆਨ ਨਹੀਂ ਲੱਗਦਾ ਵੀ ਕਿਹੜਾ ਕੋਈ ਆ ਗਿਆ ਵਗ ਗਿਆ। ਸੋ ਇਹ ਗੱਲ ਹੋ ਸਕਦੀ ਹੈ। ਦੂਸਰਾ ਵੀਕ ਐਕਸੈਸ ਕੰਟਰੋਲ ਰਿਮੋਟ ਸਰਵਿਸ। ਐਕਸੈਸ ਕੰਟਰੋਲ ਹੁੰਦਾ ਕਿ ਕਿਸੇ ਚੀਜ਼ ਨੂੰ ਰਿਮੋਟ ਤੇ, ਕੋਈ ਰਿਮੋਟ ਦਾ ਮਤਲਬ ਹੁੰਦਾ ਕਿਸੇ ਦੂਰ ਜਗ੍ਹਾ ਤੇ ਪਿਆ। ਤਾਂ ਜਿਹੜਾ ਰਿਮੋਟ ਕੰਟਰੋਲ ਹੈ, ਜੇ ਰਿਮੋਟਲੀ ਉਹਨੂੰ ਇੰਟਰਨੈਟ ਦੁਆਰਾ ਅਸੀਂ ਐਕਸੈਸ ਕਰ ਰਹੇ ਹਾਂ, ਉਹ ਵੀਕ ਹੈ। ਤਾਂ ਇਹ ਦੋਨੇ ਚੀਜ਼ਾਂ ਠੀਕ ਨੇ। ਤਾਂ ਆਨਸਰ ਫਿਰ ਇਹਦਾ ਹੋ ਜਾਊਗਾ C ਆਨਸਰ ਹੈ, ਬੋਥ 1 and 2 ਟਰੂ, ਠੀਕ ਹੈ। ਅਗਲਾ ਕੁਐਸਚਨ ਆ ਗਿਆ, ਕਹਿੰਦਾ ਇਨ ਬਿਜ਼ਨਸ ਵਿੱਚ ਉਹਦੀ ਫੋਲੋਇੰਗ ਹੈਲਪਸ ਇਨਮਰਸਲੀ ਇਨ ਆਇਡੈਂਟੀਫਾਈ ਡਿਵੈਲਪਮੈਂਟ ਐਂਡ ਬਿਲਡਿੰਗ ਰੈਪੂਟੇਸ਼ਨ। ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਇਨਮਰਸਲੀ ਮਤਲਬ ਬਹੁਤ ਪੁਰਜ਼ੋਰ ਤਰੀਕੇ ਨਾਲ, ਕਹਿੰਦਾ ਤੁਹਾਡੀ ਰੈਪੂਟੇਸ਼ਨ ਨੂੰ ਬਿਲਡ ਕਰਦੀਆਂ ਨੇ ਤੇ ਆਇਡੈਂਟੀਫਿਕੇਸ਼ਨ ਬਣਾਉਂਦੀਆਂ ਨੇ, ਡਿਵੈਲਪਮੈਂਟ। ਟਵਿੱਟਰ ਤੇ ਲਿੰਕਡਇਨ। ਤੇ ਜੇ ਆਪਾਂ ਦੇਖੀਏ ਟਵਿੱਟਰ ਤੇ ਲਿੰਕਡਇਨ ਹੈ, ਜਿਹੜਾ ਟਵਿੱਟਰ ਹੈ ਨਾ, ਇਹ ਮੋਸਟਲੀ ਅਲੀਟ ਬੰਦਿਆਂ ਦੁਆਰਾ ਵਰਤਿਆ ਜਾਂਦਾ, ਜਾਂ ਪੜ੍ਹੇ ਲਿਖੇ ਬੰਦਿਆਂ ਦਾ ਇਹ ਸੋਸ਼ਲ ਮੀਡੀਆ ਪਲੇਟਫਾਰਮ ਹੈ। ਜਿੰਨੇ ਵੀ ਪੋਲੀਟੀਸ਼ੀਅਨ ਨੇ ਜਾਂ ਜਿੰਨੇ ਵੀ ਕੰਪਨੀਆਂ ਨੇ, ਆਪਾਂ ਸੁਣਦੇ ਨਹੀਂ ਵੀ ਉਹਨਾਂ ਨੇ ਟਵੀਟ ਕੀਤਾ। ਜਿਵੇਂ ਪਿੱਛੇ ਜੇ ਭਗਵੰਤ ਮਾਨ ਫਸ ਗਿਆ ਸੀ, ਕਹਿੰਦਾ ਉਹਨਾਂ ਨੇ ਕਿਹੜੇ ਸੀ BMW ਵਾਲਿਆਂ ਨੇ ਟਵੀਟ ਕਰਕੇ ਕਿਹਾ ਸੀ ਵੀ ਅਸੀਂ ਪੰਜਾਬ ਦੇ ਵਿੱਚ ਕੋਈ ਵੀ ਐਵੇਂ ਦਾ ਪ੍ਰੋਜੈਕਟ ਨਹੀਂ ਲਾ ਰਹੇ, ਹਨਾ। ਸੋ ਇਹ ਟਵਿੱਟਰ ਵਰਤਿਆ ਜਾਂਦਾ। ਤੇ ਲਿੰਕਡਇਨ ਹੈ ਜਿਹਦੇ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਇਹਦੇ ਤੇ ਕੁਐਸਚਨ ਆਇਆ ਹੋਇਆ। ਲਿੰਕਡਇਨ ਦੇ ਵਿੱਚ ਅਸੀਂ ਪ੍ਰੋਫਾਈਲ ਵਗੈਰਾ ਬਣਾ ਕੇ ਅਸੀਂ ਜੌਬ ਸਰਚ ਕਰ ਸਕਦੇ ਹਾਂ, ਜੌਬ ਸੀਕਰ ਵਾਸਤੇ ਆਏ। ਤੇ ਇਹਦੇ ਤੇ ਅਸੀਂ ਆਪਦਾ ਕੋਈ ਕੰਪਨੀਆਂ ਆਪਦੀ ਐਡਵਰਟਾਈਜ਼ਮੈਂਟ ਵੀ ਕਰਾ ਸਕਦੀਆਂ ਨੇ ਜੌਬ ਦੇ ਲਈ, ਵੀ ਅਸੀਂ ਜੌਬ ਓਪਰਚੁਨਿਟੀ ਇੰਨੀਆਂ ਜੌਬਸ ਦਿੱਤੀਆਂ, ਹਨਾ, ਉਹ ਸਾਰੀਆਂ। ਤੇ ਟਵਿੱਟਰ ਦੇ ਵਿੱਚ ਵੀ ਕੋਈ ਵੀ ਕੰਪਨੀ ਆਪਦੀ ਐਡਵਰਟਾਈਜ਼ਮੈਂਟ ਕਰਾ ਸਕਦੀ ਹੈ ਉਹਦੇ ਫੋਲੋਅਰ ਦੇ ਬੇਸਿਸ ਤੇ। ਤਾਂ ਆਨਸਰ ਤਾਂ ਦੋਨੋਂ ਹੀ ਹੈ ਇਹ, ਪਰ ਆਪਾਂ ਦੇਖ ਲੈਂਦੇ ਹਾਂ। ਟਵਿੱਟਰ ਹੈ ਜਿਹੜਾ ਉਹ ਜੈਕ ਡੋਰਸੀ ਨਾਮ ਦਾ ਬੰਦਾ 2006 ਚ ਫਾਊਂਡ ਹੋਇਆ ਸੀ। ਸ਼ੁਰੂ ਦੇ ਵਿੱਚ ਇਹਨੂੰ ਟਵਿਚ ਨਾਮ ਦਿੱਤਾ ਸੀ ਉਹਨਾਂ ਨੇ, ਉਹਨਾਂ ਦੀ ਟੀਮ ਨੇ, ਟਵਿੱਟਰ ਦੀ ਟੀਮ ਨੇ। ਬਾਅਦ ਦੇ ਵਿੱਚ ਇਹਦਾ ਨਾਮ ਟਵਿੱਟਰ ਪੈ ਗਿਆ, ਠੀਕ ਹੈ। ਟਵੀਟਸ ਦੇ ਵਿੱਚ ਫੋਟੋਆਂ ਹੋ ਸਕਦੀਆਂ ਨੇ, ਵੀਡੀਓ ਲਿੰਕ ਵਗੈਰਾ ਹੋ ਸਕਦੇ ਨੇ। ਤੇ ਇੱਕ ਇਹਦੀ ਲੈਂਥ ਹੈ ਜਿਹੜੀ ਉਹ 140 ਕਰੈਕਟਰ ਦੀ ਫਿਕਸਡ ਹੁੰਦੀ ਹੈ ਲੈਂਥ, ਠੀਕ ਹੈ। ਲੈਂਥ ਜਿਹੜੀ ਹੈ ਟੈਕਸਟ ਮੈਸੇਜ ਦੀ 140 ਕਰੈਕਟਰ ਦੀ ਹੈਗਾ, ਕਿਤੇ ਨਹੀਂ ਲਿਖਿਆ, ਹਾਂ ਭੁੱਲ ਗਿਆ ਮੈਂ।
ਤੇ ਇਹ ਟਵਿੱਟਰ ਹੈ ਜਿਹੜਾ ਮੋਸਟਲੀ ਇਹ ਕਹਿ ਲਓ ਵੀ ਆਫੀਸ਼ੀਅਲ ਕੰਮਾਂ ਦੇ ਲਈ ਜ਼ਿਆਦਾ ਵਰਤਿਆ ਜਾਂਦਾ। ਵੈਸੇ ਅੱਜ ਕੱਲ ਤਾਂ ਚਲੋ ਚੀਜ਼ਾਂ ਦੂਜੇ ਵੀ ਵਰਤੀ ਜਾਂਦੇ ਨੇ, ਪਰ ਜਿਵੇਂ ਫੇਸਬੁੱਕ ਹੈ, ਫੇਸਬੁੱਕ ਇੱਕ ਰੈਪੂਟੇਸ਼ਨ ਡਿਵੈਲਪ ਕਰਨ ਦਾ ਵਧੀਆ ਤਰੀਕਾ ਨਹੀਂ ਹੈ, ਕਿ ਉੱਥੇ ਹਰੇਕ ਹੀ ਜਣਾ ਖਣਾ ਹੀ ਹੈ। ਫੇਸਬੁੱਕ ਹੋ ਗਿਆ, YouTube ਹੋ ਗਿਆ, ਇਹ ਮੋਡਰੇਟਲੀ ਡਿਵੈਲਪ ਕਰਦੇ ਨੇ ਰੈਪੂਟੇਸ਼ਨ, ਬਟ ਬਿਜ਼ਨਸ ਦੇ ਲਈ ਟਵਿੱਟਰ ਸਭ ਤੋਂ ਜ਼ਿਆਦਾ ਵਧੀਆ। ਹੈਲਪਸ ਟੂ ਸਟਰੈਂਥ ਯੂਅਰ ਗਰੋਇੰਗ ਰੈਪੂਟੇਸ਼ਨ, ਠੀਕ ਹੈ। ਉਵੇਂ ਲਿੰਕਡਇਨ ਹੈ, 2003 ਚ ਲਾਂਚ ਹੋਇਆ, ਅਮਰੀਕਨ ਹੈ, ਇੰਪਲੋਇਮੈਂਟ ਓਰੀਐਂਟੇਸ਼ਨ ਦੇ ਓਰੀਐਂਟਡ ਹੈ ਇਹ ਵੈਬਸਾਈਟ, ਕਲੀਅਰ। ਤਾਂ ਲਿੰਕਡਇਨ ਦੇ ਵਿੱਚ ਜੇ ਆਪਾਂ ਕਹੀਏ ਤਾਂ 107 ਮਿਲੀਅਨ ਇਕੱਲੇ US ਦੇ ਬੰਦੇ ਨੇ, ਤਾਂ ਕਰਕੇ ਗੁੱਡ ਟਾਰਗੇਟ ਰੈਪੂਟੇਸ਼ਨ ਹੈ ਇਹਦੇ ਤੇ, ਬੰਦੇ ਜ਼ਿਆਦਾ ਨੇ, ਉਹ ਵੀ ਪੜ੍ਹੇ ਲਿਖੇ ਬੰਦੇ, ਠੀਕ ਆ। ਸੋ ਇਹ ਕੁਐਸਚਨ ਸੀਗਾ ਜਿਹੜਾ, ਇਹ ਪਤਾ ਨਹੀਂ ਦੂਜੀ ਕਿਹੜੀ 24 ਅਗਸਤ 2021 ਪਤਾ ਨਹੀਂ ਕਿਹੜੀ ਸ਼ਿਫਟ ਦੇ ਵਿੱਚ ਆਇਆ ਹੋਇਆ ਸੀ, ਵੀ ਮੈਂ ਦੁਬਾਰਾ ਪਾਤਾ। YouTube ਮੋਡਰੇਟਲੀ ਕਾਹਦੇ 'ਚ ਹੈਲਪ ਕਰਦਾ, ਰੈਪੂਟੇਸ਼ਨ ਦੇ ਵਿੱਚ ਵੀ YouTube ਮੋਡਰੇਟਲੀ ਕਰਦਾ। ਗਰੁੱਪ ਵੀ ਬਣਾ ਸਕਦੇ ਆ, ਮੋਡਰੇਟਲੀ ਹੈਲਪ ਕਰਦਾ ਇਹ, ਜਿਵੇਂ WhatsApp ਹੈ ਉਹਦੇ 'ਚ ਗਰੁੱਪ ਬਹੁਤ ਜ਼ਿਆਦਾ ਬੈਨੀਫਿਟ ਹੈ, ਬਟ YouTube ਤੇ ਇੰਨਾ ਕੋਈ ਆਪਾਂ ਤਾਂ ਦੇਖਿਆ ਨਹੀਂ ਵੀ ਆਪਾਂ ਕਿਸੇ YouTube 'ਚ ਕਿਸੇ ਗਰੁੱਪ ਦਾ ਹਿੱਸਾ, ਬਟ ਬਣ ਸਕਦੇ ਨੇ। ਤੇ ਸ਼ੇਅਰਿੰਗ ਵੀ ਠੀਕ ਠਾਕ ਹੁੰਦੀ ਹੈ। ਫੇਸਬੁੱਕ ਤੇ ਜੇ ਕਹਦੇ ਆਪਾਂ ਸ਼ੇਅਰਿੰਗ ਜ਼ਿਆਦਾ ਹੁੰਦੀ ਹੈ, ਤਾਂ ਇਹ ਤਿੰਨੋਂ ਮੋਡਰੇਟਲੀ, ਇਹਦਾ ਫਿਰ ਆਨਸਰ ਤਾਂ ਸੀਗਾ D, ਕਿਉਂਕਿ ਮੋਡਰੇਟਲੀ ਕਹਿ ਰਿਹਾ ਤਾਂ ਮੋਡਰੇਟਲੀ ਤਿੰਨੋਂ ਚੀਜ਼ਾਂ YouTube ਤੇ ਮੋਡਰੇਟਲੀ ਹੁੰਦੀਆਂ। ਉਵੇਂ ਹੀ ਇਹਦੇ ਵਿੱਚ ਪੁੱਛ ਰਿਹਾ ਹੈ ਨੰਬਰਸਲੀ ਰੈਪੂਟੇਸ਼ਨ ਹੈ, ਤਾਂ ਇਹਦਾ ਆਨਸਰ ਫਿਰ A ਹੈ, 1 and 2, ਠੀਕ ਹੈ। ਅਗਲਾ ਵੀ ਬੜਾ ਸੌਖਾ ਜਿਹਾ ਕੁਐਸਚਨ ਹੈ, ਕਹਿੰਦਾ ਵਿਚ ਆਫ ਦੀ ਫੋਲੋਇੰਗ ਟਾਸਕ ਜਾਂ ਇੱਕ ਤੋਂ ਜ਼ਿਆਦਾ ਕੈਨ ਬੀ ਡਨ ਵਿਦ ਮਾਊਸ। ਡਬਲ ਕਲਿੱਕ ਮਾਊਸ ਨਾਲ ਕਰ ਸਕਦੇ ਹਾਂ, ਡਰੈਗ ਐਂਡ ਡ੍ਰੌਪ ਵੀ ਕਰ ਸਕਦੇ ਹਾਂ, ਸੋ ਦੋਨੋਂ ਹੀ ਠੀਕ ਨੇ, ਠੀਕ ਹੈ। ਅਗਲਾ ਕੁਐਸਚਨ, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਕਰੈਕਟ ਰਿਗਾਰਡਿੰਗ ਦੀ ਸਿਮੈਟ੍ਰਿਕ ਇਨਕ੍ਰਿਪਸ਼ਨ ਸਿਸਟਮ। ਸਿਮੈਟ੍ਰਿਕ ਇਨਕ੍ਰਿਪਸ਼ਨ ਦੇ ਨਾਲ ਆਪਾਂ ਨੂੰ ਪੁੱਛਦਾ ਕੀ ਹੈ, ਪਹਿਲਾਂ ਇਨਕ੍ਰਿਪਸ਼ਨ ਕੀ ਹੁੰਦੀ ਹੈ, ਕਿਸੇ ਪਲੇਨ ਟੈਕਸਟ ਮੈਸੇਜ ਨੂੰ ਅਨਰੀਡੇਬਲ ਫਾਰਮ 'ਚ ਕਨਵਰਟ ਕਰਨਾ, ਇਹਨੂੰ ਆਪਾਂ ਇਨਕ੍ਰਿਪਸ਼ਨ ਬੋਲ ਦਿੰਦੇ ਆ। ਪਲੇਨ ਟੈਕਸਟ ਨੂੰ ਸਾਈਫਰ ਟੈਕਸਟ ਕਨਵਰਟ ਕਰਨਾ ਇਨਕ੍ਰਿਪਸ਼ਨ ਬੋਲ ਦਿੰਦੇ ਆ, ਤੇ ਸਾਈਫਰ ਟੈਕਸਟ ਨੂੰ ਬੈਕ ਪਲੇਨ ਟੈਕਸਟ ਕਨਵਰਟ ਕਰਨਾ ਤਾਂ ਕਿ ਯੂਜ਼ਰ ਪੜ੍ਹ ਸਕੇ, ਉਹਨੂੰ ਡੀਕ੍ਰਿਪਸ਼ਨ ਬੋਲਦੇ ਆ। ਇਹ ਸਾਰੇ ਨੂੰ ਕੀ ਬੋਲਦੇ ਨੇ, ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ ਨੂੰ ਕ੍ਰਿਪਟੋਗ੍ਰਾਫੀ। ਦੀ ਪ੍ਰੋਸੈਸ ਆਫ ਕਨਵਰਜਿੰਗ ਆਫ ਪਲੇਨ ਟੈਕਸਟ ਟੂ ਸਾਈਫਰ ਟੈਕਸਟ ਇਜ਼ ਨੋਨ ਐਜ਼ ਇਨਕ੍ਰਿਪਸ਼ਨ, ਐਂਡ ਪ੍ਰੋਸੈਸ ਆਫ ਸਾਈਫਰ ਟੈਕਸਟ ਟੂ process of conversion of ciphertext to plain text is known as decryption, and ਜੇ ਪੁੱਛ ਲਏ the process of conversion of plain text to ciphertext, then ciphertext to plain text is called cryptography। ਕਲੀਅਰ ਹੋਈ ਗੱਲ। ਤਾਂ ਦੋ ਤਰ੍ਹਾਂ ਦੀ ਹੋ ਸਕਦੀ ਹੈ, ਸਿਮੈਟ੍ਰਿਕ ਕੀ ਦੇ ਵਿੱਚ ਇੱਕੋ ਹੀ ਚਾਬੀ ਹੁੰਦੀ ਹੈ ਤੇ ਇਸ ਨੂੰ ਪ੍ਰਾਈਵੇਟ ਕੀ ਇਨਕ੍ਰਿਪਸ਼ਨ ਜਾਂ ਸੀਕ੍ਰੇਟ ਕੀ ਇਨਕ੍ਰਿਪਸ਼ਨ ਬੋਲਿਆ ਜਾਂਦਾ। ਏਸਿਮੈਟ੍ਰਿਕ ਦੇ ਵਿੱਚ ਅਲੱਗ-ਅਲੱਗ ਹੁੰਦੀਆਂ ਨੇ, ਇਹ ਤੇ ਅਲੱਗ-ਅਲੱਗ, ਇਹਨੂੰ ਪਬਲਿਕ ਕੀ ਕ੍ਰਿਪਟੋਗ੍ਰਾਫੀ ਬੋਲਦੇ ਆ। ਪਬਲਿਕ ਤੇ ਪ੍ਰਾਈਵੇਟ, ਪਬਲਿਕ ਹੁੰਦੀ ਹੈ ਇਨਕ੍ਰਿਪਸ਼ਨ ਦੇ ਲਈ, ਪ੍ਰਾਈਵੇਟ ਹੁੰਦੀ ਹੈ ਸੀਕ੍ਰੇਟ ਹੁੰਦੀ ਹੈ ਡੀਕ੍ਰਿਪਸ਼ਨ ਦੇ ਲਈ। ਤਾਂ ਕੁਐਸਚਨ ਦੇਖ ਲੈਂਦੇ ਆ ਕੀ ਕਹਿੰਦਾ, ਦਾ ਕੀ ਮਸਟ ਕੈਪਟ ਸੀਕ੍ਰੇਟ। ਪੁੱਛ ਕਾਹਦੇ 'ਚ ਰਿਹਾ, ਸੀਕ੍ਰੇਟ ਦੇ ਵਿੱਚ ਪੁੱਛ ਰਿਹਾ, ਸਿਮੈਟ੍ਰਿਕ ਦੇ ਵਿੱਚ। ਸਿਮੈਟ੍ਰਿਕ ਦੇ ਵਿੱਚ ਆਪਾਂ ਦੇਖਣਾ ਇੱਕੋ ਹੀ ਕੀ ਹੁੰਦੀ ਹੈ, ਸਿੰਗਲ ਕੀ, ਤੇ ਪੁੱਛ ਕੀ ਰਿਹਾ, ਨੋਟ ਕਰੈਕਟ। ਦੇਖੋ ਆ ਭੁੱਲ ਗਏ ਸੀ ਆਪਾਂ ਨਾ, ਦਾ ਕੀ ਮਸਟ ਵੀ ਕੈਪਟ ਸੀਕ੍ਰੇਟ, ਤਾਂ ਹੈਗੀ ਇੱਕੋ ਹੀ ਚਾਬੀ ਹੈ, ਜੇ ਲੋਕਾਂ ਨੂੰ ਦੱਸਦੀ ਤੇ ਫਿਰ ਤਾਂ ਕੀ ਕਹਿੰਦੇ ਆ ਵੀ ਰੰਗ 'ਚ ਭੰਗ ਪਈ ਜਾਊਗਾ, ਫਿਰ ਇਨਕ੍ਰਿਪਸ਼ਨ ਕਰਨ ਦਾ ਕੀ ਮਤਲਬ ਹੈ। ਤਾਂ ਇਹ ਗੱਲ ਠੀਕ ਹੈ, ਅਸੀਂ ਨੋਟ ਕਰੈਕਟ ਦੱਸਣਾ। ਸੈਂਡਰ ਐਂਡ ਰਿਸੀਵਰ ਮਸਟ ਵਨ ਆਫ ਦੀ ਮੈਚਡ ਪੇਅਰ ਆਫ ਕੀ। ਕਹਿੰਦਾ ਸੈਂਡਰ ਤੇ ਰਿਸੀਵਰ ਦੇ ਕੋਲੇ ਕਹਿੰਦਾ ਮਸਟ ਵਨ ਆਫ ਦੀ ਮੈਚਡ ਪੇਅਰ ਆਫ ਕੀ, ਕਹਿੰਦਾ ਦੋ ਚਾਬੀਆਂ ਹੋਣੀਆਂ ਚਾਹੀਦੀਆਂ ਨੇ ਪੇਅਰ ਆਫ ਕੀ। ਇਹ ਗੱਲ ਗਲਤ ਹੋ ਗਈ, ਕਿਉਂਕਿ ਦੋ ਚਾਬੀਆਂ ਕਿਹਦੇ 'ਚ ਹੁੰਦੀਆਂ ਨੇ, ਏਸਿਮੈਟ੍ਰਿਕ ਦੇ ਵਿੱਚ ਹੁੰਦੀਆਂ ਨੇ। ਤਾਂ ਆਨਸਰ ਤਾਂ ਇਹੀ ਹੈ, ਅਗਲਾ ਵੀ ਪੜ੍ਹ ਲੈਂਦੇ ਆ। ਦੀ ਸੇਮ ਐਲਗੋਰਿਥਮ ਵਿਦ ਸੇਮ ਕੀ ਯੂਜ਼ਡ ਫॉर ਇਨਕ੍ਰਿਪਸ਼ਨ ਐਂਡ ਡਿਕ੍ਰਿਪਸ਼ਨ, ਇਹ ਵੀ ਗੱਲ ਠੀਕ ਆ। ਅਗਲਾ, ਇਟ ਮਸਟ ਬੀ ਇੰਪੋਸੀਬਲ ਔਰ ਐਟਲੀਸਟ ਇੰਪ੍ਰੈਕਟੀਕਲ ਟੂ ਡੀਸਾਈਫਰ ਏ ਮੈਸੇਜ ਇਫ ਨੋ ਅਦਰ ਇਨਫੋਰਮੇਸ਼ਨ ਇਜ਼ ਅਵੇਲੇਬਲ। ਹਾਂ ਇਹ ਵੀ ਗੱਲ ਠੀਕ ਹੈ ਵੀ ਉਸ ਨੂੰ ਡੀਸਾਈਫਰ ਨਹੀਂ ਕੀਤਾ ਜਾ ਸਕਦਾ, ਬ੍ਰੇਕ ਨਹੀਂ ਕੀਤਾ ਜਾ ਸਕਦਾ ਜੇ ਕੋਈ ਹੋਰ ਇਨਫੋਰਮੇਸ਼ਨ ਅਵੇਲੇਬਲ ਨਾ ਹੋਵੇ। ਗੱਲ ਠੀਕ ਹੈ, ਤਾਂ ਆਨਸਰ ਫਿਰ ਇਹਦਾ B ਹੋਣਾ ਚਾਹੀਦਾ, ਆਨਸਰ B ਹੈ, ਠੀਕ ਹੈ ਜੀ। ਅਗਲਾ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਟਰੂ, ਕਹਿੰਦਾ ਹੇਠ ਲਿਖਿਆਂ ਚੋਂ ਕਿਹੜਾ ਟਰੂ ਹੈ ਅਬਾਊਟ ਮਲਟੀ ਕੋਰ ਪ੍ਰੋਸੈਸਰ ਟੈਕਨੋਲੋਜੀ। ਇੱਕ ਤੋਂ ਜ਼ਿਆਦਾ ਕੋਰ ਹੋਣ ਜੇ, ਉਹਦੇ 'ਚ ਕੀ ਪੋਸੀਬਲ ਹੈ ਹਨਾ, ਮੈਨੂੰ ਲੱਗਦਾ ਸ਼ਾਇਦ ਹਾਂ ਆਹ ਸੀਗੀਆਂ ਕੋਰ। ਇਹ CPU ਹੈ ਨਾ, ਇੱਕ ਤੋਂ ਜ਼ਿਆਦਾ ਕੋਰ, ਪਹਿਲੀ ਕੋਰ, ਦੂਜੀ ਕੋਰ, ਤੀਜੀ ਕੋਰ, ਚੌਥੀ ਕੋਰ, ਹਰੇਕ ਦੀ ਆਪਣੀ ਇੰਡੀਵਿਜੂਅਲ ਮੈਮਰੀ ਹੈ ਤੇ ਇਹ ਮੈਮਰੀ 'ਚੋਂ ਸ਼ੇਅਰ ਕਰਦੇ ਨੇ। ਤੇ ਬਸ ਉਸ ਦੁਆਰਾ ਇਹ ਕੰਪਿਊਟਰ ਦਾ CPU ਉਹਦੇ ਵਿੱਚ, ਜਿਵੇਂ ਆਪਾਂ ਗੱਲ ਕੀਤੀ ਸੀ GTX 1080 Ti, ਇਹਦੇ ਵਿੱਚ 2588 ਕੋਰ ਹੁੰਦੀਆਂ ਨੇ। ਇਹ ਮੇਰੇ ਕੋਲ ਸਿਸਟਮ ਸੀਗਾ, ਡਿਪਾਰਟਮੈਂਟ 'ਚ ਪਿਆ, ਹੁਣ ਰਿਸਰਚ ਵਰਕ ਦੇ ਲਈ ਮੈਂ ਆਪਦੇ PhD ਦੇ ਵਿੱਚ ਇਹ ਯੂਜ਼ ਕੀਤਾ। ਇਹ GPU ਹੁੰਦਾ ਗ੍ਰਾਫਿਕ ਪ੍ਰੋਸੈਸਿੰਗ ਯੂਨਿਟ, ਉਹਦੇ ਵਿੱਚ ਇੰਨੀਆਂ ਕੋਰ ਹੁੰਦੀਆਂ ਨੇ। ਤਾਂ ਉਸੇ ਤੇ ਕੁਐਸਚਨ ਪੁੱਛ ਰਿਹਾ ਹੈ, ਮਲਟੀ ਕੋਰ ਪ੍ਰੋਸੈਸਰ ਇਜ਼ ਏ
integrated circuit with two or more processors connected it for faster and simultaneously processing of several tasks, reduced power consumption and for greater performance। ਪਾਵਰ ਤਾਂ ਘਟ ਹੀ ਜਾਂਦੀ ਹੈ, ਕਿਉਂਕਿ ਇੱਕੋ ਹੀ ਸਿਸਟਮ ਦੇ ਵਿੱਚ ਆਪਾਂ ਜ਼ਿਆਦਾ ਕੰਮ ਕਰਾ ਰਹੇ ਹਾਂ। ਕਿੱਥੇ 10 ਕੰਪਿਊਟਰ ਲਾਉਣੇ ਸੀ, ਕਿੱਥੇ 10 ਦਾ CPU ਕੱਢ ਕੇ ਇੱਕ ਚਲਾਤਾ, ਪਾਵਰ ਘਟੂਗੀ ਹੈ ਨਾ, ਤੇ ਪਰਫਾਰਮੈਂਸ ਵੱਧ ਜਾਂਦੀ ਆ। ਤੇ ਮਲਟੀ ਕੋਰ ਦੇ ਕੀ ਐਡਵਾਂਟੇਜ ਨੇ? ਹਾਈ ਪਰਫਾਰਮੈਂਸ ਹੈ, ਮੋਰ ਰਿਲਾਇਬਿਲਿਟੀ, ਮਲਟੀਟਾਸਕਿੰਗ ਤੇ ਮਲਟੀ ਥਰੈਡਿੰਗ। ਆਹ ਚੀਜ਼ਾਂ 'ਚ ਤਾਂ ਨਹੀਂ ਉਲਝਦੇ ਹੁਣ। ਮਲਟੀਟਾਸਕਿੰਗ ਦੇ ਵਿੱਚ ਇੱਕ ਤੋਂ ਜ਼ਿਆਦਾ ਟਾਸਕ ਹੁੰਦੇ ਨੇ, ਜਾਂ ਇਹਨੂੰ ਟਾਈਮ ਸ਼ੇਅਰਿੰਗ ਵੀ ਬੋਲਦੇ ਆ, ਟਾਈਮ ਸ਼ੇਅਰਿੰਗ ਹੈ ਨਾ। ਤੇ ਮਲਟੀ ਥਰੈਡਿੰਗ ਦੇ ਵਿੱਚ ਇੱਕ ਤੋਂ ਜ਼ਿਆਦਾ ਥਰੈਡ ਪ੍ਰੋਸੈਸ ਦੇ। ਲੈਸ ਪਾਵਰ ਕੰਜ਼ੰਪਸ਼ਨ ਤੇ ਆਈਸੋਲੇਸ਼ਨ। ਆਈਸੋਲੇਸ਼ਨ ਮਤਲਬ ਕਿ ਇੱਕ ਕੋਰ ਤੇ ਐਗਜ਼ੀਕਿਊਟ ਹੋ ਰਿਹਾ, ਉਹਨੂੰ ਐਂ ਲੱਗਦਾ ਮੈਂ ਇਕੱਲਾ ਹੀ ਚੱਲ ਰਿਹਾ ਕੰਪਿਊਟਰ ਤੇ ਵੀ, ਹੋਰ ਕੋਈ ਚੱਲ ਹੀ ਨਹੀਂ ਰਿਹਾ। ਤੇ ਇਹ ਆਈਸੋਲੇਸ਼ਨ ਹੁੰਦਾ ਵੀ ਹਰੇਕ ਪ੍ਰੋਸੈਸ ਜਾਂ ਟਾਸਕ ਇੱਕ ਆਈਸੋਲੇਟ ਹੁੰਦਾ ਆਪਣੇ ਆਪ 'ਚ। ਤਾਂ ਮੈਨੂੰ ਲੱਗ ਰਿਹਾ ਕਿ ਮੈਨੂੰ ਮਹਿਸੂਸ ਹੋ ਰਿਹਾ ਕਿ ਬੇਸ਼ੱਕ ਤੁਸੀਂ ਕੰਪਿਊਟਰ ਪਹਿਲਾਂ ਨਹੀਂ ਪੜ੍ਹਿਆ, ਪਰ ਮੈਂ ਤੁਹਾਨੂੰ ਚੀਜ਼ਾਂ ਇੰਨੀਆਂ ਕੁ ਡਿਟੇਲ ਦੇ ਵਿੱਚ ਕਰਾਈਆਂ ਨੇ ਕਿ ਜਿਵੇਂ ਆਹ ਚੀਜ਼ਾਂ ਨੇ ਮਲਟੀਟਾਸਕਿੰਗ ਤੇ ਮਲਟੀ ਥਰੈਡਿੰਗ, ਇਹ ਚੀਜ਼ਾਂ ਦੀ ਕਲੈਰਿਟੀ ਕੰਪਿਊਟਰ ਵਾਲੇ ਬੰਦਿਆਂ ਨੂੰ ਵੀ ਨਹੀਂ ਹੁੰਦੀ। ਕਲੈਰਿਟੀ ਕਿਉਂ ਨਹੀਂ ਹੁੰਦੀ? ਕਿਉਂਕਿ ਅਸੀਂ ਪੜ੍ਹਦੇ ਨਹੀਂ ਧਿਆਨ ਨਾਲ। ਤਾਂ ਮੈਂ ਤੁਹਾਨੂੰ ਕਿਉਂ ਕਰਾਈਆਂ ਨੇ ਵੀ ਹੋ ਸਕਦਾ ਕੁਐਸਚਨ ਇਹਦੇ 'ਚ ਪੁੱਛ ਲਏ, ਫਸਾ ਲਏ ਆਪਾਂ ਨੂੰ, ਹੈ ਨਾ। ਜੇ ਨਹੀਂ ਸਮਝ ਆਈਆਂ ਤਾਂ ਬੈਕ ਜਾ ਕੇ ਦੇਖ ਲਿਓ। ਤੇ ਜ਼ਿੰਦਗੀ ਦੇ ਵਿੱਚ ਕੋਈ ਵੀ ਸ਼ਾਰਟਕਟ ਨਹੀਂ ਹੁੰਦਾ। ਜੇ ਆਪਾਂ ਇਕੱਲੇ ਆਨਸਰਾਂ ਤੇ ਟਿਕ ਲਾਉਂਦੇ ਜਾਵਾਂਗੇ ਨਾ, ਉਹ ਚੀਜ਼ਾਂ ਸਕਸੈਸਫੁਲ ਨਹੀਂ ਹੁੰਦੀਆਂ ਜ਼ਿਆਦਾਤਰ। ਉਹੀ ਬੰਦੇ ਇਹ ਗੱਲਾਂ ਬੋਲਦੇ ਨੇ ਜਿਹੜੇ ਸ਼ਾਰਟਕਟ ਅਪਣਾਉਂਦੇ ਨੇ, ਪੁਰਾਣੇ ਕੁਐਸਚਨਾਂ ਨੂੰ ਕਰਕੇ ਸਿੰਪਲ ਆਨਸਰ ਯਾਦ ਕਰਕੇ ਵਗ ਜਾਂਦੇ ਨੇ। ਉਹੀ ਮੋਸਟਲੀ ਕਹਿੰਦੇ ਨੇ ਵੀ ਯਾਰ ਪੇਪਰ ਬਾਹਰੋਂ ਆ ਗਿਆ। ਬਾਹਰੋਂ ਬੂਰੋਂ ਕੁਛ ਨਹੀਂ ਹੁੰਦਾ, ਥੋੜ੍ਹਾ ਜਿਹਾ ਲੈਵਲ ਵਧਾਉਂਦਾ ਜੇ ਬੰਦਾ। ਜੇ ਸਾਡੇ ਕੋਲੇ ਨੌਲੇਜ ਹੈਗੀ ਆ, ਬੈਕਗਰਾਊਂਡ ਨੌਲੇਜ, ਤਾਂ ਤੁੱਕਾ ਵੀ ਫੇਰ ਹੀ ਤੀਰ ਬਣਦਾ, ਅਦਰਵਾਈਜ਼ ਤਾਂ ਤੁੱਕੇ ਦਾ ਪਤਾ ਨਹੀਂ ਕੀ ਬਣ ਜੇ, ਹੈ ਨਾ। ਸੋ ਇਹ ਪੁੱਛ ਕੀ ਰਿਹਾ ਸੀ ਇਹਦੇ ਵਿੱਚ? ਮਲਟੀ ਕੋਰ ਪ੍ਰੋਸੈਸਿੰਗ ਟੈਕਨੋਲੋਜੀ ਦੇ ਵਿੱਚ ਟਰੂ ਕਿਹੜਾ? ਮੋਰ ਵਰਕ ਡਨ ਪੈਰਲਲੀ ਤਾਂ ਠੀਕ ਹੈ ਵੀ ਇੱਕ ਤੋਂ ਜ਼ਿਆਦਾ ਕੋਰ ਲੱਗੀਆਂ ਹੋਈਆਂ ਨੇ, ਪੈਰਲਲੀ ਸਾਰਾ ਕੰਮ ਹੋ ਰਿਹਾ। ਮੋਰ ਪ੍ਰੋਗਰਾਮ ਥਰੈਡ ਐਟ ਏ ਸੇਮ ਟਾਈਮ, ਇਹ ਤਾਂ ਹੈਗਾ ਹੀ, ਇੱਕ ਥਰੈਡ ਇੱਥੇ ਦੇਤਾ, ਇੱਕ ਇੱਥੇ ਦੇਤਾ, ਇੱਕ ਇੱਥੇ ਦੇਤਾ, ਤਾਂ ਗੱਲਾਂ ਫਿਰ ਦੋਨੇ ਠੀਕ ਨੇ। ਅਗਲਾ ਕੁਐਸਚਨ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਯੂਜ਼ਡ ਐਜ਼ ਅਰੇਂਜਮੈਂਟ ਆਫ ਕੰਪਿਊਟਰਸ ਇਨ ਐਂਟਰਪ੍ਰਾਈਜ਼ ਨੈਟਵਰਕ। ਐਂਟਰਪ੍ਰਾਈਜ਼ ਨੈਟਵਰਕ ਦੇ ਵਿੱਚ ਕਹਿੰਦਾ ਕੰਪਿਊਟਰਾਂ ਦਾ ਅਰੇਂਜਮੈਂਟ ਕਰਨਾ ਆਪਸ ਦੇ ਵਿੱਚ, ਉਹਨਾਂ ਨੂੰ ਕੀ ਬੋਲਦੇ ਆ? ਟਪੋਲੋਜੀ ਬੋਲਦੇ ਆ। ਦੇਖੋ ਮੈਨੂੰ ਐਸੀ ਪਹਿਲਾਂ ਡਾਇਗਰਾਮ ਆ ਜੇ, ਡਾਇਗਰਾਮ ਪਤਾ ਨਹੀਂ ਮੈਂ ਪਾਈ ਹੈ ਕਿ ਨਾ, ਹਾਂ ਇਹ ਸੀ, ਇਹ ਦੇਖਣਾ ਆਨਸਰ ਪਹਿਲਾਂ ਹੀ ਆ ਗਿਆ। ਅਰੇਂਜਮੈਂਟ ਹੈ ਨਾ, ਇੱਥੇ ਇੱਕ ਸੈਂਟਰਲ ਡਿਵਾਈਸ, ਜਾਂ ਤਾਂ ਇਹ ਹੱਬ ਹੋ ਸਕਦਾ, ਜਾਂ ਸਵਿਚ ਹੋ ਸਕਦਾ, ਤੇ ਜਾਂ ਇਹ ਰਾਊਟਰ ਹੋ ਸਕਦਾ। ਜੇਕਰ ਸਾਰੇ ਕੰਪਿਊਟਰ ਸੈਂਟਰਲ ਡਿਵਾਈਸ ਦੇ ਨਾਲ ਅਟੈਚਡ ਨੇ ਤਾਂ ਉਹਨੂੰ ਹੱਬ ਬੋਲ ਦਿੰਦੇ ਆ। ਜੇਕਰ ਸਾਰੇ ਇੱਕ ਦੂਜੇ ਦੇ ਨਾਲ ਡੈਡੀਕੇਟਡ ਪਾਥ ਦੇ ਨਾਲ ਜੁੜੇ ਹੋਏ ਨੇ ਤਾਂ ਉਹਨੂੰ ਫੁਲੀ ਕਨੈਕਟਡ ਮੈਸ਼ ਬੋਲ ਦਿੰਦੇ ਆ। ਜੇਕਰ ਫਿਰ ਵੀ ਅੱਧ ਪਚੱਧੇ ਜੁੜੇ ਹੋਏ ਨੇ ਤਾਂ ਉਹ ਪਾਰਸ਼ੀਅਲ ਮੈਸ਼ ਹੈ। ਤੇ ਜੇ ਸਰਕੂਲਰ ਸ਼ੇਪ ਦੇ ਵਿੱਚ ਰਿੰਗ ਹੈ, ਜੇ ਸੈਂਟਰਲ ਬੱਸ ਦੇ ਨਾਲ ਜੁੜੇ ਹੋਏ ਨੇ, ਸੈਂਟਰਲ ਕੇਬਲ ਦੇ ਨਾਲ, ਤਾਂ ਬੱਸ ਟਪੋਲੋਜੀ ਹੈ। ਟਰੀ ਦੀ ਫਾਰਮ ਵਾਲਾ ਵੀ ਹੈ, ਲਾਈਨ ਵਾਲਾ ਵੀ ਹੈ, ਤੇ ਇਹਨੂੰ ਟਪੋਲੋਜੀ ਬੋਲਦੇ ਆ। ਅਰੇਂਜਮੈਂਟ ਹੀ ਹੈ ਨਾ, ਇੱਕ ਵਾਰੀ ਅਸੀਂ ਐਂ ਅਰੇਂਜ ਕਰਤੇ, ਕਦੇ ਐਂ ਅਰੇਂਜ ਕਰਤੇ, ਕਦੇ ਐਵੇਂ ਅਰੇਂਜ ਕਰਤੇ। ਇਹੀ ਆਪਾਂ ਨੂੰ ਕੁਐਸਚਨ ਪੁੱਛ ਰਿਹਾ ਕਿ ਅਰੇਂਜਮੈਂਟ ਆਫ ਕੰਪਿਊਟਰਸ ਇਨ ਐਂਟਰਪ੍ਰਾਈਜ਼ ਹੁੰਦਾ ਕਿਸੇ ਕੰਪਨੀ ਦੇ ਵਿੱਚ, ਉਹਨੂੰ ਆਪਾਂ ਬੋਲਦੇ ਆ ਟੋਪੋਲੋਜੀ। ਇਹ ਸਾਰੀਆਂ ਟੋਪੋਲੋਜੀ ਨੇ, ਇਹਨਾਂ ਦੇ ਵੀ ਕੁਐਸਚਨ ਪੁੱਛਿਆ ਹੋਇਆ। ਤੁਹਾਨੂੰ ਕੁਐਸਚਨ ਕੀ ਪੁੱਛੂਗਾ? ਐਂ ਪੁੱਛੂਗਾ ਦੀ ਨੈਟਵਰਕ ਟੋਪੋਲੋਜੀ ਇਨ ਵਿੱਚ ਆਲ ਦੀ ਕੰਪਿਊਟਰਸ ਆਰ ਕਨੈਕਟਡ ਬਾਏ ਵਨ ਸੈਂਟਰਲ ਡਿਵਾਈਸ, ਤਾਂ ਸਟਾਰ ਹੈ। ਜੇ ਕਹਿੰਦੇ ਵਨ ਸੈਂਟਰਲ ਕੇਬਲ, ਫਿਰ ਬੱਸ ਹੈ। ਜੇ ਕਹਿੰਦੇ ਡੈਡੀਕੇਟਡ ਪਾਸ ਦੁਆਰਾ ਜੁੜੇ ਹੋਏ ਨੇ, ਫਿਰ ਮੈਸ਼ ਟੋਪੋਲੋਜੀ ਹੈ। ਜੇ ਕਹਿੰਦੇ ਸਰਕੂਲਰ ਸ਼ੇਪ 'ਚ ਜੁੜੇ ਨੇ, ਫਿਰ ਹੈਗਾ ਰਿੰਗ। ਲਾਈਨ ਤੋਂ ਹੀ ਰਿੰਗ ਬਣ ਜਾਂਦੀ ਹੈ, ਹਨਾ, ਜੇ ਐਂ ਜੋੜ ਦਈਏ ਆਪਾਂ। ਅਗਲਾ ਹੈਗਾ ਜੀ ਅਦਰ ਨੇਮ ਆਫ ਹਾਰਡ ਡਿਸਕ ਡਰਾਈਵ ਇਜ਼। ਡੇਟਾ ਡਰਾਈਵ ਨਹੀਂ ਹੁੰਦੀ, ਬੜਾ ਸੌਖਾ ਕੁਐਸਚਨ ਹੈ। ਪ੍ਰਾਈਮ ਡਰਾਈਵ ਨਹੀਂ ਹੁੰਦੀ, ਰਿਕਾਰਡ ਡਰਾਈਵ ਵੀ ਨਹੀਂ ਹੁੰਦੀ, ਡਿਸਕ ਡਰਾਈਵ। ਹਾਂ, ਡਿਸਕ ਡਰਾਈਵ ਤਾਂ ਬੋਲਦੇ ਆਪਾਂ ਹਾਰਡ ਡਰਾਈਵ ਨੂੰ, ਕਿਉਂਕਿ ਡਿਸਕਾਂ ਹੀ ਹੁੰਦੀਆਂ ਇਹਦੇ 'ਚ, ਹਨਾ। ਡੀ ਆਨਸਰ ਹੈ। ਅਗਲਾ ਕਹਿੰਦਾ ਵਿਚ ਆਫ ਦੀ ਫੋਲੋਇੰਗ ਆਰ ਨਿਊ ਫਾਰਮਸ ਆਫ ਐਡਵਰਟਾਈਜ਼ਿੰਗ ਦੈਟ ਹੈਵ ਇਵੈਲਪਡ ਬੇਸਡ ਔਨ ਸੋਸ਼ਲ ਮੀਡੀਆ। ਦੇਖੋ ਐਡਵਰਟੀਜ਼ਮੈਂਟ ਬੋਲਦੇ ਆ, ਜਾਂ ਐਡਵਰਟਾਈਜ਼ਮੈਂਟ ਕੀ ਹੁੰਦੀ ਹੈ? ਪੁਰਾਣੇ ਸਮੇਂ 'ਚ ਕੀ ਹੁੰਦਾ ਸੀ, ਕੋਈ ਸਿੰਗਰ ਗਾਣਾ ਕੱਢਦਾ ਸੀ, ਉਹ ਬੰਦੇ ਆਪਦੇ ਪੈਂਪਲੇਟ ਜੇ ਲਾਉਂਦੇ ਹੁੰਦੇ ਸੀ। ਯੂਨੀਵਰਸਿਟੀ 'ਚ ਅੱਜ ਵੀ ਟਰੈਂਡ ਹੈਗਾ ਕਿ ਲੋਕ ਆਪਦੇ ਗਾਣਾ ਜਾਂ ਕੱਢ ਕੇ ਐਂ ਜੇ ਫੋਟੋ ਕਰਾ ਕੇ, ਕਿਵੇਂ ਜੇ ਕਰਾ ਕੇ, ਹਨਾ, ਕੋਈ ਕਹਿ ਦਿੰਦਾ ਵੀ ਆਹ ਦੇਖੋ ਨਵਾਂ ਗਾਣਾ ਆ ਗਿਆ, ਐਂ ਜੇ ਕਰਕੇ, ਤੇ ਉਹ ਪੋਸਟਰ ਜੇ ਲਾਉਂਦੇ ਸੀ। ਸੋ ਉਹ ਐਡਵਰਟਾਈਜ਼ਮੈਂਟ ਦਾ ਜ਼ਮਾਨਾ ਸੀ। ਜਾਂ ਟੀਵੀ ਤੇ ਐਡ ਚੱਲਦੀ ਸੀ, ਜਾਂ ਰੇਡੀਓ ਤੇ, ਉਹ ਤੇ ਪੈਸੇ ਲੈਂਦੇ ਸੀ ਗਾਣਿਆਂ ਗੁਣਿਆਂ ਤੇ। ਕੋਈ ਗਾਣੇ ਬੰਦਾ ਚਲਾਉਂਦਾ ਹੈ, ਕਈ ਵਾਰੀ ਸਿੰਗਰ ਪੈਸੇ ਦੇ ਕੇ ਆਉਂਦੇ ਸੀ, ਹਨਾ। ਉਹ ਜ਼ਮਾਨਾ ਬਦਲ ਗਿਆ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਸੋਸ਼ਲ ਮੀਡੀਆ ਤੇ ਤੁਸੀਂ ਕੰਪੇਨ ਚਲਾ ਸਕਦੇ ਹੋ। ਆਪਦਾ ਕੋਈ ਵੀ ਬਿਜ਼ਨਸ ਸ਼ੁਰੂ ਕਰਨਾ ਹੈ, ਉਹਦੇ ਤੇ ਗੂਗਲ ਐਡ ਕਰਕੇ ਇੱਕ ਹੁੰਦਾ, ਗੂਗਲ ਐਡ। ਗੂਗਲ ਐਡ ਦੇ ਵਿੱਚ
ਤੁਸੀਂ ਪੈਸੇ ਲਾਓ, ਉੱਥੇ ਤੁਹਾਨੂੰ ਐਡ ਮਿਲੂਗੀ। ਸੋਸ਼ਲ ਮੀਡੀਆ ਕੰਪੇਨ ਚਲਾ ਸਕਦੇ ਹੋ ਤੁਸੀਂ, ਜਿਵੇਂ ਆਹ ਵੋਟਾਂ ਦੇ ਵਿੱਚ ਦੇਖਿਆ ਤੁਸੀਂ, ਜਦੋਂ ਆਪਾਂ ਕੈਪਟਨ ਅਮਰਿੰਦਰ ਸਿੰਘ ਬਣਿਆ ਹਨਾ, ਉਦੋਂ ਕਹਿੰਦੇ ਸੀ ਨਹੀਂ ਸੀਗਾ ਵੀ ਉੱਥੇ ਲਿਖਿਆ ਸੀਗਾ ਕਿ ਉਹ ਨਾਅਰਾ ਦਿੱਤਾ ਸੀ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਕੈਪਟਨ ਦੇ 9 ਨੁਕਤੇ। ਉਹ ਕਿਸੇ ਵੀ ਪਲੇਟਫਾਰਮ ਤੇ ਅਸੀਂ ਜਾਂਦੇ ਸੀ, ਐਡ ਆ ਰਹੀ ਹੁੰਦੀ ਸੀ। ਉਹ ਕੀ ਸੀ, ਸੋਸ਼ਲ ਮੀਡੀਆ ਕੰਪੇਨ ਚਲਾਉਂਦੇ ਸੀ। ਅੱਜ ਕੱਲ੍ਹ ਜਿਵੇਂ ਭਗਵੰਤ ਮਾਨ ਆਪਣੇ ਆਪ ਵਾਲੇ ਇਹ ਚਲਾ ਰਹੇ ਆ ਬੜੀ ਕੰਪੇਨ ਹੈ ਨਾ ਸੋਸ਼ਲ ਮੀਡੀਆ ਤੇ ਇੱਕ ਸੋਸ਼ਲ ਮੀਡੀਆ ਕੰਪੇਨਸ ਹੁੰਦੇ ਨੇ। ਗੱਲ ਬਿਲਕੁਲ ਠੀਕ ਹੈ। ਪੇ ਪਰ ਕਲਿੱਕ, ਕਈ ਵਾਰੀ ਤੁਸੀਂ ਵਿਊ ਵਗੈਰਾ ਕਰਾਉਣੇ ਨੇ ਸੋਸ਼ਲ ਮੀਡੀਆ ਤੇ, ਸਿੰਗਰ ਕੀ ਕਰਦੇ ਨੇ ਜਿਹੜੇ ਹੁਣ ਐਵੇਂ ਤਾਂ ਨਹੀਂ 300 ਮਿਲੀਅਨ ਬੰਦਿਆਂ ਦੇ ਵਿਊ ਹੋ ਜਾਂਦੇ, ਤਾਂ ਉਹ ਜੱਸੀ ਜੁੱਸੀ ਗਿੱਲ ਵਰਗੇ ਜਿਹੜੇ ਬੰਦੇ ਤਕੜੇ ਨੇ, ਇਹਨਾਂ ਨੂੰ ਆਪਦੀ ਰੈਪੂਟੇਸ਼ਨ ਬਿਲਡ ਕਰਨ ਵਾਸਤੇ 10-15 ਲੱਖ ਰੁਪਈਆ ਇਹ ਆਪਦੀਆਂ ਐਡ ਤੇ ਲਾਉਂਦੇ ਨੇ। ਤਾਂ ਪਰ ਕਲਿੱਕ ਦੇ ਹਿਸਾਬ ਨਾਲ ਪੈਸੇ ਮਿਲਦੇ ਨੇ, ਕਿ ਜੇ ਤੁਸੀਂ ਵੀਡੀਓ ਖੋਲੀ, ਤੁਹਾਡੇ ਸਾਹਮਣੇ ਇੰਪ੍ਰੈਸ਼ਨ ਆਇਆ ਤਾਂ ਵਿਊ ਨਹੀਂ ਹੋਊਗਾ। ਜੇ ਤੁਸੀਂ ਖੋਲ ਕੇ 1 ਸੈਕਿੰਡ ਵੀ ਵੀਡੀਓ ਚਲਾ ਲਈ ਤਾਂ ਵਿਊ ਮਿਲ ਜੂਗਾ ਬੰਦੇ ਨੂੰ, ਠੀਕ ਹੈ। ਜੇ ਉਹ ਪੇਡ ਪ੍ਰਮੋਸ਼ਨ ਹੋ ਰਹੀ ਹੈ ਤਾਂ ਉਹਦੇ ਪੈਸੇ ਕੱਟੇ ਜਾਣਗੇ। ਉਹ ਜਿਹੜਾ ਵਿਊ ਆ ਉਹ 10 ਪੈਸਿਆਂ ਦਾ, 10 ਪੈਸਿਆਂ ਤੋਂ ਲੈ ਕੇ 1 ਰੁਪਏ ਤੱਕ ਦਾ ਨੋਰਮਲੀ ਹੁੰਦਾ ਹੈ, ਜੇਕਰ ਐਡ ਉਵੇਂ ਚੱਲ ਰਹੀ ਹੈ, ਠੀਕ ਹੈ। ਸੋ ਤਾਂ ਕਰਕੇ ਬੰਦੇ ਕਹਿੰਦੇ ਨੇ ਵੀ ਤੁਸੀਂ ਲਾਈਕ ਕਰਦਿਆ ਕਰੋ, ਸ਼ੇਅਰ ਕਰਦਿਆ ਕਰੋ, ਸਬਸਕ੍ਰਾਈਬ ਕਰਦਿਆ ਕਰੋ। ਕਮੈਂਟ ਕਰਨ ਦੇ ਨਾਲ ਵੀ ਰੀਚ ਵੱਧਦੀ ਹੈ। ਜੇ ਤੁਸੀਂ ਆਪਣੇ ਚੈਨਲ ਤੇ ਜਾ ਕੇ ਕਮੈਂਟ ਕਰੋਗੇ, ਉਹਦੇ ਨਾਲ ਕੀ ਹੈ, ਵੀਡੀਓ ਦੀ ਰੀਚ ਵਧੂਗੀ। ਆਪਾਂ ਨੂੰ ਫਿਰ ਕੰਪੇਨ ਪੈਸੇ ਲਾਉਣ ਦੀ ਲੋੜ ਹੀ ਨਹੀਂ ਪੈਣੀ, ਕਿਉਂਕਿ ਆਪਾਂ ਕਿਉਂ ਪੈਸੇ ਲਾਈਏ ਯਾਰ, ਤੁਸੀਂ ਬੈਠੇ ਹੋ ਹਨਾ, ਤੁਸੀਂ ਆਪਣਾ ਕੰਮ ਦਾ ਸ਼ੇਅਰ ਕਰਨਾ। ਸੋ ਆਪਾਂ ਇਹ ਕੰਮ ਦੁਬਾਰਾ ਨਹੀਂ ਜਾਵਾਂਗੇ, ਠੀਕ ਹੈ। ਤੇ ਦੂਜੀ ਗੱਲ ਹੈ ਪੁਸ਼ ਮੈਸੇਜ। ਪੁਸ਼ ਮੈਸੇਜ ਉਹ ਹੁੰਦੇ ਨੇ ਜਿਹੜੇ ਸਾਡੇ ਕੋਲ ਧੱਕੇ ਨਾਲ ਆਈ ਜਾਂਦੇ ਨੇ ਫੋਨ ਦੇ ਵਿੱਚ। ਜਿਵੇਂ ਕੋਈ ਤੁਸੀਂ ਮਾਈਨਿੰਗ ਵਾਲੀ ਐਪ ਕੀਤੀ ਹੋ, ਜਿਵੇਂ ਪਾਈ ਚੱਲ ਰਿਹਾ ਨਾ, ਪਾਈ ਕਰਕੇ ਇੱਕ ਐਪ ਹੈਗੀ, ਉਹਦੇ ਵਿੱਚ ਤੁਸੀਂ ਮਾਈਨਿੰਗ ਕਰਦੇ ਹੋ, ਫੋਨ 'ਚ ਮਾਈਨਿੰਗ ਹੁੰਦੀ ਹੈ। ਪਹਿਲੇ 24 ਘੰਟਿਆਂ ਬਾਅਦ ਉਹ ਮਾਈਨਿੰਗ ਦੁਬਾਰਾ ਸਟਾਰਟ ਕਰਨੀ ਪੈਂਦੀ ਹੈ। 24 ਘੰਟਿਆਂ ਬਾਅਦ ਸਾਡੇ ਫੋਨ ਤੇ ਇੱਕ ਪੌਪ ਅਪ ਮੈਨੂ ਆ ਜਾਂਦਾ, ਉਹ ਕਹਿੰਦਾ ਤੁਸੀਂ ਮਾਈਨਿੰਗ ਦੁਬਾਰਾ ਰੀਸਟਾਰਟ ਕਰੋ। ਤਾਂ ਜਿਹੜਾ ਪੌਪ ਅਪ ਮੈਸੇਜ ਹੁੰਦਾ ਉਹਨੂੰ ਪੁਸ਼ ਮੈਸੇਜ ਬੋਲਦੇ ਨੇ। ਇਹ ਵੀ ਐਡਵਰਟਾਈਜ਼ਮੈਂਟ ਵਾਸਤੇ ਵਰਤਿਆ ਜਾਂਦਾ ਹੈ। ਪੁਸ਼ ਨੋਟੀਫਿਕੇਸ਼ਨ ਆਰ small pop-up message sent to user device by mobile app that appears even when the app is not open। ਕਈ ਵਾਰੀ ਉਹ ਐਪ ਚੱਲ ਵੀ ਨਹੀਂ ਰਹੀ ਹੁੰਦੀ, ਸਾਡੇ ਕੋਲੇ ਨੋਟੀਫਿਕੇਸ਼ਨ ਆ ਜਾਂਦੀ ਹੈ, ਉਹਨੂੰ ਆਪਾਂ ਪੁਸ਼ ਮੈਸੇਜ ਬੋਲ ਦਿੰਦੇ ਹਾਂ। ਤਾਂ ਇਹ ਤਿੰਨੋਂ ਹੀ ਤਰੀਕੇ ਨੇ ਜਿਹੜੇ ਇਹ ਸੋਸ਼ਲ ਮੀਡੀਆ ਤੇ ਐਡਵਰਟੀਜ਼ਮੈਂਟ ਦੇ ਤਰੀਕੇ ਨੇ। ਤਾਂ ਫਿਰ ਆਨਸਰ ਆਪਣਾ ਕਿਹੜਾ ਹੋ ਜਾਊਗਾ, ਇਹ ਆਨਸਰ ਹੈ। ਕਲੀਅਰ ਹੋਈ ਗੱਲ, ਠੀਕ ਹੈ। ਅਗਲਾ ਕੁਐਸਚਨ 28ਵਾਂ, MS PowerPoint 2019 ਇਨ MS ਆਉਣਾ ਸੀ। ਇਨ MS PowerPoint 2019 ਵਿਚ ਉਹਦੀ ਫੋਲੋਇੰਗ ਪੇਅਰਸ ਆਫ ਟੈਬਸ ਫੰਕਸ਼ਨ ਇਜ਼ ਕਰੈਕਟ। ਤਾਂ ਠੀਕ ਪੁੱਛ ਰਿਹਾ, ਕਰੈਕਟ ਕਿਹੜੇ ਕਿਹੜੇ ਨੇ। ਨਿਊ ਸਲਾਈਡ ਕਹਿੰਦਾ ਹੋਮ ਦੇ ਵਿੱਚ ਹੁੰਦੀ ਹੈ, ਤੇ ਸਲਾਈਡ ਬੈਕਗਰਾਉਂਡ ਆਪਾਂ ਕਿੱਥੋਂ ਦੇਖ ਸਕਦੇ ਹਾਂ, ਡਿਜ਼ਾਈਨ ਦੇ ਵਿੱਚ ਦੇਖਦੇ ਹਾਂ ਆਪਾਂ। ਨਿਊ ਸਲਾਈਡ ਹੋਮ ਦੇ ਵਿੱਚ ਹੈ, ਬਿਲਕੁਲ ਠੀਕ ਹੈ। ਪਹਿਲਾਂ ਠੀਕ ਹੈ, ਕਰੈਕਟ ਹੀ ਪੁੱਛ ਰਿਹਾ ਨਾ, ਪਹਿਲਾਂ ਠੀਕ ਹੈ। ਤਾਂ ਇਹ ਨਹੀਂ ਹੋ ਸਕਦਾ, ਓਨਲੀ 2 ਨਹੀਂ ਹੋ ਸਕਦਾ, ਤੇ ਇਹ ਨਹੀਂ ਹੋ ਸਕਦਾ। 2 ਆਨਸਰ ਬਚ ਗਏ। ਕਈ ਵਾਰੀ ਹੁਣ ਅੱਗੇ ਦੂਜੇ ਦਾ ਨਾਮ ਵੀ ਪਤਾ ਲੱਗੇ ਤਾਂ ਹੁਣ 50-50 ਤਾਂ ਇਹਨਾਂ 2 ਚੋਂ ਲਾਵਾਂਗੇ ਨਾ, ਇੱਥੋਂ ਇੰਨਾ ਕੁ ਐਲੀਮੀਨੇਟ ਕਰ ਸਕਦੇ ਹਾਂ, ਤੇ 2 ਚੋਂ ਲਾਉਣਾ ਸੌਖਾ ਹੈ। ਹੋ ਸਕਦਾ ਗੱਲ ਬਣ ਜੇ, ਹੋ ਸਕਦਾ ਨਾ ਬਣੇ। ਹੁਣ 50% ਚਾਂਸ ਰਹਿ ਗਏ, ਜੇ ਇਹਦੇ ਤੇ ਲਾ ਦਾਂਗੇ ਠੀਕ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਇੱਥੇ 25% ਚਾਂਸ ਹੁੰਦੇ ਨੇ, ਠੀਕ ਹੈ। ਸੋ ਜੇ ਆਪਾਂ ਗੱਲ ਕਰੀਏ ਸਲਾਈਡ ਬੈਕਗਰਾਉਂਡ ਦੀ, ਤਾਂ ਆਹ ਸੀਗਾ ਫਾਰਮੈਟ ਬੈਕਗਰਾਉਂਡ ਵੀ ਬੋਲਦੇ ਆ ਸਲਾਈਡ ਬੈਕਗਰਾਉਂਡ। ਇਹ ਡਿਜ਼ਾਈਨ ਦੇ ਵਿੱਚ ਹੈ, ਠੀਕ ਹੈ। ਸੋ ਫਿਰ ਇਹਦਾ B ਆਨਸਰ ਹੈ। B ਯਾਨੀ ਕਿ both 1 and 2 ਆਰ ਟਰੂ, ਠੀਕ ਹੈ। ਤਾਂ ਅਗਲਾ ਕੁਐਸਚਨ ਹੈਗਾ 29ਵਾਂ, ਵਿੱਚ ਉਹਦੀ ਫੋਲੋਇੰਗ ਟੈਬਸ ਹੋਲਡ ਦੀ ਸੌਰਟ ਐਂਡ ਫਿਲਟਰ ਆਈਕਨ ਇਨ MS Excel 2019। ਕਹਿੰਦਾ MS Excel 2019 ਦੇ ਵਿੱਚ ਕਿਹੜੀ ਟੈਬ ਦੇ ਵਿੱਚ ਸੌਰਟ ਐਂਡ ਫਿਲਟਰ ਹੁੰਦਾ। ਇਹ ਆਪਾਂ ਦੇਖ ਲੈਂਦੇ ਹਾਂ। ਸੌਰਟ ਐਂਡ ਫਿਲਟਰ ਆ ਦੇਖੋ, ਸੌਰਟ ਐਂਡ ਫਿਲਟਰ ਕਿਹੜੀ ਟੈਬ 'ਚ ਹੈ, ਹੋਮ ਟੈਬ ਦੇ ਵਿੱਚ ਆ। ਤਾਂ ਫਿਰ ਇਹਦਾ ਆਨਸਰ ਕੀ ਹੋ ਗਿਆ, B ਆਨਸਰ। B ਹੋਮ ਹੈ ਨਾ, B ਆਨਸਰ ਹੋ ਗਿਆ। ਤੇ ਲਾਸਟ ਕੁਐਸਚਨ ਆ ਗਿਆ, ਬਹੁਤ ਵਧੀਆ ਕੁਐਸਚਨ ਹੈ ਇਹ, ਬਹੁਤ ਸੌਖਾ ਕੁਐਸਚਨ ਹੈ, ਮੈਂ ਕਰਵਾਇਆ ਹੋਇਆ। ਜੇਕਰ ਤੁਸੀਂ ਬਾਕੀ ਦੀਆਂ ਵੀਡੀਓ ਧਿਆਨ ਨਾਲ ਦੇਖੀਆਂ ਨੇ ਤਾਂ ਫਿਰ ਤੁਸੀਂ ਇਹ ਕੁਐਸਚਨ ਦੀਆਂ ਕੁੱਤੀਆਂ ਕਹਿੰਦੇ ਕੰਧਾਂ ਤੇ ਚੜਾ ਦੇਣੀਆਂ ਹਨ, ਠੀਕ ਹੈ। ਸੋ ਖੁਸ਼ੀ ਚੜ ਗਈ, ਕਿਉਂਕਿ ਬਲਦ ਕਹਿੰਦੇ ਹੁਣ ਵੀ ਘਰ ਨੂੰ ਚੱਲਿਆ, ਤੇ ਹੁਣ ਘਰੇ ਹੀ ਜਾਣਾ ਸਿੱਧਾ, ਹਨਾ। ਲਾਸਟ ਕੁਐਸਚਨ ਆ ਗਿਆ। ਤੇ ਜਿਵੇਂ ਆਪਾਂ ਗੱਲ ਕੀਤੀ ਸੀ ਵੀ ਬਲਦ ਨੂੰ ਖੇਤ ਲੈ ਜਾਂਦੇ, ਜਾਂਦਾ ਹੌਲੀ ਜਾਂਦਾ ਤੇ ਆਉਂਦਾ ਵਾਪਸ ਆਉਂਦਾ। ਮੈਂ ਦੱਸਣ ਲੱਗਾ ਕਿ ਮੈਨੂੰ ਕਿਹੜਾ ਲੱਗੇ ਮੈਂ ਆਪਦੇ ਆਪ ਨੂੰ ਬਲਦ ਕਹੀ ਜਾਂਦਾ, ਠੀਕ ਹੈ। ਸੋ ਲੇਟੈਂਸੀ ਟਾਈਮ ਇਜ਼ ਆਲਸੋ ਨੋਨ ਐਜ਼, ਲੇਟੈਂਸੀ ਕੀ ਹੁੰਦੀ ਹੈ, ਰੋਟੇਸ਼ਨਲ ਸਸਪੈਂਸਰ ਟਾਈਮ ਨਹੀਂ ਹੁੰਦਾ, ਰੋਟੇਸ਼ਨਲ ਗੇਨ ਟਾਈਮ ਨਹੀਂ ਹੁੰਦਾ, ਰੋਟੇਸ਼ਨਲ ਡਿਲੇ ਟਰਾਂਸਫਰ ਟਾਈਮ ਵੀ ਨਹੀਂ ਹੁੰਦਾ, ਰੋਟੇਸ਼ਨਲ ਡਿਲੇ ਟਾਈਮ। ਬਿਲਕੁਲ ਠੀਕ ਹੈ, C ਆਨਸਰ ਹੈ। ਇਹ ਦੱਸ ਦਿੰਦਾ ਮੈਂ ਕਿ ਲੇਟੈਂਸੀ ਕਿੱਥੇ ਯੂਜ਼ ਕੀਤੀ ਜਾਂਦੀ ਹੈ। ਆ ਆਪਣੇ ਕੋਲੇ ਹਾਰਡ ਡਿਸਕ ਹੈ, ਸੈਕੰਡਰੀ ਸਟੋਰੇਜ ਬੋਲ ਦਿੰਦੇ ਇਹਨੂੰ ਆਪਾਂ, ਜਾਂ ਆਕਸਿਲਰੀ ਸਟੋਰੇਜ ਵੀ ਬੋਲ ਦਿੰਦੇ ਹਾਂ। ਨਵਾਂ ਨਾਮ ਸੁਣ ਲਓ, ਆਕਸਿਲਰੀ ਸਟੋਰੇਜ ਵੀ ਬੋਲਿਆ ਜਾਂਦਾ। ਇਹਦੇ ਵਿੱਚ ਇੱਕ ਪਲੈਟਰ ਹੁੰਦਾ, ਇਹ ਘੁੰਮਦਾ ਹੈ। ਆਹ ਹੁੰਦਾ ਰੀਡ ਰਾਈਟ ਹੈਡ, ਇੱਧਰ ਜਾਂਦਾ ਇੱਧਰ ਜਾਂਦਾ। ਇਹ ਪਲੈਟਰ ਹੈ ਜਿਹੜਾ, ਇਹ ਗੋਲ ਗੋਲ ਚੱਕਰਾਂ 'ਚ ਵੰਡਿਆ ਹੁੰਦਾ। ਇਹ ਗੋਲ ਚੱਕਰਾਂ ਨੂੰ ਆਪਾਂ ਕੀ ਬੋਲ ਦਿੰਦੇ ਹਾਂ,
ਇਹ ਗੋਲ ਚੱਕਰਾਂ ਨੂੰ ਆਪਾਂ ਬੋਲ ਦਿੰਨੇ ਆ, ਭੁੱਲ ਗਿਆ ਕੀ ਬੋਲ ਦਿੰਦੇ ਆ ਇਹਨਾਂ ਨੂੰ ਆਪਾਂ, ਤੁਸੀਂ ਦੱਸੋ। ਤੁਸੀਂ ਤਾਂ ਪਰ ਕਿੱਥੇ ਦੱਸ ਦਿਓਗੇ, ਮੈਂ ਤਾਂ ਰਿਕਾਰਡ ਕਰ ਰਿਹਾ, ਮੈਂ ਕਿਹੜਾ ਲਾਈਵ ਚੱਲ ਰਿਹਾ ਆਪਾਂ। ਇਹਨਾਂ ਨੂੰ ਬੋਲ ਦਿੰਦੇ ਆਪਾਂ ਟਰੈਕ। ਠੀਕ ਹੈ, ਯਾਦ ਆ ਗਿਆ। ਤੁਸੀਂ ਬਾਅਦ ਚ ਟਰੈਕ ਤੇ ਜਾ ਕੇ ਹੀ ਫਿਜ਼ੀਕਲ ਪੇਪਰ ਕੱਢਣਾ ਹੈ ਨਾ। ਟਰੈਕ ਹੋ ਜਾਣਗੇ ਇਹ। ਟਰੈਕ ਫਰਦਰ ਛੋਟੇ ਪਾਰਟਸ ਦੇ ਵਿੱਚ ਡਿਵਾਈਡ ਹੁੰਦੇ ਨੇ, ਇਹਨਾਂ ਨੂੰ ਆਪਾਂ ਸੈਕਟਰ ਬੋਲ ਦਿੰਦੇ ਆ। ਹੁਣ ਰੀਡ ਰਾਈਟ ਰੈਡ ਨਹੀਂ, ਹੈਡ। ਇੱਥੇ ਖੜਾ ਰੀਡ ਰਾਈਟ ਹੈਡ। ਹੁਣ ਇਹ ਖੜਾ ਗਾ ਆਹ ਵਾਲੇ ਟਰੈਕ ਤੇ, ਆਪਾਂ ਡਾਟਾ ਲੱਭਣਾ ਆਹ ਵਾਲੇ ਟਰੈਕ ਤੇ, ਤਾਂ ਰੀਡ ਰਾਈਟ ਹੈਡ ਨੂੰ ਘੁਮਾ ਕੇ ਇੱਥੇ ਲੈ ਆਵਾਂਗੇ। ਤਾਂ ਰੀਡ ਰਾਈਟ ਹੈਡ ਹੈ ਜਿਹੜਾ ਘੁੰਮ ਕੇ ਦੂਜੇ ਆਪਣੇ ਕੋਲੇ ਟਰੈਕ ਤੇ ਆ ਗਿਆ। ਹੁਣ ਇਹ ਵਾਲੇ ਟਰੈਕ ਦੇ ਵਿੱਚੋਂ ਵੀ ਡੇਟਾ ਇਹ ਵਾਲੇ ਸੈਕਟਰ ਤੇ ਪਿਆ ਸੀ। ਇਹ ਹੁਣ ਇੱਥੇ ਕਿਵੇਂ ਆਊਗਾ? ਜੇ ਇਹਨੂੰ ਇੱਥੋਂ ਲੈ ਕੇ ਇੱਥੇ ਘੁਮਾ ਕੇ ਲਿਆਵਾਂਗੇ ਤਾਂ ਪਹਿਲਾਂ ਰੀਡ ਰਾਈਟ ਹੈਡ ਨੂੰ ਆਪਾਂ ਪ੍ਰੋਪਰ ਸੈਕਟਰ ਟਰੈਕ ਤੇ ਲੈ ਕੇ ਗਏ। ਇਹ ਵਾਲੇ ਟਰੈਕ ਤੋਂ ਇੱਥੋਂ ਤੱਕ ਲਿਜਾਣ ਤੇ ਜਿੰਨਾ ਸਮਾਂ ਲੱਗਦਾ ਇਹਨੂੰ ਆਪਾਂ ਬੋਲ ਦਿੰਦੇ ਆ ਸੀਕ ਟਾਈਮ। ਸੀਕ ਟਾਈਮ। What is seek time? Seek time is the time to move the read write head over proper track. Proper track ਜਿੱਥੋਂ ਡੇਟਾ ਨੂੰ ਰੀਡ ਕਰਨਾ ਸੀ ਉੱਥੋਂ ਤੱਕ ਲਿਜਾਣ ਤੇ ਜਿਹੜਾ ਟਾਈਮ ਲੱਗਦਾ ਉਹਨੂੰ ਸੀਕ ਟਾਈਮ ਬੋਲ ਦਿੰਦੇ ਆ। ਤੇ ਉਦੋਂ ਬਾਅਦ ਇਹ ਵਾਲੇ ਟਰੈਕ ਨੂੰ ਘੁਮਾਉਣਾ ਪੈਣਾ, ਕਿਉਂਕਿ ਆਹ ਵਾਲੇ ਸੈਕਟਰ ਤੇ ਡੇਟਾ ਪਿਆ, ਇਹਨੂੰ ਘੁਮਾ ਕੇ ਇੱਥੋਂ ਲੈ ਕੇ ਇੱਥੋਂ ਲਿਆਉਣ ਤੱਕ ਜਿੰਨਾ ਟਾਈਮ ਲੱਗ ਗਿਆ ਇਹਨੂੰ ਬੋਲ ਦਿੰਦੇ ਆ ਰੋਟੇਸ਼ਨਲ ਲੇਟੈਂਸੀ ਜਾਂ ਲੇਟੈਂਸੀ ਟਾਈਮ। ਰੋਟੇਸ਼ਨਲ ਲੇਟੈਂਸੀ ਜਾਂ ਲੇਟੈਂਸੀ ਟਾਈਮ ਇਹ ਮੈਂ ਦਿੱਤਾ ਹੋਇਆ। ਰੋਟੇਸ਼ਨਲ ਲੇਟੈਂਸੀ ਜਾਂ ਲੇਟੈਂਸੀ ਟਾਈਮ ਜਾਂ ਰੋਟੇਸ਼ਨਲ ਲੇਟੈਂਸੀ ਟਾਈਮ ਵੀ ਬੋਲ ਸਕਦੇ ਆਪਾਂ। ਠੀਕ ਹੈ, ਟਾਈਮ ਟੂ ਸਪਿਨ ਦੀ ਰਿਕੁਆਇਰਡ ਡੇਟਾ ਅੰਡਰ ਰੀਡ ਰਾਈਟ ਹੈਡ। ਤੇ ਐਕਸੈਸ ਟਾਈਮ ਕੀ ਹੁੰਦਾ? ਜੇ ਦੋਨਾਂ ਟਾਈਮ ਨੂੰ ਜੋੜਦੇ ਉਹਨੇ ਟਾਈਮ 'ਚ ਆਪਾਂ ਡੇਟਾ ਐਕਸੈਸ ਕਰ ਸਕਦੇ ਹਾਂ। ਠੀਕ ਹੈ, ਕਲੀਅਰ? ਤੁਸੀਂ ਸਮਝ ਗਏ ਹੋਵੋਗੇ। ਉਹ ਇਹਦਾ ਆਨਸਰ ਨਹੀਂ ਦਿੱਤਾ ਮੈਂ। ਇਹਦਾ ਆਨਸਰ ਫਿਰ ਹੈਗਾ ਗਾ ਸੀ ਆਨਸਰ ਹੈ, ਮੈਂ ਭੁੱਲ ਗਿਆ, ਦੋਨਾਂ 'ਚ ਉਡਾਤਾ। ਰੋਟੇਸ਼ਨਲ ਡਿਲੇ ਟਾਈਮ। ਸੋ ਇਹ ਸੀਗੇ ਆਪਾਂ ਸਬ ਇੰਸਪੈਕਟਰ ਦੇ ਪੁਰਾਣੇ ਕੁਐਸਚਨ ਕੰਪਿਊਟਰ ਦੇ। ਆਪਾਂ ਸਾਰੇ ਕੁਐਸਚਨ ਡਿਸਕਸ ਕਰ ਚੁੱਕੇ ਹਾਂ। 8 ਸ਼ਿਫਟਾਂ ਆਪਾਂ ਕੀਤੀਆਂ ਨੇ। ਬੜਾ ਲੰਬਾ ਕੰਮ ਸੀਗਾ, 240 ਕੁਐਸਚਨ ਆਪਾਂ ਕਰੇ ਨੇ। ਕੱਲਾ ਕੱਲਾ ਕੁਐਸਚਨ ਮੈਂ ਤੁਹਾਨੂੰ ਕਰਾਇਆਗਾ। ਆਈ ਹੋਪ ਕਿ ਤੁਹਾਡਾ ਪੇਪਰ ਇਹਨਾਂ ਦੇ ਵਿੱਚੋਂ ਹੀ ਆਊਗਾ। ਤੇ ਕੁਛ ਮੈਂ 2 ਐਕਸਪੈਕਟਡ ਵੀਡੀਓਜ਼ ਬਣਾਈਆਂ ਹੋਈਆਂ ਨੇ ਕੁਐਸਚਨਾਂ ਦੀਆਂ। ਉਹ ਮੈਰਾਥਨ ਹੀ ਕਹਿ ਲਓ। ਐਕਚੁਅਲੀ ਮੈਨੂੰ ਨਹੀਂ ਵਧੀਆ ਲੱਗਦਾ ਵੀ ਇੱਕੋ ਹੀ ਚੀਜ਼ ਚੱਲੀ ਹੋਈ ਆ ਵੀ ਆਪਾਂ ਮੈਰਾਥਨ ਬਣਾਈਏ, ਕਿਉਂਕਿ ਐਕਸਪੈਕਟਡ ਕੁਐਸਚਨਾਂ ਦੇ ਵਿੱਚ ਵੀ ਉਹੀ ਚੀਜ਼ਾਂ ਨੇ। ਜੇ ਉਹਨੂੰ ਤੁਸੀਂ ਉਹਨੂੰ ਮੈਂ ਮੈਰਾਥਨ ਲਿਖਦਾ, ਉਹ ਮੈਰਾਥਨ ਹੈ। ਠੀਕ ਹੈ, ਸਾਰਾ ਸਿਲੇਬਸ ਦੇ ਕੁਐਸਚਨ ਕਰਾਏ ਹੋਏ ਨੇ ਪੂਰੇ ਡਿਟੇਲ ਦੇ ਵਿੱਚ। 2 ਵੀਡੀਓ ਬਣਾਈਆਂ ਹੋਈਆਂ ਨੇ, ਤੀਜੀ ਵੀ ਮੈਂ ਕੋਸ਼ਿਸ਼ ਕਰੂੰਗਾ। ਚਲੋ ਤੁਸੀਂ ਕਹਿੰਦੇ ਹੋ ਮੈਂ ਹੋ ਸਕਦਾ ਉਹਦਾ ਮੈਂ ਮੈਰਾਥਨ ਰੱਖਦਾ, ਪਰ ਮੈਨੂੰ ਐਂ ਲੱਗਦਾ ਵੀ ਯਾਰ ਵਗਦੇ ਬਹਿਣ ਦੇ ਨਾਲ ਜੋ ਚੀਜ਼ਾਂ ਚੱਲ ਰਹੀਆਂ ਨੇ ਆਪਾਂ ਉਵੇਂ ਕਾਪੀ ਕਰਨਾ ਮੈਨੂੰ ਵਧੀਆ ਨਹੀਂ ਲੱਗਦਾ। ਇੱਕ ਬਹਿਣ ਹੈ ਕਿ ਮੈਰਾਥਨ ਬਣਾਓ ਜੀ, ਮੈਨੂੰ ਇਹ ਲੱਗਦਾ ਵੀ ਯਾਰ ਮੈਰਾਥਨ ਵੀ ਐਵੇਂ ਕਿਸੇ ਦੀ ਕਾਪੀ। ਪਤਾ ਨਹੀਂ ਮੈਂ ਗਲਤ ਸੋਚਦਾ ਕਿ ਸਹੀ ਸੋਚਦਾ। ਤੁਸੀਂ ਮੈਨੂੰ ਇਹਦਾ ਕਮੈਂਟ ਕਰਕੇ ਦੱਸਿਓ ਵੀ ਕੀ ਮੈਨੂੰ ਮੈਰਾਥਨ ਲਿਖਣਾ ਚਾਹੀਦਾ। ਲਿਖਣਾ ਤਾਂ ਵੈਸੇ ਚਲੋ ਕੁਝ ਵੀ ਨਹੀਂ ਹੁੰਦਾ, ਪਰ ਮੈਨੂੰ ਪਤਾ ਨਹੀਂ ਕਿਉਂ ਅੰਦਰੋਂ ਅਲਾਓ ਨਹੀਂ ਕਰਦਾ ਐ ਵੀ ਕੀ ਯਾਰ ਇੱਕ ਬਹਿਣ ਬਹਿ ਰਿਹਾ, ਸਾਰੇ ਉਹਦੇ ਵਿੱਚ ਵਿਊ ਲੈਣ ਦੇ ਮਾਰੇ ਲਿਖ ਰਿਹਾ ਮੈਰਾਥਨ, ਇਹਦੇ ਵਿੱਚੋਂ ਨਹੀਂ ਪੇਪਰ ਆਊਗਾ, ਸਾਰਾ ਇੱਥੋਂ ਹੀ ਆਊਗਾ। ਮੈਂ ਨਹੀਂ ਕਲੇਮ ਕਰਦਾ ਵੀ ਮੇਰੇ 'ਚੋਂ ਸਾਰਿਆਂ 'ਚ ਕੁਐਸਚਨ ਆਉਣਗੇ, ਪਰ ਮੈਂ ਇਹ ਕਹਿਣਾ ਵੀ ਕੌਨਸੈਪਟ ਉਹੀ ਨੇ ਕੰਪਿਊਟਰ ਦੇ। ਕੌਨਸੈਪਟ ਦੀ ਕਲੈਰਿਟੀ ਕਰਾਉਣਾ ਮੇਰਾ ਕੰਮ ਹੈ। ਮੈਂ ਉਹ ਚੀਜ਼ਾਂ ਨਹੀਂ ਕਰਦਾ ਵੀ ਹਾਂ ਤੁਸੀਂ ਵਿਊ ਲੈਣ ਦੇ ਚੱਕਰਾਂ 'ਚ ਵੀ ਇਹ ਹੋਊਗਾ, ਇਹ ਹੋਊਗਾ, ਇਹ ਹੋਊਗਾ। ਠੀਕ ਹੈ, ਕੰਟੈਂਟ ਤੁਸੀਂ ਦੱਸਣਾ। ਤੁਸੀਂ ਦੱਸ ਵੀ ਰਹੇ ਹੋ ਵੀ ਮੈਂ ਠੀਕ ਕਰਾ ਰਿਹਾ ਕਿ ਗਲਤ ਕਰਾ ਰਿਹਾ। ਠੀਕ ਹੈ ਜੀ। ਸੋ ਆਪਾਂ ਮਿਲਦੇ ਹਾਂ ਫਿਰ ਨੈਕਸਟ ਵੀਡੀਓ। ਮੈਂ ਕੋਸ਼ਿਸ਼ ਕਰੂੰਗਾ VOIP ਤੇ। ਸੋ ਤੁਸੀਂ ਜੁੜੇ ਰਹੋ ਚੈਨਲ ਦਾ। ਜੇਕਰ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਿਓ। ਬੈਲ ਆਈਕਨ ਵੀ ਦੱਬ ਲਿਓ ਤਾਂ ਕਰਕੇ ਵੀਡੀਓ ਤੁਹਾਨੂੰ ਪਤਾ ਲੱਗ ਜਾਏ ਆਪਾਂ ਨਵੀਂ ਵੀਡੀਓ ਅਪਲੋਡ ਕਰਦੇ ਹਾਂ। ਤੇ ਸ਼ੇਅਰ ਵੀ ਕਰ ਦਿਓ ਦੋਸਤਾਂ ਨੂੰ। ਥੈਂਕ ਯੂ।